ਜਿਹਨੂੰ ਕਹਿੰਦੇ ਠੱਡਾ, ਜਿਹੜੀ ਲਾਈਨ ਖਿੱਚੀ ਹੋਈ ਆ, ਉਹ 150 ਮਰੀਜ਼ਾਂ ਦੀ ਆ ਕੋਵਿਡ ਦਿਆਂ ਦੀ, ਜਦੋਂ ਇੰਟੈਂਸਿਵ ਕੇਅਰ ਚਲੇ ਜਾਂਦੇ ਆ। ਜਦੋਂ ਇਸ ਨੰਬਰ ਤੱਕ ਪਹੁੰਚ ਗਏ ਤਾਂ ਜਿਹੜੀਆਂ ਬਾਕੀ ਸਰਜਰੀਜ਼ ਹੈਗੀਆਂ ਨੇ ਤਾਂ ਉਹ ਜਿਹੜੀਆਂ ਪੋਸਟਪੋਨ ਕਰਤੀਆਂ ਜਾਣਗੀਆਂ। ਅੱਗੇ ਵੀ ਇਹ ਕੰਮ ਹੋਇਆ ਹੈ ਤੇ ਇਹ ਅੱਜ ਨੰਬਰ 146 ਹੋਇਆ ਜੀ। ਇਹ ਜੇ 150 ਹੋ ਜਾਂਦਾ ਤਾਂ ਚਾਂਸਸ ਹੈ ਕਿ ਬਾਕੀ ਸਾਰੀਆਂ ਜਿਹੜੀਆਂ ਸਰਜਰੀਜ਼ ਨੇ, ਉਹ ਜਿਹੜੀਆਂ ਇਲੈਕਟਿਵ ਸਰਜਰੀਜ਼ ਨੇ, ਉਹਨਾਂ ਦੇ ਵਾਸਤੇ ਕੀ ਹੁਣ ਉਹ ਡਿਲੇ ਹੋਏ ਕਰੀਏ। ਹੋ ਕਿਉਂ ਰਿਹਾ ਹੈ? ਕੋਵਿਡ ਦੇ ਕੇਸਿਸ ਬਹੁਤ ਵੱਧ ਰਹੇ ਨੇ, ਔਰ ਜਿਹੜੇ ਵੱਧ ਰਹੇ ਨੇ ਇਹਦਾ ਅਸਰ ਸਾਡੇ ਇੰਟੈਂਸਿਵ, ਵੈਸੇ ਅਜੇ 150 ਜਿਹੜਾ ਨੰਬਰ ਹੈਗਾ ਇਹ ਰੀਜ਼ਨੇਬਲ ਨੰਬਰ ਹੈ, ਪਰ ਇਹ ਨੰਬਰ ਸਾਡੀ ਸਰਕਾਰ ਨੇ ਇੱਕ 350 ਨੰਬਰ ਵੀ ਰੱਖਿਆ ਹੈ ਵੀ ਜੇ 350 ਨੰਬਰ ਹੋ ਜਾਂਦਾ ਤੇ ਚਾਂਸਸ ਇਹ ਹੈ ਕਿ ਫਿਰ ਕੁਛ ਵੀ ਨਹੀਂ ਹੋਏਗਾ। ਜਿਹੜੇ ਅੱਜ ਤੱਕ ਨੰਬਰ ਆ ਗਏ ਨੇ, ਜਿਹੜੇ ਗ੍ਰਾਫਸ ਬਣਾਏ ਜਾਂਦੇ ਸੀਗੇ, ਉਹ ਅੱਜ ਨੰਬਰ ਜਿਹੜਾ ਕੋਵਿਡ ਕੇਸਿਸ ਦਾ ਟੋਟਲ ਆ ਗਿਆ, ਉਹ 24 ਨਵੰਬਰ ਨੂੰ ਆਉਣਾ ਸੀ। ਜਿਹੜਾ ਗ੍ਰਾਫ ਸੀਗਾ ਤੁਸੀਂ 24 ਨਵੰਬਰ ਦੀ ਥਾਂ ਤੇ 5 ਦਿਨ ਪਹਿਲਾਂ ਆ ਗਿਆ। ਸੋ ਅੱਗੇ ਨਾਲ ਕੰਮ ਜ਼ਿਆਦਾ ਖਰਾਬ ਹੋ ਰਿਹਾ ਹੈ ਤੇ ਇਸ ਮਾਮਲੇ 'ਚ ਜਿਹੜੀ ਸਰਕਾਰ ਬੜੀ ਸੀਰੀਅਸਲੀ ਸੋਚ ਰਹੀ ਹੈ। ਪਤਾ ਨਹੀਂ ਕੱਲ੍ਹ ਨੂੰ ਕੀ ਐਲਾਨ ਆਏਗਾ, ਕੋਈ ਨਾ ਕੋਈ ਐਲਾਨ ਆਉਣ ਦੇ ਆਸਾਰ ਜ਼ਰੂਰ ਨੇ। ਪ੍ਰੀਮੀਅਰ ਸਾਹਿਬ ਨੇ ਇਸ ਗੱਲ ਦਾ ਸੁਨੇਹਾ ਸੰਕੇਤ ਦਿੱਤੇ ਨੇ, ਕੱਲ੍ਹ ਦਿੱਤੇ ਸੀਗੇ, ਅੱਜ ਵੀ ਕੁਛ ਉਹਨਾਂ ਦੀ ਮਿਨਿਸਟਰੀਜ਼ ਨੂੰ ਆ ਰਿਹਾ ਹੈ। ਕੱਲ੍ਹ ਨੂੰ ਸਾਨੂੰ ਜੀ ਜੋ ਕੁਛ ਅਸੀਂ ਕਰ ਰਹੇ ਹਾਂ ਇਹ ਸਾਡੇ ਕਾਰਨਾਮਿਆਂ ਦਾ ਨਤੀਜਾ ਉਹਦਾ ਸ਼ਾਇਦ ਭੁਗਤਣੇ ਪੈਣਗੇ। ਅੱਜ ਮਿਸਟਰ ਪ੍ਰੀਮੀਅਰ ਫੋਰਡ ਦੀ ਵੀ ਅੱਜ ਜਿਹੜੀ ਸਟੇਟਮੈਂਟ ਸਾਹਮਣੇ ਆਈ ਹੈ, ਉਹਨਾਂ ਨੇ ਕੁਝ ਹੋਰ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਨੇ ਇਸ ਪਾਸੇ ਵੱਲ ਲਗਾ ਦਿੱਤੇ ਨੇ 200 ਦੇ ਕਰੀਬ, ਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਸਖਤੀ ਲਾਗੂ ਕੀਤੀ ਜਾਏਗੀ। 200 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਨੇ ਇਸ ਚੀਜ਼ ਵੱਲ ਧਿਆਨ ਰੱਖਣਗੇ, ਛਾਪੇ ਮਾਰੇ ਜਾਣਗੇ, ਸਭ ਪਾਸੇ ਅਦਾਰਿਆਂ ਦੇ ਵਿੱਚ ਛਾਪੇ ਮਾਰੇ ਜਾਣਗੇ, ਵੱਖ-ਵੱਖ ਥਾਵਾਂ ਤੇ ਦੇਖਿਆ ਜਾਏਗਾ ਕਿ ਲੋਕੀ ਕਰੋਨਾ ਵਾਇਰਸ ਦੇ ਨਿਯਮਾਂ ਦੀ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦਾ ਪਾਲਣ ਕਰਦੇ ਆ ਕਿ ਨਹੀਂ। ਅਦਾਰਿਆਂ ਵਿੱਚ ਜਾ ਕੇ ਇੱਕ ਜਗ੍ਹਾ ਤੇ ਚੈੱਕ ਕੀਤਾ ਜਾਊਗਾ, ਜੇਕਰ ਉੱਥੇ ਪੂਰੀਆਂ ਜੋ ਹਦਾਇਤਾਂ ਸੀ ਉਹਨਾਂ ਦਾ ਪਾਲਣ ਨਹੀਂ ਕੀਤਾ ਜਾਂਦਾ ਤਾਂ ਮੌਕੇ ਤੇ ਟਿਕਟ ਜਾਰੀ ਕੀਤੀ ਜਾਏਗੀ। ਅੱਗੇ ਸਿਟੀ ਇੰਸਪੈਕਟਰਸ ਨੂੰ ਹੀ ਇਹ ਰਾਈਟ ਸੀਗਾ ਟਿਕਟ ਇਸ਼ੂ ਕਰਨ ਦਾ, ਟਿਕਟ ਜੁਰਮਾਨਾ ਦੇਣਾ ਹੁੰਦਾ ਜੀ, ਜੁਰਮਾਨਾ ਤੁਹਾਨੂੰ ਇਸ਼ੂ ਕਰਨਾ ਹੁੰਦਾ, ਪਰ ਇਹ ਨਵੀਆਂ ਹੁਣ ਹਦਾਇਤਾਂ ਗਈਆਂ ਨੇ, ਨਵੇਂ ਰਾਈਟਸ ਦਿੱਤੇ ਗਏ ਨੇ। ਪੁਲਿਸ ਵਾਲੇ ਵੀ ਇਸੇ ਮਾਮਲੇ ਦੇ ਵਿੱਚ ਤੁਹਾਨੂੰ ਟਿਕਟ ਇਸ਼ੂ ਕਰ ਸਕਦੇ, ਜਿਹੜੀ ਕਿ ਬੜੀ ਵੱਡੀ ਗੱਲ ਆ ਔਰ ਚੰਗੀ ਗੱਲ ਹੈਗੀ, ਹੋਣੀ ਚਾਹੀਦੀ ਹੈ ਜੀ। ਹਾਲਾਂਕਿ ਸਰ ਇੱਕ ਪਾਸੇ ਮਿਸਟਰ ਫੋਰਡ ਦੁਹਾਈ ਦੇ ਰਹੇ ਨੇ, ਲੋਕਾਂ ਨੂੰ ਕਹਿ ਰਹੇ ਨੇ ਕਿ ਜਿੰਨਾ ਹੋ ਸਕੇ ਘਰਾਂ ਦੇ ਵਿੱਚ ਰਹੋ, ਬਾਹਰ ਨਾ ਨਿਕਲੋ, ਪਰ ਹੁਣ ਜਿਨ੍ਹਾਂ ਨੇ ਕੰਮਾਂ ਕਾਰਾਂ ਤੇ ਜਾਣਾ ਆ, ਅੱਜ ਇੱਕ ਨਿਊਜ਼ ਦੇਖਦੇ ਪਏ ਸੀ ਕਿ ਟੋਰਾਂਟੋ ਦੇ ਵਿੱਚ ਜਿਸ ਤਰੀਕੇ ਨਾਲ ਉੱਥੇ ਪਬਲਿਕ ਟਰਾਂਸਪੋਰਟ ਦੇ ਵਿੱਚ ਇੰਨੀ ਜ਼ਿਆਦਾ ਭੀੜ ਆ, ਪੈਰ ਰੱਖਣ ਲਈ ਵੀ ਉੱਥੇ ਥਾਂ ਨਹੀਂ ਹੈ, ਲੋਕੀ ਖੜੇ ਨੇ, ਹਾਲਾਂਕਿ ਸਭ ਨੇ ਮਾਸਕ ਪਾਏ ਹੋਏ ਨੇ ਪਰ ਇੱਕ ਦੂਜੇ ਦੇ ਵਿੱਚ ਵੱਜਦੇ ਫਿਰੇ ਨੇ, ਇੰਨੀ ਕੁ ਜ਼ਿਆਦਾ ਉੱਥੇ ਭੀੜ ਹੈਗੀ ਆ। ਸੋ ਅਜਿਹੀਆਂ ਬੱਸਾਂ ਦੇ ਵਿੱਚ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕੋਵਿਡ ਨਾ ਫੈਲੇ? ਉਹੀ ਜਿਹੜੇ ਉੱਥੇ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਨੇ ਉਹ ਕਹਿੰਦੇ ਨੇ ਜਿਹੜੇ ਪੀਕ ਆਵਰਸ ਦੇ ਕਮ ਸੇ ਕਮ ਉਸ ਦੌਰਾਨ ਤੁਹਾਨੂੰ ਟ੍ਰਾਂਜ਼ਿਟ ਦੀ ਜਿਹੜੀ ਆ ਗਿਣਤੀ ਵਧਾਉਣੀ ਚਾਹੀਦੀ ਹੈ ਬੱਸਾਂ ਦੀ, ਉਹ ਵਾਲੇ ਰੂਟਸ ਦੇ ਉੱਤੇ ਜਿਹੜੇ ਬਹੁਤ ਜ਼ਿਆਦਾ ਬਿਜ਼ੀ ਨੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਰੋਨਾ ਵਾਇਰਸ ਦੀਆਂ ਹਦਾਇਤਾਂ ਦਾ ਪਾਲਣ ਕਰੋ, ਦੂਜੇ ਪਾਸੇ ਜਿਨ੍ਹਾਂ ਨੇ ਕੰਮਾਂ ਕਾਰਾਂ ਤੇ ਜਾਣਾ ਆ ਉਹ ਕਿਸ ਤਰੀਕੇ ਨਾਲ ਜਾਣ? ਸਹੀ ਗੱਲ ਹੈ ਤਰਨ, ਇਹ ਵੀ ਇੱਕ ਕਾਰਨ ਬਣ ਰਿਹਾ ਕਿ ਜਿਹੜੇ ਸਾਡੇ ਕੇਸਿਸ ਵੱਧ ਰਹੇ ਨੇ, ਕਿਉਂਕਿ ਬਹੁਤੇ ਲੋਕ ਮਾਸਕ ਪਹਿਨ ਰਹੇ ਨੇ ਬੱਸਿਸ ਦੇ ਵਿੱਚ, ਜਿਹੜੇ ਜਾਂ TTC ਦੀਆਂ ਜਿਹੜੇ ਸਟਰੀਟ ਕਾਰਸ ਨੇ ਜਿਹੜੇ ਉਹਨਾਂ ਸਫ਼ਰ ਕਰ ਰਹੇ ਨੇ, ਪਰ ਅਜੇ ਵੀ ਕੁਝ ਲੋਕ ਹੈਗੇ ਨੇ ਜਿਹੜੇ ਮਾਸਕ ਨਹੀਂ ਪਾ ਰਹੇ, ਔਰ ਪਤਾ ਨਹੀਂ ਉਹ ਕਿਉਂ ਨਹੀਂ ਪਾ ਰਹੇ। ਮੈਡੀਕਲੀ ਕਿਸੇ ਨੂੰ ਪ੍ਰੋਬਲਮ ਹੋ ਸਕਦੀ ਹੈ, ਆਈ ਐਗਰੀ, ਪਰ ਜੇ ਮੈਡੀਕਲੀ ਪ੍ਰੋਬਲਮ ਹੈਗੀ ਆ ਤਾਂ ਤੁਹਾਡੇ ਹੱਕ ਹੈਗੇ ਆ, ਪਰ ਤੁਹਾਡੀ ਡਿਊਟੀ ਵੀ ਹੈਗੀ ਆ, ਤੁਹਾਡਾ ਦੂਸਰੇ ਦਾ ਵੀ ਹੱਕ ਹੈਗਾ ਜਿਹਦੇ ਉੱਤੇ ਤੁਹਾਡਾ ਸਾਹ ਜਾ ਰਿਹਾ ਹੈਗਾ। ਸੋ ਤੁਸੀਂ ਆਪਦਾ ਕੋਈ, ਹਾਲਾਂਕਿ ਬੱਸਿਸ ਦੇ ਵਿੱਚ ਸਰ ਬਿਨਾਂ ਮਾਸਕ ਦੇ ਤੁਹਾਨੂੰ ਚੜ੍ਹਨ ਹੀ ਨਹੀਂ ਦਿੰਦੇ, ਜਦੋਂ ਵੀ ਤੁਸੀਂ ਐਂਟਰ ਕਰਦੇ ਹੋ ਤੁਹਾਨੂੰ ਪਹਿਲਾਂ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਮਾਸਕ ਤੁਹਾਡਾ ਕਿੱਥੇ, ਮਾਸਕ ਬਿਨਾਂ ਅਲਾਓ ਨਹੀਂ ਕਰਦੇ ਤੁਹਾਨੂੰ ਟਰੈਵਲ ਕਰਨਾ। ਇਨਫੈਕਟ ਬਹੁਤੀ ਵਾਰੀ ਤਾਂ ਪੈਸੇਂਜਰਸ ਵੀ ਆਪਸ ਵਿੱਚ ਵੀ ਲੜ ਪੈਂਦੇ ਜੇ ਕਿਸੇ ਦਾ ਨੋਜ਼ ਦੇ ਨੀਚੇ ਹੋਵੇ ਕਿ ਤੁਹਾਡਾ ਨੋਜ਼ ਦੇ ਨੀਚੇ ਨਹੀਂ ਹੈਗਾ, ਤੁਸੀਂ ਏਦਾਂ ਨਹੀਂ ਪਾ ਸਕਦੇ ਹੈਗੇ ਮਾਸਕ। ਕਈ ਐਵੇਂ ਦੀਆਂ ਖਬਰਾਂ ਵੀ ਆਈਆਂ ਨੇ ਕਿ ਆਪਸ ਵਿੱਚ ਵੀ ਲੜ ਪਏ ਨੇ ਮਾਸਕ ਦੇ ਪਿੱਛੇ। ਯੈਸ ਯੂ ਆਰ ਰਾਈਟ, ਜਿਹੜੀ ਗੱਲ ਕਰ ਰਹੇ ਹੋ ਆਪਣੀ ਬਰੈਂਪਟਨ ਮਿਸਿਸਾਗਾ ਦੀ ਗੱਲ ਕਰ ਰਹੇ ਹੋ, ਇੱਥੇ ਇਹ ਗੱਲਾਂ ਹੈਗੀਆਂ ਨੇ, ਪਰ ਟੋਰਾਂਟੋ ਦੇ ਵਿੱਚ ਕਿਉਂਕਿ ਟੋਰਾਂਟੋ ਇਜ਼ ਟੂ ਬਿਗ, ਬਹੁਤ ਲੋਕ ਉੱਥੇ ਸਫ਼ਰ ਕਰਦੇ ਨੇ, ਜਿਵੇਂ ਤੁਸੀਂ ਭਰੀਆਂ ਜਾਂਦੀਆਂ ਨੇ, ਉਹ ਚੋਂ ਕਈਆਂ ਦੇ ਨਾਲ ਕਈ ਲੋਕ ਝਗੜਾ ਕਰਨ ਵਾਲੇ ਨਹੀਂ ਹੁੰਦੇ, ਪਰ ਜਿਹੜੇ ਲੋਕ ਚੜ੍ਹਦੇ ਨੇ ਉਹ ਜੇ ਉਹਨਾਂ ਦਾ ਕੋਈ ਹੱਕ ਹੈਗਾ ਤਾਂ ਜਿਹੜੇ ਵਿੱਚ ਬਾਕੀ 50 ਬੰਦੇ ਖੜੇ ਨੇ ਉਹਨਾਂ ਦਾ ਵੀ ਕੋਈ ਹੱਕ ਹੈਗਾ। ਤੁਹਾਨੂੰ ਕੋਈ ਆਲਟਰਨੇਟਿਵ ਦਾ ਸੋਚਣਾ ਚਾਹੀਦਾ ਕਿ ਅਵੋਇਡ ਕਰਨਾ ਚਾਹੀਦਾ। ਜੇ ਕਿਸੇ ਨੂੰ ਕੋਈ ਪ੍ਰੋਬਲਮ ਵੀ ਹੈਗੀ ਹੈ ਤਾਂ ਦੈਟਸ ਓਕੇ, ਮੈਡੀਕਲੀ ਤੁਹਾਨੂੰ ਨਹੀਂ ਪਾ ਸਕਦੇ ਤਾਂ ਯੂ ਸ਼ੁੱਡ ਡੂ ਸਮਥਿੰਗ ਐਲਸ, ਆਪਦਾ ਹੋਰ ਕੋਈ ਢੰਗ ਲੱਭੋ ਕੰਮ ਤੇ ਜਾਣ ਵਾਸਤੇ। ਜਦੋਂ ਫਸਟ ਵੇਵ ਆਈ ਸੀ ਉਦੋਂ ਵੀ ਇਹਨਾਂ ਨੇ ਇਹੀ ਕੀਤਾ ਸੀ ਕਿ ਇੱਕ ਲਿਮਿਟ ਪੂਰੀ ਕਰ ਦਿੱਤੀ ਗਈ ਸੀ, ਬੱਸਿਸ ਦੇ ਉੱਤੇ ਵੀ ਮਾਸਕ ਲਗਾ ਦਿੱਤੇ ਗਏ ਸੀ ਕਿ ਆਹ ਮਾਰਕ ਲਗਾਇਆ ਤਾਂ ਇੱਥੇ ਤੁਸੀਂ ਬੈਠ ਨਹੀਂ ਸਕਦੇ ਹੈਗੇ, ਡਿਸਟੈਂਸ ਮੇਨਟੇਨ ਕੀਤਾ ਗਿਆ ਸੀ। ਉਸ ਟਾਈਮ ਵੀ ਕਿਸੇ ਤਰੀਕੇ ਨਾਲ ਇਹਨਾਂ ਨੇ ਪੂਰਾ ਕੀਤਾ ਹੀ ਸੀਗਾ। ਸੋ ਹੁਣ ਜਿਵੇਂ ਸੈਕਿੰਡ ਵੇਵ ਜ਼ਿਆਦਾ ਖਤਰਨਾਕ ਆ,
ਬੱਸਿਸ ਦਾ ਰੂਟ ਕਿਉਂ ਨਹੀਂ ਵਧਾ ਦਿੱਤਾ ਜਾਂਦਾ ਕਿ ਬੱਸਿਸ ਦਾ ਰੂਟ ਵਧਾ ਦਿੱਤਾ ਜਾਵੇ ਤਾਂ ਕਿ ਡਿਸਟੈਂਸ ਮੇਨਟੇਨ ਕੀਤਾ ਜਾ ਸਕੇ। ਇੱਕ ਪਾਸੇ ਅਸੀਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰ ਰਹੇ ਹਾਂ, ਟ੍ਰਾਂਜ਼ਿਟ ਦੇ ਵਿੱਚ ਜਿਸ ਤਰੀਕੇ ਨਾਲ ਭੀੜਾਂ ਪੈ ਰਹੀਆਂ ਨੇ ਉਹ ਤਾਂ ਫਿਰ ਟੋਰਾਂਟੋ ਨੇ ਤਾਂ ਆਪ ਹੀ ਇਹਨੇ ਕੇਸਿਸ ਵਧਣੇ ਆ। ਤਰਨ ਪ੍ਰੋਬਲਮ ਇਹ ਹੈ ਕਿ ਜਿਹੜੀ ਸਿਟੀ ਹੈਗੀ ਆ ਉਹਦੇ ਕੋਲ ਲਿਮਿਟਿਡ ਸੋਰਸਸ ਨੇ। ਕਿੰਨੀਆਂ ਕੁ ਹੋਰ ਬੱਸਾਂ ਲਾਈਆਂ ਜਾ ਸਕਦੀਆਂ, ਕਿੰਨੇ ਕੁ ਬੰਦੇ ਹੋਰ ਹਾਇਰ ਕੀਤੇ ਜਾ ਸਕਦੇ। ਜੇ ਹੋਰ ਬੱਸਾਂ ਲਾਉਣਗੇ ਵੀ ਉਹ ਕਿਸੇ ਹੋਰ ਏਰੀਆ ਦੇ ਵਿੱਚ ਸਰਵ ਜਿਹੜੀਆਂ ਕਰ ਰਹੀਆਂ ਉੱਥੋਂ ਕੱਢ ਕੇ ਲੱਗਣਗੀਆਂ, ਕਿਉਂਕਿ ਹੈ ਤਾਂ ਉਨੀਆਂ ਹੀ ਆ। ਐਂ ਤਾਂ ਹੈ ਨਹੀਂ ਓਵਰਨਾਈਟ ਨਵੀਆਂ ਬੱਸਾਂ ਆ ਜਾਣਗੀਆਂ, ਓਵਰਨਾਈਟ ਨਵੀਆਂ ਕਾਰਾਂ ਜਿਹੜੀਆਂ ਸਟਰੀਟ ਕਾਰਸ ਨੇ ਉਹ ਆਰਡਰ ਹੋ ਜਾਣਗੀਆਂ। ਇਟਸ ਨਾਟ ਪੋਸੀਬਲ। ਸੋ ਜਿਹੜੇ ਸੋਰਸਸ ਆ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸੇ ਕਰਕੇ ਹਾਲਾਤ ਹੋਏ ਨੇ। ਨਹੀਂ ਤਾਂ ਵੈਸੇ ਜਿਹੜੀ ਆਪਣੀ ਇੱਥੇ ਸਰਵਿਸ ਹੈਗੀ ਆ ਸੈਕਿੰਡਸ ਦੇ ਵਿੱਚ ਕਾਊਂਟ ਹੁੰਦੀ ਹੈ। ਇਹ ਉਹ ਨਹੀਂ ਹੈ ਵੀ 5 ਮਿੰਟਾਂ 10 ਮਿੰਟਾਂ ਜਿਹੜੀ ਰਸ਼ ਆਵਰ ਦੇ ਵਿੱਚ ਜਿਹੜੀ ਸਰਵਿਸ ਹੈਗੀ ਉਹ ਸੈਕਿੰਡਸ 60 ਸੈਕਿੰਡ 70 ਸੈਕਿੰਡ ਸਮਥਿੰਗ ਲਾਈਕ ਦੈਟ ਇਸ ਹਿਸਾਬ ਦੇ ਵਿੱਚ ਕਾਊਂਟ ਕਰਦੇ ਆ। ਉਨੀ ਤੇ ਉਹ ਸਰਵਿਸ ਤੁਰੀ ਆ ਰਹੀ ਹੈ ਔਰ ਤੇ ਹੋਰ ਕਿੰਨਾ ਕੁ ਬੋਝ ਪਾਇਆ ਜਾ ਸਕਦਾ ਉਹ ਸਿਸਟਮ ਦੇ ਉੱਤੇ। ਇਟਸ ਨਾਟ ਈਜ਼ੀ ਈਦਰ। ਬਾਕੀ ਟ੍ਰੈਫਿਕ ਵੀ ਜੈਮ ਹੋਣ ਲੱਗ ਜਾਂਦਾ। ਜਿਹੜੀਆਂ ਸਟਰੀਟ ਕਾਰਸ ਨੇ ਉਹਨਾਂ ਦਾ ਵੀ ਬਹੁਤ ਮੁਸ਼ਕਿਲ ਹੈ ਕਿ ਕਿੰਨੀਆਂ ਕਿ ਇੱਕ ਦੂਜੇ ਦੇ ਪਿੱਛੇ ਲਾਈਆਂ ਜਾ ਸਕਦੀਆਂ। ਸੋ ਸੋਰਸਿਸ ਆਰ ਨਾਟ ਇਨਫ। ਯੈਸ ਯੂ ਆਰ ਰਾਈਟ ਕਿ ਇਸ ਗੱਲ ਦਾ ਇਹ ਵੀ ਕਾਰਨਾਂ ਚੋਂ ਕਾਰਨ ਹੈਗਾ ਜਿਹਦੇ ਕਰਕੇ ਜਿਹੜਾ COVID-19 ਵੱਧ ਰਿਹਾ ਹੈਗਾ ਜੀ। ਬਿਲਕੁਲ ਜੀ, ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਬ੍ਰੈਂਪਟਨ ਤੋਂ ਬੋਲ ਰਿਹਾ। ਮੈਂ ਬੱਸ ਡਰਾਈਵਰ ਹਾਂ ਜੀ ਸਰ। ਮੈਂ ਇਹਦੇ ਬਾਰੇ ਤੁਹਾਨੂੰ ਅਪਡੇਟ ਥੋੜੀ ਹੋਰ ਕਰ ਦਿੰਦਾ। ਦੈਟਸ ਗ੍ਰੇਟ, ਸੋ ਨਾਈਸ ਆਫ ਯੂ, ਥੈਂਕਸ ਫॉर ਕਾਲਿੰਗ ਜੀ। ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਪ੍ਰੋਗਰਾਮ ਜੀ ਸਰ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਤਾਂ ਇਹੀ ਕਹਿਣਾ ਸੀਗਾ ਵੀ ਜਿਵੇਂ ਭਾਜੀ ਉਹਨੇ ਦੱਸ ਰਹੇ ਨੇ ਵੀ ਘੱਟ ਬਹੁਤ ਹੋ ਜਾਂਦਾ ਬੱਸਾਂ 'ਚ, ਵਾਕਈ ਹੋ ਜਾਂਦਾ। ਮੈਂ ਵੀ ਬੱਸ ਡਰਾਈਵਰ ਹਾਂ ਤੇ ਜੇ ਅਸੀਂ ਫਿਰ ਕੀ ਹੁੰਦਾ, ਕਈ ਅੱਜ ਕੱਲ੍ਹ ਲੋਕੀ ਫੈਕਟਰੀਆਂ ਫੁਕਟਰੀਆਂ ਜਦੋਂ ਨਿਕਲਦੇ ਸੀ ਉਹ 20-30 ਬੰਦੇ ਇੱਕ ਸਟਾਪ ਤੇ ਖੜੇ ਹੁੰਦੇ ਤਾਂ ਫਿਰ ਜਦੋਂ ਅਸੀਂ ਭਰ ਕੇ ਤੁਰਦੇ ਹਾਂ ਬੱਸ ਫੁੱਲ ਹੋ ਜਾਂਦੀ ਹੈ ਤਾਂ ਅਗਲੀ ਜਾਂ ਲੋਕੀ ਗਾਲਾਂ ਕੱਢਦੇ ਨੇ ਜਾਂ ਭੱਜ ਕੇ ਮਗਰ ਆਉਂਦੇ ਨੇ, ਕੋਈ ਲਾਉਣਾ ਹੁੰਦਾ ਫਿਰ ਬੜੀ ਮੁਸ਼ਕਲ ਪੇਸ਼ ਹੁੰਦੀ ਹੈ। ਲੋਕੀ ਆਪਣੇ ਆਪ ਨਹੀਂ ਸਮਝਦੇ ਹੈਗੇ। ਕੁਛ ਇਹ ਆ ਜੀ, ਮੌਸਮ ਵੀ ਐਵੇਂ ਦਾ ਹੋ ਰਿਹਾ। ਮੈਂ ਇਹੀ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਕਿ ਜਿਸ ਤਰੀਕੇ ਨਾਲ ਫਰਸਟ ਵੇਵ ਵੇਲੇ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਸ ਟਾਈਮ ਇੱਕ ਬੱਸ ਤੋਂ ਬਾਅਦ 5 ਮਿੰਟ ਬਾਅਦ ਹੀ ਦੂਸਰੀ ਬੱਸ ਜਿਹੜੀ ਆ ਉਹਦਾ ਸਕੈਜੂਲ ਹੁੰਦਾ ਸੀ। ਜਿਸ ਤਰੀਕੇ ਨਾਲ ਕਰਦੇ ਹਾਂ ਤਾਂ ਟ੍ਰਾਂਜ਼ਿਟ ਦੇ ਉੱਤੇ ਕਿੰਨਾ ਕੁ ਅਸਰ ਪਏਗਾ ਜਾਂ ਡਰਾਈਵਰਸ ਦੇ ਸਕੈਜੂਲ ਦੇ ਉੱਤੇ ਕਿੰਨਾ ਕੁ ਅਸਰ ਪਏਗਾ, ਕਿੰਨਾ ਤੁਹਾਡੇ ਤੇ ਲੋਡ ਪਏਗਾ? ਦੇਖੋ, ਗੱਲ ਕੀ ਜਦੋਂ ਉਦੋਂ ਕੀਤਾ ਸੀ ਨਾ ਇਹਨਾਂ ਨੇ ਚੰਗਾ ਕੀਤਾ ਸੀ ਡਰਾਈਵਰਾਂ ਨੂੰ ਥੋੜਾ ਸੇਫ ਰੱਖਣ ਵਾਸਤੇ। ਮੂਹਰੇ ਐਂਟਰੀ ਬੰਦ ਕਰਦੀ ਸੀ, ਪਿੱਛੋਂ ਡੋਰ ਖੋਲਿਆ ਸੀ, ਪਿੱਛੋਂ ਚੜ੍ਹਦੇ ਸੀ, ਪਿੱਛੇ ਹੀ ਉਤਰਦੇ ਸੀ ਤੇ ਮੂਹਰੇ ਨਹੀਂ ਸੀ ਕੋਈ ਆ ਸਕਦਾ। ਤੇ ਅਦਰ ਹੈਂਡ ਸਾਰਾ ਫ੍ਰੀ ਸੀਗਾ। ਪਰ ਹੁਣ ਜਿੰਨਾ ਚਿਰ ਕਿੰਨਾ ਚਿਰ ਫ੍ਰੀ ਰੱਖਦੇ ਤੇ ਇਹਨਾਂ ਨੂੰ ਗਵਰਨਮੈਂਟ ਨੂੰ ਵੀ ਘਾਟਾ ਪੈਂਦਾ, ਆਪਣੀ ਸਿਟੀ ਆਫ ਬ੍ਰੈਂਪਟਨ ਨੂੰ। ਉਹਦੇ ਕਰਕੇ ਫਿਰ ਤਕਲੀਫ ਹੁੰਦੀ ਹੈ। ਉਦੋਂ ਠੀਕ ਡਰਾਈਵਰਾਂ ਲਈ ਉਹ ਠੀਕ ਸੀਗੀ ਗੱਲ। ਪਰ ਹੁਣ ਅਦਰ ਹੈਂਡ ਸੇਮ ਥਿੰਗ ਭੈਣ ਜੀ, 15 ਬੰਦੇ 20 ਬੰਦੇ ਚੜਾਉਣੇ ਆ। ਜੇ ਜ਼ਿਆਦਾ ਚੜਾਉਣੇ ਆ ਤਾਂ ਟੋਟਲ ਪੈਸੇ ਜਿਹੜੀਆਂ ਰੈਗੂਲਰ ਬੱਸਾਂ ਨੇ ਉਹ ਇੱਕ 33-34 ਹੈਗੀ ਸੀਟਾਂ। ਤੇ ਹੁਣ ਜੇ ਆਪਾਂ ਥੋੜੀ ਜੇਕਰ ਰੂਟਸ ਵਧਾ ਦਿੱਤੇ ਜਾਣ, ਜਿਵੇਂ ਇੱਕ ਰੂਟ ਦੇ ਉੱਤੇ ਸਪੋਜ਼ ਕਿ ਇੱਕ ਬੱਸ ਜਿਹੜੀ ਆ 10 ਵਾਰ ਜਾਂਦੀ ਹੈ ਤਾਂ ਉਹੀ ਜੇ ਰੂਟਸ ਵਧਾ ਕੇ 15 ਕਰ ਦਿੱਤੇ ਜਾਣ, ਕਿ ਇਹਦਾ ਕੋਈ ਅਸਰ ਪਊਗਾ ਜਾਂ ਡਰਾਈਵਰਸ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਪਊਗਾ? ਇਹ ਡਰਾਈਵਰ ਤਾਂ ਨਹੀਂ, ਉਹਨਾਂ ਨੂੰ ਬੱਸਾਂ 'ਚ ਵਧਾਉਂਦੇ ਆ ਜਿੰਨੀਆਂ ਕੁ ਮਤਲਬ ਹੈਗੀ ਨੇ। ਵੈਸੇ ਤਾਂ ਉਦੋਂ 5-5 ਮਿੰਟ 7-7 ਮਿੰਟ ਬਾਅਦ ਚੱਲਦੀ ਸੀ ਬਿਲਕੁਲ। ਤੇ ਫਿਰ ਡਰਾਈਵਰ ਤੇ ਦਾ ਕੀ ਅਸਰ ਹੋਣਾ, ਕਿਉਂਕਿ ਇੰਨੀਆਂ ਬੱਸਾਂ ਹੋਰ ਹੈ ਨਹੀਂ ਜਿਵੇਂ ਭਾਈ ਸਾਹਿਬ ਦੱਸਦੇ ਨੇ। ਇੱਕ ਮੇਰਾ ਤੁਹਾਨੂੰ ਸਵਾਲ ਹੋਰ ਥੋੜਾ ਜਿਹਾ ਹੈਗਾ ਆ, ਮਤਲਬ ਇੱਕ ਮੁਸ਼ਕਲ। ਦੂਸਰੀ ਗੱਲ ਹੈ, ਜੇ ਮੈਂ ਐਜ਼ ਏ ਡਰਾਈਵਰ ਲੋਕਾਂ ਨੂੰ ਕਹਿਣਾ ਬੱਸ ਕਰੋ ਨਾ ਚੜੋ ਭਾਈ, ਉਹ ਡਰਾਈਵਰ ਨੂੰ ਬੋਲਣ ਲੱਗ ਪੈਂਦੇ ਅਸੀਂ ਜਾਣਾ, ਅਸੀਂ ਘੰਟੇ ਤੇ ਖੜੇ ਹਾਂ, ਅਸੀਂ ਇੱਥੇ ਇਹ ਹੋ ਗਿਆ ਉਹ ਹੋ ਗਿਆ। ਨਾ ਹੀ ਡਰਾਈਵਰ ਵੀ ਨਹੀਂ ਕੁਝ ਕਰ ਸਕਦਾ, ਫਿਰ ਜੇ ਤਾਂ ਉਹ ਕਿਹਦੇ ਨਾਲ ਲੜਾਈ ਕਰੂਗਾ। ਦੈਟਸ ਰਾਈਟ। ਮੈਂ ਇਹੀ ਮੇਰਾ ਐਕਚੁਅਲੀ ਕੁਐਸਚਨ ਸੀਗਾ ਕਿ ਕੀ ਤੁਸੀਂ ਮੈਂਡੇਟਰੀ ਕਰ ਸਕਦੇ ਹੋ ਜੇ ਇਨ ਕੇਸ ਕਿਸੇ ਨੇ ਮਾਸਕ ਨਹੀਂ ਪਾਇਆ ਹੋਇਆ ਤੇ ਤੁਸੀਂ ਉਹਨੂੰ ਕਹਿ ਸਕਦੇ ਮਾਸਕ ਪਾ ਜਾਂ ਥੱਲੇ ਉਤਰ ਜਾ। ਮੇਰੇ ਕੋਲ ਥੱਲੇ ਉਤਰਨ ਬਾਰੇ ਤਾਂ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਨਹੀਂ? ਹਾਂਜੀ, ਅਸੀਂ ਪੋਲਾਈਟਲੀ ਕਹਿ ਸਕਦੇ ਹਾਂ, ਅਸੀਂ ਫੋਰਸ ਨਹੀਂ ਕਰ ਸਕਦੇ। ਪੋਲਾਈਟਲੀ ਸਾਨੂੰ ਹੁਕਮ ਹੈ ਵੀ ਕਹਿ ਦੋ ਭਾਈ, ਜੇ ਉਹ ਨਹੀਂ ਮੰਨਦਾ ਤਾਂ ਫਿਰ ਤੁਸੀਂ, ਕਿਉਂਕਿ ਜੇ ਅਸੀਂ ਥੋੜਾ ਜਿਹਾ ਹਾਰਡਸ਼ਿਪ ਦਿਖਾਵਾਂਗੇ, ਉਹ ਗੁੱਸਾ ਕਰੂਗਾ, ਉਹ ਮੈਨੂੰ 4 ਗਾਲਾਂ ਕੱਢੂ, ਮੈਂ ਕੁਝ ਮੂਹਰੇ ਬੋਲ ਦੂੰਗਾ ਤੇ ਉਹ ਸਾਡਾ ਟਾਈਮ ਰਿਵਿਊ ਹੁੰਦਾ। ਅਸੀਂ ਤਾਂ ਬਸ ਰਿਲੈਕਸ ਹੋ ਕੇ ਚਲਾਉਣੀ ਹੈ, ਕਿ ਸਾਰਾ ਸਿਸਟਮ ਦੇਖਣਾ, ਚੜਾਉਣੇ ਆ, ਲਾਉਣੇ ਆ, ਟ੍ਰੈਫਿਕ ਦੇਖਣੀ ਆ, ਸਿਗਨਲ ਦੇਖਣੇ ਨੇ। ਸੋ ਉਹ ਚੀਜ਼ਾਂ ਕਰਕੇ ਸਾਨੂੰ ਇਹ ਕਹਿੰਦੇ ਨੇ ਵੀ ਤੁਸੀਂ ਏਦਾਂ ਨਾ ਕਰੋ। ਸਿਰਫ ਤੁਸੀਂ ਪੋਲਾਈਟਲੀ ਕਹੋ ਭਾਈ ਮਾਸਕ ਪਹਿਲਾਂ, ਜੇ ਨਹੀਂ ਹੈਗਾ ਤਾਂ ਮਾਸਕ ਸਾਡੇ ਕੋਲ ਪਹਿਲਾਂ, ਹੁਣ ਲੇਟਲੀ ਤਾਂ ਨਹੀਂ ਹੁੰਦੇ, ਪਹਿਲਾਂ ਰੱਖਦੇ ਸੀ ਥੋੜੇ ਬਹੁਤ ਵਿੱਚ ਰੱਖੋ, ਕਿਸੇ ਨੂੰ ਜ਼ਰੂਰੀ ਲੋੜ ਪਈ ਤਾਂ ਦੇ ਲਓ, ਕੋਈ ਮੰਗਦਾ ਤਾਂ। ਪਰ ਲੋਕੀ ਕਈ ਜਿਹੜੇ ਜੀਡੀ ਨੇ ਤਾਂ ਮੈਂ ਨਹੀਂ ਪਾਉਂਦਾ। ਹਾਂਜੀ, ਠੀਕ ਹੈ ਜੀ, ਠੀਕ ਹੈ ਨਾ, ਇਹਨਾਂ ਨੂੰ ਕੁਝ ਨਹੀਂ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲ ਕਰਨ ਲਈ। ਥੈਂਕਸ ਫॉर ਕਾਲਿੰਗ, ਸੋ ਨਾਈਸ ਆਫ ਯੂ। ਥੈਂਕ ਯੂ ਜੀ। ਉਹੀ ਗੱਲ ਆ ਤਰਨ ਵੀ ਜਿਵੇਂ ਇਹਨਾਂ ਨੇ ਦੱਸਿਆ, ਜਿਹੜਾ ਸਿਸਟਮ ਹੈ ਨਾ ਉਹ ਸਰਟਨ ਬੋਝ ਚੱਲ ਸਕਦਾ,
ਉਸ ਤੋਂ ਅੱਗੇ ਉਹਦੀ ਲਿਮਟ ਹੈ ਨਹੀਂ ਗੀ, ਸਪਲਾਈ ਹੈ ਨਹੀਂ ਗੀ ਇੰਨੀ ਜ਼ਿਆਦਾ, ਕਿੱਥੇ ਲੈ ਜਾਵੇ। ਇਹ ਹੁਣ ਜਿਹੜੇ ਅਸੀਂ ਆਮ ਲੋਕ ਹੈਗੇ ਆ, ਜਿਹੜੇ ਅਸੀਂ ਉਹ ਸਿਸਟਮ ਨੂੰ ਵਰਤ ਰਹੇ ਆ, ਇਹ ਸਾਨੂੰ ਵੀ ਚਾਹੀਦਾ, ਇਹ ਸਾਡੇ ਤੇ ਵੀ ਡਿਪੈਂਡੈਂਟ ਹੈ ਕਿ ਠੀਕ ਹੈ ਸੋਰਸਿਸ ਘੱਟ ਹੈਗੇ ਨੇ, ਸਭ ਨੇ ਜਾਣਾ ਹੀ ਹੈਗਾ, ਘੱਟੋ ਘੱਟ ਮਾਸਕ ਤਾਂ ਪਾ ਲਓ ਨਾ ਤੁਸੀਂ, ਇਹਨੂੰ ਪਾਓ, ਕਿਉਂਕਿ ਠੀਕ ਹੈ these are the new, this is a new study ਕਿ it is 92% effective ਜੇ ਹਰ ਕੋਈ ਬੰਦਾ ਮਾਸਕ ਪਾਉਂਦਾ। ਸੋ ਜੇ ਇਹੀ ਗੱਲ ਕਰ ਲਈ ਜਾਵੇ, ਇਹੀ ਬੜੀ ਵੱਡੀ ਗੱਲ ਹੈ। ਸਰ ਸਭ ਤੋਂ ਮੁਸ਼ਕਿਲ ਤਾਂ ਇਸ ਵਕਤ ਡਰਾਈਵਰਸ ਨੂੰ ਹੋਣੀ ਹੈ, ਕਿਉਂਕਿ ਨਾ ਤਾਂ ਉਹ ਕਿਸੇ ਨੂੰ ਕੁਝ ਕਹਿ ਸਕਦੇ ਆ ਉਤੋਂ ਦੀ, ਜਦੋਂ ਲੋਕੀ ਆ ਕੇ ਭੜਕਦੇ ਆ, ਕਿਉਂਕਿ ਜਿਹੜਾ ਆਫਕੋਰਸ ਆ ਜਿਨ੍ਹਾਂ ਨੇ ਖੜੇ ਨੇ, ਕਿਸੇ ਨੇ ਕੰਮਾਂ ਤੇ ਵੀ ਜਾਣਾ, ਕਿਸੇ ਨੇ ਘਰਾਂ ਨੂੰ ਵੀ ਵਾਪਸ ਜਾਣਾ, ਕੰਮਾਂ ਤੇ ਜਾਣਾ ਤਾਂ ਲੇਟ ਹੋ ਰਹੇ ਨੇ, ਉਹਨਾਂ ਨੇ ਵੀ ਜ਼ਬਰਦਸਤੀ ਚੜਨ ਦੀ ਕੋਸ਼ਿਸ਼ ਕਰਨੀ ਆ। ਸੋ ਇਹ 'ਚ ਸਭ ਤੋਂ ਔਖਾ ਹੈ ਕਿ ਡਰਾਈਵਰ ਨੇ ਜਿਹੜਾ ਇਸ ਵਕਤ ਪੂਰੀ ਇੱਕ ਸਿਚੁਏਸ਼ਨ ਨੂੰ ਫੇਸ ਕਰ ਰਿਹਾ, ਉਹਦੇ ਲਈ ਸਭ ਤੋਂ ਔਖਾ ਹੁੰਦਾ। ਕਈ ਵਾਰੀ ਲੋਕ ਬੜੇ ਅਬਿਊਸਿਵ ਨੇ ਜੀ। ਮੇਰਾ ਬ੍ਰਦਰ ਜੀ ਮਿਸਿਸਾਗਾ ਦੇ ਵਿੱਚ ਸੁਪਰਵਾਈਜ਼ਰ ਹੈ, ਮਿਸਿਸਾਗਾ ਟ੍ਰਾਂਜ਼ਿਟ ਦੇ ਵਿੱਚ, ਉਹ ਦੱਸਦਾ ਹੁੰਦਾ ਕਈ ਲੋਕ ਐਸੇ ਅਬਿਊਸਿਵ ਨੇ, ਥੁੱਕ ਜਾਣਗੇ, ਕੀ ਕਰੋਗੇ, ਤੁਹਾਨੂੰ ਗਾਲਾਂ ਕੱਢ ਜਾਣਗੇ, ਕੀ ਕਰੋਗੇ, ਡਰਾਈਵਰ ਕੀ ਕਰੇ, ਡਰਾਈਵਰ ਦੇ ਤਾਂ ਉਹ ਡਰਾਈਵਰ ਨੂੰ ਅਲਾਉਡ ਨਹੀਂ ਹੈ ਕੁਝ ਵੀ ਕਰਨਾ, ਨਾਲੇ ਡਰਾਈਵਰ ਉੱਥੇ ਡਰਾਈਵਰ ਇਜ਼ ਨਾਟ ਪੁਲਿਸ, ਉਹਨੇ ਕੁਛ ਹਰ ਚੀਜ਼ ਹੀ ਇਜ਼ ਨਾਟ ਡੂਇੰਗ ਪੁਲਿਸਿੰਗ, ਉਹ ਤਾਂ ਸਿਰਫ ਹਿਸ ਜੌਬ ਇਜ਼ ਟੂ ਡਰਾਈਵ ਤੇ ਖਿਆਲ ਨਾਲ ਹਰ ਇੱਕ ਨੂੰ ਟਿਕਾਣੇ ਤੇ ਲੈ ਕੇ ਜਾਣਾ, ਬਟ ਸਮਟਾਈਮਸ ਤੁਸੀਂ ਥਿੰਗਸ ਗੋ ਆਊਟ ਆਫ ਹੈਂਡਸ, ਕੀ ਕੀਤਾ ਜਾ ਸਕਦਾ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਵੱਲ ਰੁਖ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਛੇਤੀ ਇਸ ਚੀਜ਼ ਤੇ ਕਾਬੂ ਪਾਇਆ ਜਾਵੇ, ਕਿਉਂਕਿ ਜਿਸ ਤਰੀਕੇ ਨਾਲ ਮੌਸਮ ਵੀ ਅੱਗੇ ਖਰਾਬ ਹੋਣ ਦੀਆਂ ਚੇਤਾਵਨੀਆਂ ਆ ਰਹੀਆਂ ਨੇ, ਤੇ ਅਜਿਹੇ ਵਿੱਚ ਲੋਕਾਂ ਦਾ ਵੀ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਣਾ ਕਿ ਬੱਸ ਦੀ ਵੇਟ ਕਰਨ ਤੇ ਨੈਕਸਟ ਬੱਸ ਦੀ ਵੇਟ ਕਰਨਗੇ ਕਦੋਂ ਆ ਕੇ ਚੜੇਗੀ, ਸੋ ਮੁਸ਼ਕਿਲ ਹੋ ਜਾਣਾ। ਅਗਲੀ ਖਬਰ ਵੱਲ ਰੁਖ ਕਰਦੇ ਹਾਂ ਜੀ। ਹਾਲਾਂਕਿ ਟਰੰਪ ਸਾਹਿਬ ਨੇ ਨਹੀਂ ਮੰਨਿਆ ਹੈਗਾ ਤੇ ਨਾ ਹੀ ਉਹਨਾਂ ਨੇ ਇਜਾਜ਼ਤ ਦਿੱਤੀ ਹੈ ਕਿ ਮਿਸਟਰ ਬਾਈਡਨ ਜਿਹੜੇ ਆ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣ ਸਕਦੇ ਆ, ਸਹੁੰ ਚੁੱਕ ਸਕਦੇ ਆ, ਜਾਂ ਉਹਨਾਂ ਦੀ ਜਿੱਤ ਨੂੰ ਉਹਨਾਂ ਨੇ ਸਵੀਕਾਰ ਕੀਤਾ ਹੋਵੇ। ਟਰੰਪ ਸਾਹਿਬ ਬਣੀ ਅਜਿਹਾ ਕੁਝ ਨਹੀਂ ਹੈ, ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ ਬੀਤੀ ਰਾਤ ਉਹਨਾਂ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਹੈ, ਉਹਨਾਂ ਨਾਲ ਭਾਰਤ ਤੇ ਅਮਰੀਕਾ ਦੇ ਸੰਬੰਧਾਂ ਦੇ ਉੱਤੇ ਚਰਚਾ ਕੀਤੀ ਗਈ ਹੈ। ਕੀ ਕਹਿਣਾ ਚਾਹੋਗੇ ਸਰ? ਕਰਨ ਜਿਹੜੀ ਜਾਰਜੀਆ ਸਟੇਟ ਹੈਗੀ ਆ, ਉਹਦੀ ਕਿਉਂਕਿ ਵੋਟਾਂ ਦੀ ਗਿਣਤੀ ਥੋੜਾ ਫਰਕ ਸੀਗਾ, ਉਹ ਹੱਥ ਨਾਲ ਗਿਣਤੀ ਹੋ ਰਹੀ ਹੈ, ਅਜੇ ਉਹਦਾ ਰਿਜ਼ਲਟ ਆਇਆ ਨਹੀਂ ਹੈ, ਪਰ ਉਹ ਜਿਹੜਾ ਰਿਜ਼ਲਟ ਆਇਆ ਉਹਦੇ 'ਚ ਕੋਈ ਬਦਲਾਵ ਨਹੀਂ ਆਏਗਾ ਜਿਹੜੇ ਹਿਸਾਬ 'ਚ ਕੁਝ ਹੋ ਰਿਹਾ। ਬਾਈਡਨ ਸਾਹਿਬ ਨੂੰ ਜਿਹੜਾ ਫੋਨ ਕਾਲ ਹੁਣ ਗਈ ਹੈ ਮੋਦੀ ਸਾਹਿਬ ਦੀ, ਚਲੋ ਠੀਕ ਹੈ ਗਈ ਹੈ, ਮੋਦੀ ਸਾਹਿਬ ਦੀ ਮਿੱਤਰਤਾ ਇਹ ਕੋਈ ਗੁੱਝੀ ਨਹੀਂ ਹੈ ਟਰੰਪ ਸਾਹਿਬ ਦੇ ਨਾਲ ਸੀਗੀ। ਮੋਦੀ ਸਾਹਿਬ ਨੇ ਟਰੰਪ ਸਾਹਿਬ ਦਾ ਫਾਇਦਾ ਲਿਆ, ਉਹ ਟਰੰਪ ਸਾਹਿਬ ਉੱਥੇ ਗੇੜਾ ਕੱਢਿਆ ਹੈ, ਆਪਦੀ ਬੱਲੇ ਬੱਲੇ ਕਰਵਾਇਆ ਤੇ ਨਾਲ ਹੀ ਮੋਦੀ ਸਾਹਿਬ ਦੀ ਬੱਲੇ ਬੱਲੇ ਹੋ ਗਈ। ਟਰੰਪ ਸਾਹਿਬ ਗੁਆਂਢੀ ਮੁਲਕ ਜਿਹਨੇ ਸੱਦਿਆ ਸੀ ਉੱਥੇ ਇੱਕ ਵਾਰੀ ਵੀ ਨਹੀਂ ਆਏ, ਮੈਂ ਕੈਨੇਡਾ ਦੀ ਗੱਲ ਕਰ ਰਿਹਾ ਜੀ। ਖੈਰ ਇਹਨਾਂ ਦੀ ਦੋਸਤੀ ਸੀਗੀ, ਇਹ ਹੋ ਗਿਆ, ਪਰ ਉਹ ਦੋਸਤੀ ਉਨੀ ਦੇਰ ਸੀ ਜਦ ਤੱਕ ਤਾਕਤ ਸੀਗੀ, ਤਾਕਤ ਚਲੀ ਗਈ ਪਰੇ, ਨਵੀਂ ਕੁਰਸੀ ਤੇ ਆ ਕੇ ਬੈਠ ਗਿਆ, ਹੁਣ ਉਹਦੇ ਨਾਲ ਠੀਕ ਹੈ, ਇਟਸ ਗੁੱਡ ਜੈਸਚਰ, ਚੰਗੀ ਗੱਲ ਆ। ਕੈਨੇਡਾ ਐਂਡ ਯੂਐਸ ਦੇ ਬੋਥ ਨੀਡ ਈਚ ਅਦਰ, ਦੋਨਾਂ ਨੂੰ ਇੱਕ ਦੂਜੇ ਤੱਕ ਲੋੜ ਹੈਗੀ ਆ, ਟੈਕਨੋਲੋਜੀ ਦੀ ਲੋੜ ਹੈਗੀ ਆ, ਬਿਜ਼ਨਸ ਦੀ ਲੋੜ ਹੈਗੀ, ਬਹੁਤ ਕੁਛ ਹੈਗਾ। ਮੋਦੀ ਸਾਹਿਬ ਨੇ ਜਿਹੜੀ ਇਹ ਪਹਿਲ ਕੀਤੀ ਹੈ, ਚੰਗੀ ਗੱਲ ਕੀਤੀ, ਔਰ ਉਹਨਾਂ ਨੇ ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਜਦੋਂ ਪਿਛਲੀ ਵਾਰੀ ਉਹ ਮਿਲੇ ਸੀਗੇ, ਮੋਦੀ ਸਾਹਿਬ ਗਏ ਸੀਗੇ ਮਿਸਟਰ ਓਬਾਮਾ ਦੇ ਕਾਰਜਕਾਲ ਦੇ, ਦੈਟਸ ਰਾਈਟ, ਉਹਦੇ ਵਾਈਸ ਪ੍ਰੈਜ਼ੀਡੈਂਟ ਸੀਗੇ, ਤੇ ਇਹਨਾਂ ਨੇ ਉੱਥੇ ਹਾਊਸ ਨੂੰ ਸੰਬੋਧਨ ਕੀਤਾ ਸੀਗਾ ਮੋਦੀ ਸਾਹਿਬ ਨੇ, ਤੇ ਉਸ ਵੇਲੇ ਜਿਹੜੇ ਹਾਊਸ ਦੇ ਲੀਡਰ ਸੀਗੇ, ਉਸ ਹਾਊਸ ਦਾ ਲੀਡਰ ਵਾਈਸ ਪ੍ਰੈਜ਼ੀਡੈਂਟ ਹੁੰਦਾ ਜੀ, ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਮੋਦੀ ਸਾਹਿਬ ਨੇ ਸੰਬੋਧਨ ਕੀਤਾ ਸੀਗਾ। ਸੋ ਆਈ ਹੋਪ ਇਟਸ ਨਵੀਂ ਸ਼ੁਰੂਆਤ, ਔਰ ਇਹ ਅੱਛੀ ਸ਼ੁਰੂਆਤ ਅੱਛੇ ਬੇਸ ਤੇ ਸ਼ੁਰੂ ਹੋ ਰਹੀ ਹੈ। ਬਿਲਕੁਲ ਜੀ, ਤੇ ਉਮੀਦ ਕਰਦੇ ਹਾਂ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਵਿੱਚ ਹੋਰ ਸੁਧਾਰ ਆਏਗਾ। ਤੇ ਸਰ ਖਬਰ ਜਿਹੜੀ ਅਗਲੀ ਆ ਉਹ ਹੈਗੀ ਆ ਧਾਰਮਿਕ ਮਾਮਲਿਆਂ ਨੂੰ ਲੈ ਕੇ। ਆਸਟ੍ਰੇਲੀਆ ਦੇ ਵਿੱਚ ਅਜਿਹਾ ਬਿੱਲ ਪਾਸ ਹੋਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਜਿਹਦੇ ਵਿੱਚ ਹਰ ਧਰਮ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਏਗਾ ਤੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਕਿਸ ਜਗ੍ਹਾ ਤੇ ਆ ਕੇ ਤੁਹਾਨੂੰ ਅੜਿੱਕੇ ਲੱਗਦੇ ਨੇ। ਇਹਦੇ ਬਾਰੇ ਗੱਲ ਕਰਾਂਗੇ, ਇੱਕ ਦਰਸ਼ਕ ਜੁੜ ਗਏ ਨੇ ਹੋਰ। ਹੈਲੋ, ਹਾਂਜੀ ਕੁਮਾਰ ਜੀ, ਮੈਂ ਸੁਖਦੇਵ ਸਿੰਘ ਗਿੱਲ ਬੋਲਦਾ ਬਰੈਂਪਟਨ ਤੋਂ। ਸਵਾਗਤ ਹੈ ਜੀ ਪ੍ਰੋਗਰਾਮ 'ਚ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਜਿਹੜੀ ਤੁਸੀਂ ਗੱਲ ਮੋਦੀ ਤੇ ਟਰੰਪ ਦੀ ਕਰਦੇ ਆ ਨਾ, ਪੰਜਾਬੀ 'ਚ ਇੱਕ ਅਖਾਣ ਆ, ਲੰਡੇ ਨੂੰ ਮੀਨਾ ਟੱਕਰਨਾ, ਉਹ ਟੱਕਰੇ ਸੀਗੇ। ਹੁਣ ਕਿਵੇਂ ਲੱਗਦਾ ਜੀ ਤੁਹਾਨੂੰ? ਹੁਣ ਜੀ ਉਧਰੋਂ ਤਾਂ ਭਾਰਤ ਚੋਂ ਤਾਂ ਜਾਨ ਛੁੱਟਦੀ ਨਹੀਂ ਲੱਗਦੀ, ਇੱਥੋਂ ਛੁੱਟ ਗਈ ਅਮਰੀਕਨ ਦੀ। ਚਲੋ ਦੇਖਦੇ ਹਾਂ ਕੀ ਬਣਦਾ ਹੈ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਨੇ ਸਾਡੇ ਨਾਲ, ਸ਼ੁਕਰੀਆ। ਥੈਂਕ ਯੂ ਜੀ। ਸਰ ਆਪਾਂ ਗੱਲਬਾਤ ਕਰ ਰਹੇ ਸੀ ਆਸਟ੍ਰੇਲੀਆ ਦੀ ਨਿਊਜ਼ ਦੇ ਉੱਤੇ, ਤੇ ਆਸਟ੍ਰੇਲੀਆ ਦੇ ਵਿੱਚ ਧਾਰਮਿਕ ਆਜ਼ਾਦੀ ਨੂੰ ਲੈ ਕੇ ਦਰਸ਼ਕ ਇੱਕ ਹੋਰ ਜੁੜ ਗਏ ਨੇ, ਸਵਾਲ ਉਹਨਾਂ ਦਾ ਪਤਾ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਬੇਟੇ, ਤਾਰਨਾ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਠੀਕ ਹੈ, ਹਾਂਜੀ। ਕੀ ਕਹਿਣਾ ਚਾਹੁੰਦੇ? ਇੱਕ ਮਾੜਾ ਜਿਹਾ ਇਹ ਵੀ ਦੱਸਿਓ, ਆ ਜਿਹੜਾ ਇੰਨੀ ਕਾਹਲੀ ਕਰਦੇ ਆ, ਮੈਂ ਅੱਜ ਦੀ ਗੱਲ ਆ, ਹੁਣ ਦੀ ਹਜੇ ਘੰਟੇ ਕੁ ਦੀ ਗੱਲ ਆ,
ਤੇ ਇੱਥੇ ਏਸ਼ੀਅਨ ਦੇ ਕੋਲ ਲਾਈਟਾਂ ਦੇ ਹਜੇ 4-5 ਮਿੰਟ ਰਹਿੰਦੇ ਸੀ ਤੇ ਉਹ ਮੁੰਡਾ ਇਧਰ ਨੂੰ ਲਾਈਟਾਂ ਨੂੰ ਲੰਘਣ ਲੱਗਾ ਤੇ ਗੱਡੀ ਵਾਲਾ ਆਉਂਦਾ ਸੀ। ਸਗੋਂ ਮੁੰਡੇ ਦੀ ਉਲਟ ਗਲਤੀ ਤੇ ਉਲਟ ਉਹ ਗੱਡੀ ਵਾਲੇ ਨੂੰ ਏਦਾਂ ਦੀਆਂ ਗਾਲਾਂ ਕੱਢ ਕੇ ਗਿਆ, ਮੈਂ ਖੁਦ ਸੁਣੀਆਂ ਵੀ ਉਹ ਬਰਦਾਸ਼ਤ ਨਹੀਂ ਹੁੰਦੀਆਂ। ਤੇ ਦੱਸੋ ਤੁਹਾਨੂੰ ਇੰਨੀ ਕਾਹਲੀ, ਤੁਸੀਂ ਕਮ ਸੇ ਕਮ ਗਾੜੀ ਇਹ ਤਾਂ ਦੇਖ ਲਓ ਵੀ ਗਾੜੀ ਲੈਟ ਹੋਈ ਆ। ਤੁਸੀਂ ਕਿਹਨਾਂ ਦੀ ਗੱਲ ਕਰ ਰਹੇ ਹੋ ਜੀ? ਜਿਹੜੇ ਪੈਦਲ ਜਾਣ ਵਾਲੇ ਸੀ ਉਹਨਾਂ ਨੇ ਹਾਂਜੀ ਆ ਏਸ਼ੀਆ ਦੀ ਹੁਣ ਦੀ ਗੱਲ ਆ। ਏਦਾਂ ਦੀਆਂ ਮੁੰਡੇ ਨੇ ਸਟੂਡੈਂਟ ਸੀ, ਏਦਾਂ ਦੀਆਂ ਉਹਨਾਂ ਨੂੰ ਗਾਲਾਂ ਕੱਢੀਆਂ ਨਾ ਵੀ ਕਿਤੇ ਬਰਦਾਸ਼ਤ ਨਹੀਂ ਸੀ ਹੁੰਦੀਆਂ। ਤੇ ਮੈਂ ਆਪਣੇ ਦਿਲ 'ਚ ਕਹਾਂ ਵੀ ਦੇਖੋ, ਨਾਲੇ ਤੂੰ ਗਲਤ ਆ, ਨਾਲੇ ਤੂੰ ਗਾਲਾਂ ਗੱਡੀ ਵਾਲੇ ਨੂੰ ਕੱਢਣ ਡਿਆ। ਅਜੇ ਘੱਟੋ ਘੱਟ 4-5 ਮਿੰਟ ਲਾਈਟਾਂ ਹੋਣ ਦੇ ਵਿੱਚ ਰਹਿੰਦੀਆਂ ਸੀ। ਬਸ ਐਵੇਂ ਹੀ ਆ ਜੀ, ਦੱਸੋ ਕਿਸੇ ਨੂੰ ਕੀ ਕਰ ਸਕਦੇ ਹੋ ਤੁਸੀਂ? ਕਈਆਂ ਦੇ ਫਿਰ ਅਗਲਾ ਉਹਦੇ ਬਾਰੇ ਪਤਾ ਲੱਗਦਾ ਵੀ ਇਹਦਾ ਪਾਲਣ ਪੋਸ਼ਣ ਕਿਵੇਂ ਹੋਇਆ ਹੈ ਇਹਨਾਂ ਦੇ। ਅਗਲਾ ਫਿਰ ਮਾਪਿਆਂ ਨੂੰ ਕਹਿੰਦਾ ਵੀ ਇੱਕ ਐਸੀ ਚੀਜ਼ ਪ੍ਰੋਡਕਟ ਹੈ ਤੁਹਾਡੀ ਜਿਹੜੀ ਕਿਹੋ ਜਿਹਾ ਕੁਛ ਕਰਨ ਲੱਗੀ ਹੈ। ਦੇਖੋ ਤੁਸੀਂ 5-4 ਮਿੰਟ ਤੁਸੀਂ ਉਡੀਕ ਲਓ, ਤੁਸੀਂ ਲਾਈਟਾਂ ਤੇ ਕਮ ਸੇ ਕਮ ਹੋਣ ਦਿਓ। ਗੱਡੀ ਆ, ਜੇ ਗੱਡੀ ਕਾਹਲੀ ਹੁੰਦੀ ਥੱਲੇ ਆ ਜਾਣਾ ਸੀਗਾ। ਤੇ ਸਗੋਂ ਉਹ ਤੱਕ ਉਹਨੂੰ ਗਾਲਾਂ ਹੀ ਕੱਢਦਾ ਗਿਆ। ਚੰਗਾ ਭਲਾ ਹੱਥ 'ਚ ਲਿਫਾਫਾ ਫੜਿਆ ਸੀ ਵੀ ਦੱਸੋ ਤੈਨੂੰ ਐਡੀ ਕਿਹੜੀ ਨੇਰੀ ਆਈ ਸੀ ਹੈ ਨਾ। ਗਲਤੀਆਂ ਫਿਰ ਕੱਢਦੇ ਆਈ ਤੇ ਪੁਲਿਸ ਦੀਆਂ ਕਰਦੇ ਆ। ਥੈਂਕ ਯੂ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਗੱਲ ਕਰਨ ਦੇ ਲਈ। ਸਰ ਐਵੇਂ ਦਾ ਇੱਕ ਹਾਂਜੀ ਤੁਸੀਂ ਕੀ ਕਹਿਣਾ ਕਿਸੇ ਨਹੀਂ ਐਵੇਂ ਦੇ ਮੈਂ ਕਿਹਾ ਕਈ ਮਾਮਲੇ ਸਾਹਮਣੇ ਆਉਂਦੇ ਨੇ, ਸਮਟਾਈਮਸ ਗਲਤੀ ਕਿਸੇ ਦੀ ਹੁੰਦੀ ਆ ਤੇ ਭੁਗਤਣਾ ਕਿਸੇ ਨੂੰ ਪੈ ਜਾਂਦਾ ਹੈ। ਹਾਂਜੀ, ਨਾਲੇ ਇਹ ਕੱਲੀ ਆਪਣੀ ਕੌਮ 'ਚ ਨਹੀਂ ਹੈ, ਇਹ ਦੂਸਰੀਆਂ ਕੌਮਾਂ ਦੇ ਵਿੱਚ ਵੀ ਇਹ ਬਹੁਤ ਕੁਛ ਹੈਗਾ। ਪੈਡੈਸਟਰੀਅਨਸ ਨੂੰ ਤਾਂ ਵੈਸੇ ਖਾਸ ਤੌਰ ਤੇ ਸਾਵਧਾਨ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਵੈਸੇ ਹੀ ਐਵੇਂ ਦੇ ਕੇਸਿਸ ਬਹੁਤ ਆ ਰਹੇ ਨੇ ਕਿ ਪੈਡੈਸਟਰੀਅਨ ਹਿੱਟ ਹੋ ਰਹੇ ਨੇ। ਯੈਸ ਤਰਨ, ਜੇ ਆਪਾਂ ਇਸ ਪਾਸੇ ਮੈਂ ਮਾੜੀ ਜਿਹੀ ਗੱਲ ਜ਼ਰੂਰ ਕਰ ਦਿੰਦਾ। ਸਾਡੀ ਬਹੁਤ ਵੱਡੀ ਪ੍ਰੋਬਲਮ ਕੱਲੀ ਸਾਡੀ ਨਹੀਂ, ਆਲ ਕੈਨੇਡੀਅਨਸ ਦੀ, ਆਲ ਪੈਡੈਸਟਰੀਅਨਸ ਦੀ। ਮੋਸਟਲੀ ਲੋਕ ਡਾਰਕ ਕੱਪੜੇ ਪਾਉਂਦੇ ਆ। ਜਿਹੜੇ ਅਸੀਂ ਉੱਪਰ ਦੇ ਕੋਟ ਪਾਏ ਹੋਏ ਨੇ ਮੋਸਟਲੀ ਉਹ ਡਾਰਕ ਹੋਣਗੇ। ਸਾਡੇ ਇਹ ਕੁਛ ਨਾ ਕੁਛ ਕਿਸੇ ਟਾਈਪ ਦਾ ਰਿਫਲੈਕਟਰ ਜ਼ਰੂਰ ਚਾਹੀਦਾ ਜਿਹੜਾ ਕਿ ਸਾਡੀ ਕੱਪੜਿਆਂ ਦੇ ਨਾਲ ਅਟੈਚ ਕੀਤਾ ਹੋਵੇ, ਜਿਹਦੇ ਨਾਲ ਕਿ ਬੰਦੇ ਦਾ ਪਤਾ ਲੱਗੇ ਇੱਥੋਂ ਤੁਰਿਆ ਜਾ ਰਿਹਾ ਹੈ। ਅਦਰਵਾਈਜ਼ ਮੋਸਟਲੀ ਪੈਡੈਸਟਰੀਅਨ ਹਨੇਰੇ ਦੇ ਵਿੱਚ ਨਹੀਂ ਦਿਸਦੇ ਹੈਗੇ। ਐਂਡ ਪੈਡੈਸਟਰੀਅਨ ਸਮਝਦਾ ਕਿ ਮੈਨੂੰ ਦੇਖ ਸਕਦਾ, ਇਹ ਜ਼ਰੂਰੀ ਨਹੀਂ ਹੈਗਾ। ਸੋ ਪੈਡੈਸਟਰੀਅਨ ਦੇ ਵੀ ਇਹ ਜੌਬ ਬਣਦੀ ਹੈ ਕਿ ਅਸੀਂ ਵਿਜ਼ੀਬਲ ਹੋਈਏ, ਇਸ ਸਭ ਦੇ ਵਿੱਚ ਚੱਲੀਏ। ਜਦ ਤੱਕ ਆਈ ਕੰਟੈਕਟ ਨਹੀਂ ਹੁੰਦਾ ਡਰਾਈਵਰ ਨਾਲ, ਤੁਹਾਨੂੰ ਡਰਾਈਵਰ ਦੇ ਮੂਹਰੇ ਲੰਘਣਾ ਨਹੀਂ ਚਾਹੀਦਾ। ਪਰਸੋਂ ਵੀ ਕਿਵੇਂ ਦਾ ਇੱਕ ਖਬਰ ਸਾਹਮਣੇ ਆਈ ਹੈ, ਪ੍ਰੋਟੈਸਟ ਹੋਇਆ, ਆਪਣੀ ਕਮਿਊਨਿਟੀ ਨੇ ਇਸ ਚੀਜ਼ ਨੂੰ ਲੈ ਕੇ ਪ੍ਰੋਟੈਸਟ ਕੀਤਾ। ਹਾਲਾਂਕਿ ਆਪਾਂ ਥੋੜਾ ਟੌਪਿਕ ਤੋਂ ਲੱਗ ਜਾ ਰਹੇ ਹਾਂ, ਪਰ ਇਹ ਖਬਰ ਵੀ ਸਾਂਝੀ ਕਰਨੀ ਜ਼ਰੂਰੀ ਹੈ ਤੇ ਤੁਹਾਡੇ ਤੇ ਮੈਂ ਵਿਚਾਰ ਜ਼ਰੂਰ ਜਾਣਨਾ ਚਾਹੂੰਗੀ। ਪੰਜਾਬੀ ਮੂਲ ਦਾ ਇੱਕ ਇੱਥੋਂ ਦਾ ਬੌਰਨ ਐਂਡ ਬ੍ਰੌਟ ਅਪ ਬੱਚਾ ਸੀਗਾ, ਲਗਭਗ 17 ਸਾਲ ਦਾ ਸੀ। ਬੀਤੇ ਦਿਨੀ ਉਹਦਾ ਇੱਕ ਇੰਪੇਅਰਡ ਡਰਾਈਵਿੰਗ ਕਰਦੇ ਹੋਏ ਇੱਕ ਟਰੱਕ ਡਰਾਈਵਰ ਨੇ ਡਰਿੰਕ ਕੀਤੀ ਹੋਈ ਸੀ ਤੇ ਉਹਨੂੰ ਕੁਚਲ ਦਿੱਤਾ, ਜਿਹਦੇ ਨਾਲ ਉਹਦੀ ਮੌਤ ਹੋ ਗਈ। ਸੋ ਹੁਣ ਉਹਦੇ ਤੇ ਜਿਹੜਾ ਮਾਮਲਾ ਚੱਲ ਰਿਹਾ ਉਹਦੇ ਤੇ ਇੰਪੇਅਰਡ ਡਰਾਈਵਿੰਗ ਦਾ ਕਿਹਾ ਜਾ ਰਿਹਾ ਕਿ ਮਾਮਲਾ ਚਲਾਇਆ ਜਾਵੇਗਾ, ਜਦਕਿ ਫੈਮਿਲੀ ਚਾਹੁੰਦੀ ਹੈ ਕਿ ਇਹਦੇ ਉੱਤੇ ਮਰਡਰ ਦੇ ਚਾਰजेस ਲਗਾਏ ਜਾਣ ਕਿਉਂਕਿ ਡਰਿੰਕ ਕੀਤੀ ਹੋਈ ਸੀ। ਹੁਣ ਤੁਸੀਂ ਇਹਦੇ ਵਿੱਚ ਕੀ ਕਹਿੰਦੇ ਹੋ ਕਿ ਮਰਡਰ ਦੇ ਚਾਰजेस ਲੱਗਣੇ ਚਾਹੀਦਾ ਜਾਂ ਇੰਪੇਅਰਡ ਡਰਾਈਵਿੰਗ ਦੇ? ਦੇਖੋ ਇਹ ਮੋਸਟਲੀ ਚਾਂਸਸ ਇਹ ਹੈ, ਓਕੇ ਪੁਲਿਸ ਨੇ ਜਿਹੜੇ ਮਰਜ਼ੀ ਚਾਰਜ ਲਾ ਦਿੱਤੇ ਹੋਣ, ਜਿਹੜਾ ਮਰਜ਼ੀ ਪ੍ਰੋਸੀਡ ਹੋ ਗਿਆ ਹੋਵੇ, ਅਦਾਲਤ ਦੇ ਵਿੱਚ ਹੁਣ ਫੈਮਿਲੀ ਜਿਹੜਾ ਵਕੀਲ ਲੈ ਕੇ ਜਾਏਗੀ, ਇਹ ਵਕੀਲ ਉਸ ਗੱਲ ਦੇ ਉੱਤੇ ਬਹਿਸ ਕਰੇਗਾ ਕਿ ਜਿਹੜੇ ਇਹ ਚਾਰजेस ਲੱਗੇ ਇਹ ਗਲਤ ਲੱਗੇ, ਮਰਡਰ ਦੇ ਚਾਰਜ ਲੱਗਣੇ ਚਾਹੀਦੇ ਆ। ਅਸੀਂ ਮੁਜ਼ਾਹਰਾ ਕਰਕੇ ਨਹੀਂ ਲਵਾ ਸਕਦੇ, ਨੋ, ਇਹ ਕਾਨੂੰਨ ਕਰੇਗਾ। ਕਾਨੂੰਨ ਦੇ ਮੁਤਾਬਕ ਜੇ ਵਕੀਲ ਉਹਨਾਂ ਦਾ ਇਸ ਮਾਮਲੇ ਤੇ ਬਹਿਸ ਕਰੇਗਾ ਕਿ ਜਿਹੜੇ ਚਾਰजेस ਆ ਇਹ ਗਲਤ ਲੱਗੇ ਨਾ, ਇੰਪੇਅਰਡ ਨਹੀਂ ਚਾਹੀਦੇ, ਇਹ ਮਰਡਰ ਦੇ ਚਾਰਜ। ਸੋ ਇਟਸ ਅਪ ਟੂ ਦਾ ਕੋਰਟ ਵੀ ਕੋਰਟ ਦੇ ਵਿੱਚ ਕਿਵੇਂ ਇਹਦਾ ਫੈਸਲਾ ਹੋਏਗਾ। ਜੀ ਬਿਲਕੁਲ, ਵਾਪਸ ਆਪਣੇ ਮੁੱਦੇ ਦੇ ਉੱਤੇ ਆਉਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਇੱਕ ਅਜਿਹੇ ਬਿੱਲ ਦੇ ਉੱਤੇ ਚਰਚਾ ਹੋ ਰਹੀ ਹੈ ਜਿਹੜੇ ਵੱਖ-ਵੱਖ ਧਰਮਾਂ ਦੇ ਅਧਿਕਾਰ ਨੇ ਉਹਨਾਂ ਦੀ ਰਾਖੀ ਕਰ ਸਕੇ। ਸਰ ਇਸ ਕਦਮ ਨੂੰ ਕਿੱਦਾਂ ਦੇਖਦੇ ਹੋ? ਨਿਊ ਸਾਊਥ ਵੇਲਸ ਤੋਂ ਗੁਰਮੇਸ਼ ਸਿੰਘ ਹੋਣੀ ਨੇ ਜੀ, ਜਿਹੜੇ ਕਿ ਦੀ ਸਾਊਥ ਵੇਲਸ ਦੀ ਪਾਰਲੀਮੈਂਟ ਦੇ ਮੈਂਬਰ ਨੇ। ਇੱਕ ਬੜਾ ਵਧੀਆ ਬਿੱਲ ਪੇਸ਼ ਕੀਤਾ ਜਾ ਰਿਹਾ ਜਿਹੜਾ ਕਿ ਸਾਰੇ ਧਰਮਾਂ ਸੰਬੰਧੀ ਹੈ, ਇਕੱਲੇ ਸਿੱਖ ਧਰਮ ਸੰਬੰਧੀ ਨਹੀਂ ਹੈ। ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਬਿੱਲ ਪੇਸ਼ ਹੋਣਾ, ਉਸ ਤੋਂ ਪਹਿਲਾਂ ਬਿੱਲ ਪੇਸ਼ ਕਰਨ ਤੋਂ ਪਹਿਲਾਂ ਲੋਕਾਂ ਦੇ ਵਿਚਾਰ ਮੰਗੇ ਜਾਂਦੇ ਨੇ। ਉਹਨਾਂ ਨੇ ਸਭ ਦੇ ਵਿਚਾਰ ਮੰਗੇ ਨੇ, ਸਾਰਿਆਂ ਨੇ, ਸਾਰੇ ਧਰਮਾਂ ਵਾਲਿਆਂ ਨੇ, ਹਿੰਦੂ, ਮੁਸਲਿਮ, ਸਿੱਖ, ਸਭ ਨੇ ਇਸ ਮਾਮਲੇ ਦੇ ਵਿੱਚ ਆਪਦੀ ਜਿੰਨੀਆਂ ਜਿਹਨੇ ਆਪਦੇ ਪਹਿਲੇ ਵਿਚਾਰ ਦਿੱਤੇ ਹੋਏ ਨੇ ਉਹ ਆਲਰੇਡੀ ਰਿਕਾਰਡ ਹੋ ਗਏ ਨੇ। ਬਟ ਸਟਿਲ ਦੇ ਆਰ ਆਸਕਿੰਗ ਫॉर ਤੁਹਾਡੇ ਹੋਰ ਵਿਊ ਕੀ ਹੈਗੇ ਨੇ, ਉਹ ਉਹਦੇ ਵਿੱਚ ਨਹੀਂ ਆਉਣਗੇ, ਪਰ ਸਾਰੇ ਐਂਗਲਸ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਜਿਹੜੀ ਉਹਦੀ ਕਮੇਟੀ ਹੈਗੀ ਉਹ ਸਾਰੇ ਪਾਸੇ ਦੇਖਣਾ ਚਾਹੁੰਦੀ ਹੈ। ਹੁਣ ਤੱਕ ਜਿਹੜਾ ਉੱਥੇ ਕਾਨੂੰਨ ਹੈਗਾ ਉਹ ਤੁਹਾਨੂੰ ਰੇਸ ਦੇ ਤੌਰ ਤੇ, ਕਲਰ ਦੇ ਤੌਰ ਤੇ ਇਹ ਪ੍ਰੋਟੈਕਟ ਕਰਦਾ, ਪਰ ਰਿਲੀਜਨ ਦੇ ਤੌਰ ਤੇ ਹੁਣ ਤੱਕ ਨਹੀਂ ਪ੍ਰੋਟੈਕਟ ਕਰਦਾ। ਇਹ ਨਵਾਂ ਕਾਨੂੰਨ ਆ ਰਿਹਾ ਜਿਹੜਾ ਕਿ ਤੁਹਾਨੂੰ ਰਿਲੀਜਨ ਦੇ ਤੌਰ ਤੇ ਜਿਹੜੀ ਡਿਸਕ੍ਰਿਮੀਨੇਸ਼ਨ ਹੋਵੇਗੀ ਉਹਨੂੰ ਪ੍ਰੋਟੈਕਟ ਕਰੇਗਾ। ਔਰ ਇਹ ਇੱਕ ਬੜੀ ਚੰਗੀ ਸ਼ੁਰੂਆਤ ਹੈਗੀ ਆ। ਔਰ ਸਾਰੀਆਂ ਜਿੰਨੀਆਂ ਇਹ ਤਾਂ 150 ਤੋਂ ਉੱਪਰ ਰਿਕਮੈਂਡੇਸ਼ਨਸ ਆ ਚੁੱਕੀਆਂ ਨੇ ਇਸ ਮਾਮਲੇ ਦੇ ਵਿੱਚ, ਵੱਖਰੇ ਲੋਕਾਂ ਨੇ ਦਿੱਤੀਆਂ ਨੇ। ਐਂਡ ਸਟਿਲ ਦੇ ਆਰ ਓਪਨ ਫॉर ਇਟ, ਤੁਹਾਡੇ ਵਿਚਾਰ ਲੈਣ ਵਾਸਤੇ ਹੈਗੇ ਨੇ। ਅਦਰਵਾਈਜ਼ ਜਿਹੜਾ ਅਸਲ ਮੁੱਦਾ ਸੀਗਾ ਉਹ ਪੂਰਾ
ਲੌਕਅਪ ਕਰ ਦਿੱਤਾ ਗਿਆ। ਹੁਣ ਇਹਦੇ ਤੇ ਫੈਸਲਾ ਹੋਏਗਾ, ਫੈਸਲਾ ਦੇਖੋ ਕੀ ਹੋਏਗਾ। ਚਾਂਸਸ ਹੈ ਕਿ ਉਹ ਇਹ ਐਸੇ ਬਿੱਲ ਆ ਜਿਹੜੇ ਮੋਸਟਲੀ ਤਰ੍ਹਾਂ ਪਾਸ ਹੋ ਜਾਂਦੇ ਹੁੰਦੇ ਨੇ, ਚਾਹੇ ਇਟ ਇਜ਼ ਅ ਪ੍ਰਾਈਵੇਟ ਮੈਂਬਰਸ ਬਿੱਲ, ਇਹ ਕਿਸੇ ਪਾਰਟੀ ਵੱਲੋਂ ਨਹੀਂ ਕੀਤਾ ਜਾ ਰਿਹਾ, ਪਰ ਫਿਰ ਵੀ ਇਹਦੇ 'ਚ ਸਾਰੀਆਂ ਪਾਰਟੀਆਂ ਜਦੋਂ ਫਿਰ ਸਿਆਸਤ ਆ ਜਾਂਦੀ ਹੈ, ਬਿਲਕੁਲ ਵੋਟ ਵੀ ਲੈਣੀ ਹੈ ਨਾ ਜੀ। ਬਿਲਕੁਲ, ਹੁਣ ਇਮੀਗ੍ਰੈਂਟਸ ਦੀ ਵੀ ਵੋਟ ਵੈਸੇ ਕਾਊਂਟ ਹੁੰਦੀ ਹੈ, ਸੋ ਬਿਲਕੁਲ ਵੋਟਾਂ ਲੈਣੀਆਂ। ਬੜਾ ਵੱਡਾ ਨੰਬਰ ਹੈ ਜੀ ਅੱਜ ਕੱਲ੍ਹ। ਹਾਂਜੀ, ਇੱਕ ਦਰਸ਼ਕ ਜੁੜ ਗਏ ਨੇ ਹੋਰ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ? ਹਾਂਜੀ, ਬ੍ਰੈਂਪਟਨ ਤੋਂ ਜੀ, ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਇੱਕ ਸੁਜੈਸ਼ਨ ਸੀ। ਵੈਸੇ ਲਾਸਟ ਈਅਰ ਤੋਂ ਬੜਾ ਦਿਮਾਗ ਵਿੱਚ ਘੁੰਮ ਰਿਹਾ, ਜਿਹੜੇ ਆਪਾਂ ਪ੍ਰਦਰਸ਼ਨ ਦੇ ਲਈ ਜੇ ਆਪਾਂ ਸੋਚ ਸਕਦੇ ਹਾਂ, ਕੁਝ ਕਰ ਸਕਦੇ ਹਾਂ ਆਪਾਂ, ਇਹਦੇ ਆਪਣੇ ਮੇਅਰ ਨਾਲ ਜਾਂ ਕਿਸੇ ਦੇ ਨਾਲ ਗੱਲ ਕਰਕੇ, ਸਪੈਸ਼ਲੀ ਪ੍ਰਦਰਸ਼ਨ ਦੇ ਲਈ, ਜਿਵੇਂ ਕਿ ਵੇਅਰ ਹਾਊਸਾਂ ਦੇ ਵਿੱਚ ਜਾਂ ਕੋਈ ਫੈਕਟਰੀ ਵਰਕ ਦੇ ਵਿੱਚ ਮੈਂਡੇਟਰੀ ਸਿਕਸ ਇਸ਼ੂ ਕੀਤੇ ਹੋਏ ਆ। ਜੇ ਆਪਾਂ ਵੀ ਏਦਾਂ ਕਰੀਏ ਕਿ ਜਿਹੜੇ ਪ੍ਰਦਰਸ਼ਨ ਆ, ਸਪੈਸ਼ਲੀ ਜਿਹੜੇ ਬੱਸਾਂ ਤੇ ਜਾਂ ਕਿ ਕੋਈ ਵੀ ਜਿਹੜਾ ਇੰਟਰਸੈਕਸ਼ਨ ਕ੍ਰਾਸ ਕਰਦਾ, ਉਹਨਾਂ ਦੇ ਲਈ ਕੋਈ ਲਾਈਟ ਵਾਲੇ, ਵਿਜ਼ਿਬਿਲਿਟੀ ਵਾਲੇ ਜਸਟ ਸ਼ੂ, ਕਿ ਉਹ ਐਵੇਂ ਹੋਣ ਕਿ ਰੀਵੇਟਿੰਗ ਉਹਦੀ ਹੋਵੇ, ਜਿਹੜਾ ਹਰ ਕੋਈ ਅਫੋਰਡ ਕਰ ਸਕਦਾ ਹੋਵੇ ਗਵਰਨਮੈਂਟ ਵੱਲੋਂ। ਤੇ ਉਹ ਸ਼ੂਜ਼ ਪਾਉਣੇ ਬਹੁਤ ਜ਼ਰੂਰੀ ਆ। ਜੇ ਉਹ ਸ਼ੂ ਹੋਣਗੇ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਊਗਾ, ਉਹ ਫਲੈਸ਼ ਹੋਊਗੇ ਸਿਰਫ ਪ੍ਰਦਰਸ਼ਨ ਦੇ ਲਈ। ਕਿ ਜੇ ਉਹ ਏਦਾਂ ਦਾ ਕੋਈ ਕੱਢਣ ਕੋਈ ਤਰੀਕਾ, ਤੇ ਬਹੁਤ ਜਾਨਾਂ ਸੇਫ ਹੋ ਸਕਦੀਆਂ, ਕਿਉਂਕਿ ਬਹੁਤ ਵਾਰੀ ਭੁੱਲ ਜਾਂਦੇ ਆ ਤੋਂ ਸੇਫਟੀ ਜੈਕਟ ਪਾਉਣਾ, ਜੇ ਕਿਸੇ ਨੂੰ ਪਤਾ ਵੀ ਆ। ਜਿਵੇਂ ਭਾਈ ਸਾਹਿਬ ਕਹਿ ਰਹੇ ਸੀ ਵੀ ਕੋਈ ਇੱਕ ਹੋਣਾ ਚਾਹੀਦਾ ਫਲੈਸ਼ਿੰਗ ਵਾਲਾ ਕੋਈ ਕੱਪੜਾ ਪਾਇਆ ਹੋਵੇ, ਕੁਛ ਨਹੀਂ ਕੋਈ ਯਾਦ ਭੁੱਲ ਜਾਂਦਾ। ਕੋਈ ਹੋਰ ਸ਼ੂ ਦਾ ਮਸਤ ਹੋਣਾ ਜ਼ਰੂਰੀ ਆ, ਕਿਉਂਕਿ ਫਿਰ ਪਤਾ ਹੋਊਗਾ ਗੱਡੀ 'ਚ ਰੱਖੇ, ਕਿਤੇ ਰੱਖੇ, ਕੋਲ ਕੈਰੀ ਕਰੇ, ਜਦੋਂ ਤੁਰਨਾ ਆ ਉਹਨਾਂ ਨੇ ਉਹ ਸ਼ੂ ਹੋਣਾ ਜ਼ਰੂਰੀ ਆ। ਉਹ ਜੇ ਮੈਂਡੇਟਰੀ ਹੋ ਜਾਵੇ, ਬਹੁਤ ਜਾਨਾਂ ਬਚ ਸਕਦੀਆਂ। ਬਿਲਕੁਲ ਤੇ ਇਹਦਾ ਕੁਛ ਜ਼ਰੂਰ ਹੋਣਾ ਚਾਹੀਦਾ, ਸਪੈਸ਼ਲੀ ਆਹ ਡਾਰਕ ਟਾਈਮ ਤੇ ਸ਼ਾਮ ਨੂੰ। ਬਿਲਕੁਲ ਜੀ, ਬਹੁਤ ਬਹੁਤ ਇਹਦੀ ਸ਼ੁਕਰੀਆ। ਅਵੇਅਰਨੈਸ ਦੇ ਲਈ ਅਸੀਂ ਸੋਚ ਰਹੇ ਹਾਂ ਕਿ ਇਦਾਂ ਕੁਛ ਹੋਣਾ ਚਾਹੀਦਾ, ਆਪਣੀ ਕਮਿਊਨਿਟੀ ਕਰੇ। ਬਿਲਕੁਲ, ਚੰਗੀ ਗੱਲ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਨੇ। ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਇਹ ਵਾਲੇ ਮੁੱਦੇ ਵੀ ਚੁੱਕੇ ਜਾਣ। ਇੱਕ ਹੋਰ ਗੱਲ ਵੀ ਹੈ। ਸ਼ੁਕਰੀਆ ਮੈਮ ਕਾਲ ਕਰਨ ਲਈ। ਜਿਹੜੇ ਲੋਕ ਪੈਡੈਸਟਰੀਅਨ ਨੇ ਕ੍ਰਾਸ ਕਰਦੇ ਨੇ, ਉਹ ਉਸੇ ਜਗ੍ਹਾ ਤੋਂ ਕ੍ਰਾਸ ਕਰ ਸਕਦੇ ਜਿੱਥੇ ਕ੍ਰਾਸ ਵਾਕ ਆ, ਜਾਂ ਟ੍ਰੈਫਿਕ ਲਾਈਟਸ ਦੇ ਉੱਤੇ ਤੁਹਾਨੂੰ ਅਲਾਉਡ ਹੈਗਾ। ਜਿੱਥੋਂ ਜੀ ਕਰਦਾ ਉੱਥੋਂ ਤੁਸੀਂ ਕ੍ਰਾਸ ਨਹੀਂ ਕਰ ਸਕਦੇ। ਇਸ ਗੱਲ ਦਾ ਟਿਕਟ ਹੈ, ਜੁਰਮਾਨਾ। ਇਹ ਬਾਈ ਲਾਅ ਤੁਹਾਨੂੰ ਟਿਕਟ ਇਸ਼ੂ ਕੀਤਾ ਜਾ ਸਕਦਾ, ਜਿੱਥੋਂ ਜੀ ਕੀਤਾ ਤੁਸੀਂ ਤੁਰ ਪੈਂਦੇ ਸੜਕ ਕ੍ਰਾਸ ਕਰਨੀ। ਯੂ ਕੈਨ ਨਾਟ ਡੂ ਦੈਟ। ਤੁਸੀਂ ਓਨਲੀ ਕ੍ਰਾਸ ਕਰ ਸਕਦੇ ਜਿੱਥੇ ਇਟਸ ਅਲਾਉਡ। ਸਮ ਪੀਪਲ ਡੋਂਟ ਇਵਨ ਨੋ ਅਬਾਊਟ ਦਿਸ ਥਿੰਗ। ਇਹਦਾ ਜੁਰਮਾਨਾ ਵੀ ਹੈਗਾ। ਤੇ ਹੁਣ ਇਹ ਵੀ ਹੈ ਕਿ ਸਮਟਾਈਮਸ ਕਾਰ ਵਾਲੇ ਵੀ ਇੰਨੇ ਰਸ਼ ਦੇ ਵਿੱਚ ਹੁੰਦੇ ਆ ਕਿ ਲੰਘਣ ਨਹੀਂ ਦਿੰਦੇ ਹੈਗੇ। ਸੋ ਉਹੀ ਗੱਲ ਹੋ ਗਈ ਕਿ ਜਦ ਤੱਕ ਲਾਇਸੈਂਸ ਲੈਣਾ ਹੁੰਦਾ ਉਦੋਂ ਤੱਕ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਉਦੋਂ ਰਟੇ ਜਾਂਦੇ ਆ, ਬਟ ਉਸ ਤੋਂ ਬਾਅਦ ਆਪਣੀ ਮੈਂ ਬਹੁਤ ਦੇਖਿਆ ਉਰੇ ਬਰੈਂਪਟਨ ਦੇ ਵਿੱਚ ਕਿ ਪੈਡੈਸਟਰੀਅਨਸ ਨੂੰ ਲੰਘਣ ਲਈ ਟਾਈਮ ਨਹੀਂ ਦਿੱਤਾ ਜਾਂਦਾ ਹੈਗਾ ਤੇ ਫਟਾਫਟ ਲੰਘਣ ਦੀ ਕੋਸ਼ਿਸ਼ ਕਰਦੇ। ਓਕੇ, ਆਮ ਗੋਇੰ ਟੂ ਡਿਫੈਂਡ ਦ ਡਰਾਈਵਰਸ ਹੇਅਰ। ਡਾਊਨਟਾਊਨ ਟੋਰਾਂਟੋ ਜਾ ਕੇ ਦੇਖੋ, ਉੱਥੇ ਪੈਡੈਸਟਰੀਅਨ ਇੰਨੇ ਐਗਰੈਸਿਵ ਨੇ। ਜੇ ਤੁਸੀਂ ਕਿਸੇ ਟ੍ਰੈਫਿਕ ਲਾਈਟ ਤੇ ਰਾਈਟ ਟਰਨ ਮਾਰਨਾ, ਤੁਸੀਂ ਰਾਈਟ ਟਰਨ ਮਾਰ ਹੀ ਨਹੀਂ ਸਕਦੇ। ਕਿਉਂ? ਲਾਈਟਸ ਚੇਂਜ ਹੋਣ ਤੋਂ ਪਹਿਲਾਂ ਤੁਹਾਡੇ ਮੂਹਰੋਂ ਕ੍ਰਾਸ ਕਰਨ ਲੱਗ ਜਾਂਦੇ ਆ। ਲਾਈਟਸ ਦੂਸਰੇ ਪਾਸੇ ਚੇਂਜ ਹੋਣ, ਜਦੋਂ ਤੁਸੀਂ ਰਾਈਟ ਟਰਨ ਮਾਰਨਾ ਉਹ ਦੂਜੇ ਪਾਸੇ ਫੇਰ ਕ੍ਰਾਸ ਕਰਦੇ। ਔਰ ਜਿਵੇਂ ਦਰਿਆ ਵਗਦਾ ਹੁੰਦਾ, ਇੰਨੇ ਲੋਕਾਂ ਦਾ ਵਗਦਾ, ਰਾਈਟ ਟਰਨ ਨੂੰ ਕਈ ਵਾਰੀ ਤੁਹਾਨੂੰ 2-2 3-3 4-4 ਟ੍ਰੈਫਿਕ ਲਾਈਟਸ ਚੇਂਜ ਹੋ ਜਾਂਦੀਆਂ ਨੇ। ਪੈਡੈਸਟਰੀਅਨ ਇੰਨੇ ਅਗਰੈਸਿਵ ਹੈਗੇ ਨੇ। ਇੱਥੇ ਰਾਈਟਸ ਦੀ ਗੱਲ ਕਰ ਰਹੇ ਹਾਂ ਕਿ ਜਿਹਦਾ ਜਿਸ ਸਮੇਂ ਜਿਸ ਚੀਜ਼ ਦਾ ਰਾਈਟ ਆ, ਰੂਲਸ ਐਂਡ ਰੈਗੂਲੇਸ਼ਨਸ ਨੂੰ ਉਸ ਤਰੀਕੇ ਨਾਲ ਫੋਲੋ ਕੀਤਾ ਜਾਵੇ। ਚਾਹੇ ਉਹ ਕਾਰ ਵਾਲੇ ਦਾ ਰਾਈਟ ਹੈ, ਚਾਹੇ ਉਹ ਪੈਡੈਸਟਰੀਅਨ ਦਾ ਰਾਈਟ ਹੈ। ਸੋ ਉਸ ਟਾਈਮ ਉਸ ਚੀਜ਼ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ। ਇੱਕ ਵਾਕਵੇ ਤੋਂ ਤੁਸੀਂ ਲੰਘਣਾ ਹੈ ਔਰ ਡਿਫਰੈਂਟ ਸਟੋਰੀ ਆ। ਤੁਸੀਂ ਲਾਈਟ ਹੋ ਗਈ ਆ, ਉਸ ਦੇ ਬਾਵਜੂਦ ਤੁਸੀਂ ਜੇ ਉੱਥੇ ਟ੍ਰੈਫਿਕ ਜਾਮ ਕਰ ਰਹੇ ਹੋ, ਡਿਫਰੈਂਟ ਸਟੋਰੀ ਆ ਨਾ। ਬਿਲਕੁਲ। ਇੱਕ ਗੱਲ ਹੋਰ ਮੈਂ ਮਾੜੀ ਜਿਹੀ ਐਡ ਕਰ ਦਿੰਦਾ, ਫਿਰ ਆਪਾਂ ਅਗਲੀ ਖਬਰ ਤੇ ਆਉਂਦੇ ਹਾਂ ਕਿ ਜਦੋਂ ਤੁਸੀਂ ਪੈਡੈਸਟਰੀਅਨ ਦਾ ਰਾਈਟ ਹੈਗਾ, ਜੇ ਕਾਰ ਤੁਹਾਡੇ ਚ ਵੱਜਦੀ ਹੈ ਪੈਡੈਸਟਰੀਅਨ ਚ, ਤੁਸੀਂ ਆਹ ਰਾਈਟ ਨੂੰ ਜਿੱਥੇ ਮਰਜ਼ੀ ਲਈ ਫਿਰੋ, ਤੁਹਾਡੀ ਲੱਤ ਬਾਂਹ ਟੁੱਟ ਗਈ, ਨੁਕਸਾਨ ਹੋ ਗਿਆ, ਬੰਜੇ ਤੇ ਪਏ ਹੋ, ਕੀ ਕਰੋਗੇ? ਤੁਸੀਂ ਰਾਈਟ ਤਾਂ ਤੁਹਾਨੂੰ ਦਿੱਤਾ ਹੋਇਆ, ਠੀਕ ਹੈ, ਇਹ ਪ੍ਰੂਵ ਹੋਣਾ ਕੋਰਟ ਦੇ ਵਿੱਚ ਤੁਸੀਂ ਸਹੀ ਸੀਗੇ ਜਾਂ ਗਲਤ ਸੀਗੇ, ਪਰ ਜਿਹੜਾ ਤੁਹਾਡਾ ਆਪਦੀ ਬਾਡੀ ਦਾ ਨੁਕਸਾਨ ਹੋਣਾ, ਤੁਹਾਡੇ ਪਰਿਵਾਰ ਦਾ ਨੁਕਸਾਨ ਹੋਣਾ, ਉਹ ਕੀ ਹੋਏਗਾ? ਐਗਰੈਸਿਵਨੈਸ ਤਾਂ ਸਾਰੇ ਪਾਸੇ ਅੱਜ ਕੱਲ, ਖਾਸ ਤੌਰ ਤੇ ਇੱਥੇ ਤਾਂ ਬਹੁਤ ਹੈ। ਇੱਕ ਦਰਸ਼ਕ ਜੁੜ ਗਏ ਨੇ ਹੋਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਭੈਣ ਜੀ, ਮੈਂ ਬਹੁਤ ਚੰਗੀ ਤਰ੍ਹਾਂ ਇਹ ਗੱਲ ਘੋਖੀ ਆ। ਮੈਂ ਕੰਪਲੇਂਟ ਵੀ ਕੀਤੀ ਪ੍ਰਭਮੀਤ ਸਰਕਾਰੀਆ ਤੇ ਅਮਰਜੋਤ ਸੰਧੂ, ਜਿਹੜੇ ਆਪਣੇ ਲੋਕਲ MLA ਆ ਬਰੈਂਪਟਨ ਦੇ, ਤੇ ਕੁਛ ਨਹੀਂ ਹੋਇਆ। ਜਿਹੜਾ ਮੇਨ ਰੀਜ਼ਨ ਆ, ਨੱਤ ਸਾਹਿਬ
에어ਪੋਰਟ ਤੇ ਟੈਕਸੀ ਚਲਾਉਂਦੇ ਰਹੇ, ਇਹਨਾਂ ਨੂੰ ਜ਼ਿਆਦਾ ਪਤਾ। ਜਿਹੜੇ ਮੇਨ ਕਾਰਨ ਇਹ ਆ ਵੀ ਟੈਂਟ ਜਿਹੜੇ ਵਿੰਡੋ ਜਿਹੜੀਆਂ ਮੋਹਰੀਆਂ ਬਹੁਤ ਜ਼ਿਆਦੀਆਂ ਟੈਂਟਡ ਹੁੰਦੀਆਂ ਮੋਹਰੀਆਂ ਵਿੰਡੋਆਂ, ਉਹ ਮੇਨ ਕਾਰਨ ਆ ਇਹ। ਮੈਂ ਪ੍ਰਭਮੀਤ ਸਰਕਾਰੀਆ ਨੂੰ ਸਪੈਸ਼ਲ, ਕਿਉਂਕਿ ਮਿਨਿਸਟਰ ਆ ਉਹ, ਉਹਨਾਂ ਨੂੰ ਇਹ ਸਪੈਸ਼ਲ ਕੰਪਲੀਟ ਕੀਤੀ ਸੀ ਵੀ ਇਹਨਾਂ ਨੂੰ ਜਿਹੜੀ ਮੋਹਰਲੀਆਂ ਵਿੰਡੋਆਂ ਆ ਉਹਨਾਂ ਨੂੰ ਜਿੰਨੀ ਲਿਮਟ ਹੋਣੀ ਚਾਹੀਦੀ ਉਨੀ ਟੈਂਟ ਕਰੋ ਜੀ। ਪਰ ਦੇਖੋ ਕਿਸੇ ਨੇ ਵੀ ਉਸ ਗੱਲ ਵੱਲ ਕਦੀ ਵੀ, ਕਿਉਂਕਿ ਜਿਹੜੀ ਮੈਜੋਰਟੀ ਦੇ ਵਿੱਚ ਕੋਈ ਗੱਲਾਂ ਆਉਂਦੀਆਂ ਉਹਨੂੰ ਲੋਕੀ ਕੰਪਲੀਟ ਕਰਦੇ, ਉਹਨੂੰ ਜ਼ਿਆਦਾ ਸੁਣਿਆ ਜਾਂਦਾ, ਇਕੱਲੇ ਕਰੇ ਬੰਦੇ ਨੂੰ ਕਦੇ ਵੀ ਨਹੀਂ ਸੁਣਿਆ ਜਾਂਦਾ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਬਿਲਕੁਲ। ਇਹ ਜਿਹੜੇ ਤੁਸੀਂ ਟੈਂਟਰ ਵਿੰਡੋ ਦੀ ਗੱਲ ਕੀਤੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਜੀ। ਹਾਂਜੀ, ਇਹ ਮੇਨ ਰੀਜ਼ਨ ਇਹ ਹੈ ਜੀ, ਐਕਸੀਡੈਂਟ ਹੋਣ ਦੇ ਕਾਰਨ ਕੋਈ ਵੀ ਬੰਦਾ ਕਿਸੇ ਨੂੰ ਹਿੱਟ ਨਹੀਂ ਕਰਨਾ ਚਾਹੁੰਦਾ, ਕੋਈ ਵੀ ਡਰਾਈਵਰ। ਸਹੀ ਗੱਲ ਹੈ ਜੀ, ਬਿਲਕੁਲ। ਮੈਂ ਪ੍ਰੋਫੈਸ਼ਨਲ ਟਰੱਕ ਡਰਾਈਵਰ ਆ ਜੀ। ਹਾਂਜੀ, ਮੇਰਾ ਵੀ ਇਹੀ ਹੁੰਦਾ ਵੀ ਮੈਂ ਕਿਸੇ ਨੂੰ ਮਤਲਬ ਹਿਊਮਨ ਲਾਈਫ ਕੋਈ ਵੀ ਨਹੀਂ ਚਾਹੁੰਦਾ ਜੀ, ਕੋਈ ਵੀ ਨਹੀਂ ਚਾਹੁੰਦਾ ਹੈ ਉਹਨੂੰ ਕਿਸੇ ਨੂੰ, ਹਾਂਜੀ, ਉਹਨੂੰ ਕਦੇ ਵੀ ਮਤਲਬ ਪੂਰੇ ਧਿਆਨ ਨਾਲ ਡਰਾਈਵਿੰਗ ਕੀਤੀ ਜਾਵੇ। ਪਰ ਜਦੋਂ ਹੁਣ ਵਿੰਡੋਆਂ ਹੀ ਤੁਹਾਡੀਆਂ ਦਿਸਿਆ ਹੀ ਨਹੀਂ ਬੰਦਾ ਕੋਈ ਤੁਹਾਨੂੰ ਆਉਂਦਾ, ਸਹੀ ਗੱਲ ਹੈ, ਤੁਸੀਂ ਕੀ ਕਰੋਗੇ ਉੱਥੇ? ਮਤਲਬ ਕੋਈ ਜਾਣ ਕੇ ਤਾਂ ਨਹੀਂ ਮਾਰ ਰਿਹਾ ਕੋਈ ਕਾਰ। ਇਹਦੇ ਵਿੱਚ ਤੁਸੀਂ ਭੈਣ ਜੀ ਜਿਹੜੇ ਲਾਅ ਦੀ ਗੱਲ ਕਰਦੇ ਸੀ ਨਾ, ਕਾਨੂੰਨ ਜਿਹੜੇ ਉਹ ਜਿਹੜੇ ਮਤਲਬ ਲਾਅ ਆਉਂਦੇ ਆ ਆਪਾਂ ਨੂੰ ਡਰਾਈਵਿੰਗ ਟੈਸਟ ਦੇ ਵਿੱਚ, ਉਹ ਲਾਅ ਨਹੀਂ ਕਿਸੇ ਨੂੰ ਵੀ ਭੁੱਲੇ ਹੈਗੇ। ਗੱਲ ਹੈ ਵੀ ਅਚਨਚੇਤ ਤੇ ਸਾਰਾ ਕੁਝ ਹੋ ਜਾਂਦਾ ਵਾ। ਠੀਕ ਹੈ, ਜਦੋਂ ਬੰਦਾ ਦੱਸਦਾ ਹੀ ਨਹੀਂ ਡਾਰਕ ਕੱਪੜਿਆਂ ਦੇ ਵਿੱਚ, ਉਹਦੇ ਵਿੰਡੋਆਂ ਉਹਦੀਆਂ ਵਿੰਡੋਆਂ ਜਿਹੜੀਆਂ ਬਹੁਤ ਜ਼ਿਆਦੀਆਂ ਡਾਰਕ ਆ, ਉਹਦੇ ਕੱਪੜੇ ਬਹੁਤ ਡਾਰਕ ਆ, ਉਹ ਹਨੇਰੇ ਦੇ ਵਿੱਚ ਦਿਸਿਆ ਹੀ ਨਹੀਂ, ਖਾਸ ਕਰਕੇ ਜਦੋਂ ਮੀਂਹ ਪੈਂਦਾ ਹੁੰਦਾ। ਬਿਲਕੁਲ ਜੀ, ਸਹੀ ਗੱਲ ਹੈ। ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਜੀ ਸਰ। ਆਪਾਂ ਅਗਲੀ ਖਬਰ ਵੱਲ ਰੁਕ ਕਰਦੇ ਹਾਂ। ਖਬਰ ਹੈ ਜੀ ਡਿਸਕਸ਼ਨ ਲਈ, ਇਹ ਮੈਟਰ ਬਹੁਤ ਹੈ ਕਿ ਇਹ ਪ੍ਰੋਗਰਾਮ ਵੀ ਅਧੂਰਾ ਰਹਿ ਜਾਵੇ, ਅਦਰਵਾਈਜ਼ ਟੌਪਿਕ ਕਾਫੀ ਗੁੱਡ ਹੈ ਡਿਸਕਸ਼ਨ ਲਈ, ਇਹਦੇ ਉੱਤੇ ਵੀ ਕਦੇ ਡਿਸਕਸ਼ਨ ਜ਼ਰੂਰ ਕਰਾਂਗੇ। ਸਰ ਅਗਲੀ ਖਬਰ ਹੈ ਕਿ ਮੈਰਿਜੁਆਨਾ ਪ੍ਰਾਪਤ ਹੋਇਆ ਵਾ ਇੱਕ ਟਰੱਕ ਡਰਾਈਵਰ ਦੇ ਕੋਲੋਂ। ਉਹਨਾਂ ਦੇ ਟਰੱਕ ਦੇ ਵਿੱਚੋਂ ਬ੍ਰੈਂਪਟਨ ਦੇ ਇਹ ਡਰਾਈਵਰ ਨੇ ਜੀ, ਜਿਨ੍ਹਾਂ ਦਾ ਨਾਮ ਹੈ ਜੀ ਵਰਿੰਦਰ ਸਿੰਘ, ਤੇ ਇਹ ਟੈਕਸਸ ਵੱਲ ਨੂੰ ਜਾ ਰਹੇ ਸੀ। ਕੋਕ ਦੇ ਵਿੱਚੋਂ ਦੀ ਇਹਨਾਂ ਦੇ ਮੈਰਿਜੁਆਨਾ ਫੜਿਆ ਗਿਆ ਵਾ, 2000 ਪਾਉਂਡ ਦੇ ਕਰੀਬ ਮੈਰਿਜੁਆਨਾ ਆ। ਤੇ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਹਨਾਂ ਦੇ ਟਰੱਕ ਦੇ ਵਿੱਚ ਕੋਈ ਅਜਿਹਾ ਪਦਾਰਥ ਪਿਆ। ਕਾਰਗੋ ਫੈਸਿਲਿਟੀ ਪੋਰਟ ਆਫ ਐਂਟਰੀ ਇਨ ਡਿਟਰੋਇਟ 16 ਤਾਰੀਖ ਨੂੰ ਇੱਕ ਘਟਨਾ ਵਾਪਰੀ ਹੈ ਜੀ। ਜਦੋਂ ਲੰਘਦੇ ਪਹਿਲਾਂ ਐਕਸਰੇ ਹੁੰਦਾ ਜੀ, ਜੋ ਐਕਸਰੇ ਹੋਇਆ ਤਾਂ ਉਹਨੂੰ ਕੁਝ ਸ਼ੱਕ ਸੀ ਜੀ। ਫਿਰ ਦੂਸਰੀ ਜਿਹੜੀ ਚੈੱਕ ਇਨ ਹੋਈ ਹੈ ਉਹਦੇ ਵਿੱਚ ਫਿਰ ਉਹਨਾਂ ਨੇ ਉਹ ਪੋਰਕ ਦੇ ਸੀਗਾ, ਉਹਦੇ ਵਿੱਚ ਨਾਲ ਉਹਦੇ ਕਈ ਪੈਕਟ ਸੀ, ਤਕਰੀਬਨ 2000 ਪਾਉਂਡ ਇਹ ਮੈਰਿਜੁਆਨਾ ਫੜਿਆ ਗਿਆ। ਹਾਂ, ਇਹਨਾਂ ਨੇ ਡਿਨਾਈ ਕੀਤਾ ਜੀ, ਹੋ ਸਕਦਾ ਯੂ ਨੈਵਰ ਨੋ ਇਹ ਜਿੱਥੋਂ ਪੈਕ ਹੁੰਦਾ, ਕਿਉਂਕਿ ਜਿਹੜੇ ਟਰੱਕਿੰਗ ਦੇ ਵਿੱਚ ਕੰਮ ਹੈਗੇ ਨੇ ਜੀ, ਮੋਸਟਲੀ ਜਿਹੜਾ ਟਰੱਕ ਆ ਉਹ ਸੀਲ ਹੋ ਕੇ ਜਾਂਦਾ, ਉਹ ਤੇ ਸੀਲ ਲੱਗਦੀ ਹੈ, ਤੇ ਉਹ ਜੋ ਸੀਲ ਨਹੀਂ ਖੁੱਲੀ ਹੋਈ ਤਾਂ ਪਤਾ ਨਹੀਂ ਡਰਾਈਵਰਸ ਫਿਰ ਕਿਵੇਂ ਜ਼ਿੰਮੇਵਾਰ ਹੋਵੇਗਾ ਜਾਂ ਨਹੀਂ ਹੋਵੇਗਾ। ਪਰ ਇੱਕ ਗੱਲ ਜ਼ਰੂਰ ਹੈਗੀ ਹੈ, ਮੇਰੇ ਖਿਆਲ ਡਰਾਈਵਰ ਨੂੰ ਇਹ ਪੁੱਛਿਆ ਜਾਂਦਾ ਵੀ ਤੇਰੇ ਉਹ ਤੋਂ ਕੋਲ, ਜਿਵੇਂ ਆਪਾਂ ਸੂਟਕੇਸ ਲੈ ਕੇ ਜਾਂਦੇ ਹਾਂ ਕਿਤੇ ਵੀ ਟਰੈਵਲ ਕਰਦੇ ਹਾਂ ਤਾਂ ਤੁਹਾਨੂੰ ਪੁੱਛਦੇ ਵੀ ਤੁਸੀਂ ਆਪ ਪੈਕ ਕੀਤਾ ਸੀਗਾ। ਇਹ ਸਵਾਲ ਡਰਾਈਵਰਸ ਨੂੰ ਕੀਤਾ ਜਾਂਦਾ ਹੈ। ਜਦੋਂ ਇਹ ਸਵਾਲ ਕੀਤਾ ਜਾਂਦਾ ਜੇ ਤੁਸੀਂ ਅਣਗਹਿਲੀ ਕੀਤੀ ਹੈ ਤਾਂ ਕਈ ਵਾਰੀ ਤੁਹਾਨੂੰ ਇਹਦਾ ਅਫਸਾਨਾ ਭੁਗਤਣਾ ਪੈ ਸਕਦਾ। ਪਰ ਉਹੀ ਹੈ ਨਾ ਸਰ, ਲਾਸਟ ਟਾਈਮ ਵੀ ਆਪਣੀ ਇਸ ਗੱਲ ਉੱਤੇ ਡਿਸਕਸ਼ਨ ਹੋਈ ਸੀ ਕਿ ਪਤਾ ਕਿਵੇਂ ਲੱਗੇ ਵੀ ਡਰਾਈਵਰ ਨੂੰ ਇਸ ਗੱਲ ਦੀ ਜਾਣਕਾਰੀ ਹੈ ਜਾਂ ਨਹੀਂ ਹੈ, ਕਿਉਂਕਿ ਕਈ ਵਾਰੀ ਏਦਾਂ ਹੁੰਦਾ ਕਿ ਜਾਣਕਾਰੀ ਨਹੀਂ ਹੁੰਦੀ। ਜਿਹੜੇ ਪੈਕਿੰਗ ਕਰਦੇ ਹੋਣ ਉਹਦੇ ਵਿੱਚ ਤਾਂ ਡਰਾਈਵਰ ਉਸ ਟਾਈਮ ਖੜਾ ਨਹੀਂ ਹੁੰਦਾ ਕਿ ਤੁਹਾਡੇ ਨਾਲ ਦੀ ਨਾਲ ਦੇਖੇ ਕੀ ਪੈਕ ਹੋ ਰਿਹਾ ਕੀ ਨਹੀਂ। ਉਹਨੂੰ ਆਲਰੇਡੀ ਲੋਡਡ ਕਰਕੇ ਇੱਕ ਸੀਲ ਲਗਾ ਕੇ ਟਰੱਕ ਦੇ ਦਿੱਤਾ ਜਾਂਦਾ, ਜਿਹਦੇ ਵਿੱਚ ਕਿਹਾ ਜਾਂਦਾ ਕਿ ਤੁਹਾਡੇ ਸਮਾਨ ਇਹ ਹੈਗਾ ਆ, ਸੋ ਪੇਪਰਸ ਤੁਹਾਨੂੰ ਸੌਂਪ ਦਿੱਤੇ ਜਾਂਦੇ ਆ। ਸਮਟਾਈਮਸ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਹੈਗਾ ਕਿ ਟਰੱਕ ਦੇ ਵਿੱਚ ਕੀ। ਯੈਸ ਯੂ ਰਾਈਟ। ਹਾਂ, ਹੁਣ ਪਤਾ ਨਹੀਂ ਕੇਸ ਚੱਲੇਗਾ ਜੀ, ਪਤਾ ਨਹੀਂ ਇਹਨਾਂ ਦੇ ਜੇ ਇਨੋਸੈਂਟ ਹੈਗੇ ਨੇ ਜਾਂ ਨਹੀਂ ਹੈਗੇ, ਬਟ ਇਹ ਐਸੇ ਕਈ ਕੇਸ ਹੋਏ ਨੇ। ਔਰ ਅੱਗੇ ਆਪਾਂ ਗੱਲ ਕੀਤੀ ਸੀ ਜਿਹੜੇ ਲੋਕ ਡਰੱਗਸ ਦੀ ਸਮਗਲਿੰਗ ਕਰਦੇ ਆ ਉਹ ਇੱਕ ਦਿਹਾੜੀ 'ਚ ਕਈ ਲੰਘਾਉਂਦੇ ਆ। ਉਹਨਾਂ ਜੋ ਇੱਕ ਅੱਧਾ ਫੜਿਆ ਵੀ ਜਾਵੇ ਤਾਂ ਉਹਨਾਂ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਜਿਹੜਾ ਫੜਿਆ ਜਾਂਦਾ ਵਿਚਾਰਾ, ਚਾਹੇ ਉਹ ਕਸੂਰਵਾਰ ਆ ਚਾਹੇ ਨਹੀਂ ਹੈਗਾ, ਉਹਦੀ ਜ਼ਿੰਦਗੀ ਤਾਂ ਖਰਾਬ ਹੋ ਜਾਂਦੀ। ਸਰ ਬਿਲਕੁਲ, ਤੇ ਮਾਮਲੇ 'ਚ ਇਹ ਰੁਕਣ ਦਾ ਨਾਮ ਨਹੀਂ ਲੈ ਰਹੇ। ਹਜੇ ਕੱਲ੍ਹ ਹੀ ਆਪਾਂ ਖਬਰ ਦੇਖੀ ਸੀ ਕਿ ਜਿਹੜੀ ਪੀਲ ਪੁਲਿਸ ਨੇ ਐਡਾ ਵੱਡਾ ਰੈਕੇਟ ਜਿਹੜਾ ਆ ਉਹ ਬਸਟ ਕੀਤਾ ਆ। ਬਿਲਕੁਲ, ਤੇ ਹੁਣ ਦੇਖਦੇ ਹਾਂ ਜੀ ਅੱਗੇ ਕਿੰਨੇ ਕੁ ਇਹੋ ਜਿਹੇ ਮਾਮਲੇ ਹਜੇ ਹੋਰ ਸਾਹਮਣੇ ਆਉਂਦੇ ਨੇ। ਖਬਰ ਹੈ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਜੀ। ਫਸਟ ਨੇਸ਼ਨ ਦੇ ਲੋਕਾਂ ਨੂੰ ਉਹਨਾਂ ਨੂੰ ਕੁਝ ਸਹੂਲਤਾਂ ਦੇਣ ਦੇ ਲਈ ਸਰਕਾਰ ਨੇ ਉਹਨਾਂ ਦੇ ਲਈ ਇੱਕ ਪੂਰਾ ਹੋਟਲ ਹੀ ਬੁੱਕ ਕਰਵਾ ਦਿੱਤਾ ਹੈ। ਸਰ ਕਿੱਥੇ ਇਹ ਬੁੱਕ ਕਰਵਾਇਆ ਗਿਆ ਤੇ ਕਿਉਂ ਕਰਵਾਇਆ ਗਿਆ? ਨੈਸਕਨਟਾਗਾ ਫਰਸਟ ਨੇਸ਼ਨ ਹੈਗੀ ਜੀ। ਇਹ ਬਹੁਤ ਨੇਸ਼ਨਸ ਬਹੁਤੀਆਂ ਨੇ, ਹਰ ਇੱਕ ਦੇ ਵੱਖਰੇ ਵੱਖਰੇ ਨਾਮ ਹੈਗੇ। ਗੱਲ ਕਰਾਂਗੇ ਜੀ ਇਸ ਖਬਰ ਦੇ ਉੱਤੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ? ਜੀ ਅਸੀਂ ਬਿਲਕੁਲ ਤੋਂ ਬੋਲ ਰਹੇ ਹਾਂ। ਮੈਂ ਪੁੱਛਣਾ ਸੀ ਕਿ ਵਿਜ਼ਟਰ ਲੈ ਹੁਣ ਆ ਰਹੇ ਕੈਨੇਡਾ ਨਹੀਂ ਹੈ ਜੀ? ਵਿਜ਼ਿਟਰਸ ਦੀ ਤੁਸੀਂ ਗੱਲ ਕਰ ਰਹੇ ਹੋ? ਜੀ ਵਿਜ਼ਟਰ ਵੀਜ਼ਾ ਵਾਲੇ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਵਿਜ਼ਟਰਸ ਵੀਜ਼ਾ ਵਾਲੇ ਸਰ? ਮੈਨੂੰ ਇੰਨਾ ਜ਼ਰੂਰ ਪਤਾ ਵੀ ਮੇਰਾ ਮਿੱਤਰ ਆਇਆ ਜੀ ਇਸ ਵੇਲੇ ਵਿਜ਼ਟਰ ਵੀਜ਼ੇ ਤੇ ਆਇਆ ਜੀ, ਪਿਛਲੇ ਹਫਤੇ ਆ ਕੇ ਹਲੇ ਮੇਰੇ ਖਿਆਲ 10 ਦਿਨ ਹੋਏ ਜੋ ਆਏ। ਇਹਦਾ ਮਤਲਬ ਵਿਜ਼ਟਰ ਵੀਜ਼ੇ ਵਾਲੇ ਆ ਰਹੇ ਆ। ਸਰ ਜਿੱਥੇ ਤੱਕ ਸਾਨੂੰ ਜਾਣਕਾਰੀ ਆ ਕਿ ਜਿੰਨੀ ਦੇਰ ਤੱਕ ਕੋਈ ਐਮਰਜੈਂਸੀ ਨਹੀਂ ਹੈਗੀ ਉਨੀ ਦੇਰ ਤੱਕ ਨਹੀਂ ਆ ਸਕਦੇ ਹੈਗੇ, ਤੇ ਕੋਈ ਫਰਸਟ ਫੈਮਿਲੀ ਮੈਂਬਰਸ ਹੋਣ ਜਾਂ ਫਿਰ ਕੋਈ ਐਮਰਜੈਂਸੀ ਆਈ ਹੋਵੇ ਤਾਂ ਭਾਵੇਂ ਆ ਜਾਣ। ਐਮਰਜੈਂਸੀ ਕੋਈ ਨਹੀਂ ਜੀ, ਪਰਿਵਾਰ ਨੂੰ ਮਿਲਣ ਆਏ ਜੀ, ਬਸ ਇਹੀ ਕਿਹਾ। ਵੀਜ਼ਾ ਉਹਨਾਂ ਨੂੰ ਮਿਲੇ ਹੋਏ ਨੂੰ ਮੇ ਵੀ ਹੁਣ ਅੰਦਰੋਂ ਕੀ ਰੀਜ਼ਨ ਦਿੱਤਾ ਹੋਣਾ ਵੀ ਉਹਨਾਂ ਨੂੰ ਵੀਜ਼ਾ ਮਿਲੇ ਨੂੰ ਹੋ ਗਏ ਸੀਗੇ ਤਕਰੀਬਨ 7-8-10 ਮਹੀਨੇ ਹੋ ਗਏ ਨੇ ਮੇਰੇ ਖਿਆਲ, ਪਰ ਇਸ ਹੁਣ ਸਾਰਾ ਇਸ ਕੰਮ ਤੇ ਹੋਲਡ ਸੀਗਾ। ਹੁਣ ਦੁਬਾਰੇ ਉਹਨਾਂ ਨੇ ਆਪਦੀ ਕਨਫਰਮ ਕਰਕੇ ਫੇਰ ਆਏ ਨੇ। ਤੇ ਕਿਉਂਕਿ ਸਾਡੀ ਜਦੋਂ ਕੰਸਲਟੈਂਟਸ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਆ ਕਿ ਜਿਵੇਂ ਫੈਮਿਲੀ ਮੈਂਬਰਸ ਇਸ ਤਰੀਕੇ ਨਾਲ ਆ ਸਕਦੇ ਆ ਕਿ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਕੈਨੇਡਾ ਵਿੱਚ ਹੈ ਜਿਹਨੂੰ ਤੁਸੀਂ ਦੇਖਣ ਲਈ ਜਾ ਸਕਦੇ ਹੋ, ਕਿ ਉਹ ਨਹੀਂ ਜਾ ਸਕਦੇ ਇੰਡੀਆ ਕਿਉਂਕਿ ਉਹਨਾਂ ਦੀ ਜਾਂ ਸਿਹਤ ਨਹੀਂ ਸਹੀ ਹੈਗੀ ਜਾਂ ਉਹ ਉਮਰ ਦਰਾਜ਼ ਨੇ ਜਾਂ ਉਹਨਾਂ ਦੇ ਨਾਲ ਕਿਸੇ ਹੋਰ ਨੂੰ ਜਾਣਾ ਪੈਣਾ। ਅਜਿਹੀਆਂ ਕੰਡੀਸ਼ਨਸ ਦੇ ਵਿੱਚ ਵਿਜ਼ਿਟਰਸ ਆ ਸਕਦੇ ਨੇ ਆਪਣੀ ਫੈਮਿਲੀ ਨੂੰ ਮਿਲਣ ਲਈ, ਪਰ ਜੇ ਤੁਸੀਂ ਕੋਈ ਘੁੰਮਣ ਫਿਰਨ ਦੇ ਲਈ ਆਉਣਾ ਫਿਰ ਨਹੀਂ ਅਲਾਉ ਹੈਗਾ। ਓਕੇ, ਫਿਰ ਮੇਬੀ ਆਈ ਗੈਸ देयर इज मोर टू द स्टोरी, बट ਮੈਂ ਤੁਹਾਨੂੰ ਦੱਸ ਦਿੰਦਾ ਕਿ ਹਸਬੈਂਡ ਵਾਈਫ ਵਿਜ਼ਟਰ ਵੀਜ਼ੇ ਤੇ ਇੱਥੇ ਆਏ ਨੇ। ਬਿਲਕੁਲ, ਨਾਲ ਹੀ ਦਰਸ਼ਕਾਂ ਨੂੰ ਇੱਕ ਲੇਟੈਸਟ ਜਾਣਕਾਰੀ ਜ਼ਰੂਰ ਦੇ ਦਈਏ ਕਿ ਇੰਡੀਆ ਦੇ ਵਿੱਚ ਜਿਹੜੇ ਆ ਵੀਜ਼ਾ ਐਪਲੀਕੇਸ਼ਨ ਸੈਂਟਰਸ ਕੈਨੇਡਾ ਦੇ 20 ਨਵੰਬਰ ਤੋਂ ਖੁੱਲਣ ਜਾ ਰਹੇ ਨੇ। ਸੋ ਜਿਨ੍ਹਾਂ ਦੇ ਕੇਸਿਸ ਇਸ ਵਕਤ ਬਾਇਓਮੈਟ੍ਰਿਕਸ ਦੀ ਵੇਟ ਵਿੱਚ ਬੈਠੇ ਸੀਗੇ, ਅਪਾਇੰਟਮੈਂਟ ਦਿੱਤੀ ਜਾਏਗੀ। ਹੁਣ ਅਪਾਇੰਟਮੈਂਟ ਦੇ ਨਾਲ ਤੁਸੀਂ ਬਾਇਓਮੈਟ੍ਰਿਕਸ ਕਰਵਾ ਸਕਦੇ ਹੋ। ਇੱਕ ਨੂੰ ਕਾਲ ਆਏਗੀ ਜਿਨ੍ਹਾਂ ਦੇ ਕੇਸ ਇਸ ਵਕਤ ਪੈਂਡਿੰਗ ਨੇ। ਸੋ 20 ਨਵੰਬਰ ਤੋਂ ਇੰਡੀਆ ਦੇ ਵਿੱਚ ਕੈਨੇਡਾ ਦੇ ਜਿਹੜੇ ਆ ਵੀਜ਼ਾ ਐਪਲੀਕੇਸ਼ਨ ਸੈਂਟਰ ਉਹ ਖੁੱਲਣ ਜਾ ਰਹੇ ਨੇ। ਵੱਖ-ਵੱਖ ਲੋਕੇਸ਼ਨਸ ਨੇ ਜੀ, ਚੰਡੀਗੜ੍ਹ, ਜਲੰਧਰ, ਬੈਂਗਲੁਰੂ, ਅਹਿਮਦਾਬਾਦ ਤੇ ਮੁੰਬਈ ਤੇ ਨਾਲ ਦਿੱਲੀ। ਸੋ ਇਹਨਾਂ ਲੋਕੇਸ਼ਨਸ ਦੇ ਉੱਤੇ ਖੁੱਲਣ ਜਾ ਰਹੇ ਨੇ ਜੀ ਸਰ। ਜਿਹੜੀ ਉਹ ਵਿਕਟੋਰੀਅਨ ਹੈਗੀ ਹੈ ਜੀ ਥੰਡਰਬੇ ਦੇ ਵਿੱਚ, ਉੱਥੇ ਸਾਰੀ ਜਿਹੜੀ ਉਹਨਾਂ ਦੀ ਕਮਿਊਨਿਟੀ ਆ ਉਹਨੂੰ ਮੂਵ ਕਰਕੇ ਇੱਕ ਹੋਟਲ ਦੇ ਵਿੱਚ ਸ਼ਿਫਟ ਕੀਤਾ ਗਿਆ। ਸ਼ਿਫਟ ਕਿਉਂ ਕੀਤਾ ਗਿਆ? ਉੱਥੇ ਪਾਣੀ ਦੀ ਪ੍ਰੋਬਲਮ ਹੈ, ਵਾਟਰ ਬੋਇਲਿੰਗ ਉਹਨਾਂ ਦੀ ਐਡਵਾਈਜ਼ਰੀ ਹੋਈ ਹੈ। ਪਾਣੀ ਉਹਨਾਂ ਦਾ ਜਿਹੜੇ ਸੋਰਸ ਤੋਂ ਪਾਣੀ ਆਉਂਦਾ ਸੀ ਉਹ 'ਚ ਕਿਸੇ ਆਇਲ ਦਾ ਮਿਕਸ ਆਇਆ ਹੈ। ਸੋ ਫਿਰ ਉਹ ਕੀ ਕਰਨ, ਸਾਰੀ ਕਮਿਊਨਿਟੀ ਨੂੰ ਮੂਵ ਕਰਕੇ ਉੱਥੇ ਰਹਿੰਦਾ ਗਿਆ। ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ। ਮੈਂ ਆਮ ਨਾਟ ਅਗੇਂਸਟ ਨੇਟਿਵ ਇੰਡੀਅਨਸ। ਇਹ ਪਹਿਲਾਂ ਦੇ ਇੱਥੇ ਸੀਗੇ, ਦੂਜੇ ਬਾਅਦ ਚ ਆਏ ਨੇ, ਫ੍ਰੈਂਚ ਐਂਡ ਇੰਗਲਿਸ਼ ਬਾਅਦ ਚ ਆਏ ਨੇ। ਇਹ ਆ ਕੇ ਇੰਨੇ ਕਾਮਯਾਬ ਹੋਏ ਹੋਏ ਨੇ। ਉਹ ਉੱਥੇ ਰਹਿੰਦੇ ਕਾਮਯਾਬ, ਇੱਥੇ ਰਹਿੰਦੇ ਹੋਏ ਪਹਿਲਾਂ ਤੋਂ ਸਦੀਆਂ ਤੋਂ ਉਹ ਕਾਮਯਾਬ ਨਹੀਂ। ਕਾਰਨ ਕੀ? ਉਹੀ ਹੈ ਕਿ ਸਮਟਾਈਮਸ ਜਿਵੇਂ ਆਪਾਂ ਕਹਿੰਦੇ ਆ ਕਿ ਆਪਣੇ ਕਲਚਰ, ਆਪਣੀਆਂ ਜੜ੍ਹਾਂ ਨੂੰ ਕੋਈ ਛੱਡਣਾ ਨਹੀਂ ਚਾਹੁੰਦਾ, ਬਟ ਇਹ ਹੈ ਕਿ ਸਮਟਾਈਮਸ ਉਹ ਆਪਣੇ ਬੱਚਿਆਂ ਨੂੰ ਇਸੇ ਚੱਕਰ ਦੇ ਵਿੱਚ ਐਜੂਕੇਸ਼ਨ ਨਹੀਂ ਪ੍ਰੋਵਾਈਡ ਕਰਵਾਉਂਦੇ। ਜਿਹੜੀਆਂ ਲੇਟੈਸਟ ਫੈਸਿਲਿਟੀਜ਼ ਨੇ, ਜੋ ਟੈਕਨੀਕਸ ਆ ਚੁੱਕੀਆਂ ਨੇ, ਉਹਨਾਂ ਦਾ ਇਸਤੇਮਾਲ ਇਹ ਸੋਚ ਕੇ ਨਹੀਂ ਕਰਦੇ ਕਿ ਸਾਡੇ ਕਲਚਰ ਦੇ ਉੱਤੇ, ਸਾਡੀ ਹੋਂਦ ਦੇ ਉੱਤੇ ਬੁਰਾ ਪ੍ਰਭਾਵ ਪਾਉਣਗੀਆਂ, ਜਿਹਦੇ ਚੱਕਰ ਦੇ ਵਿੱਚ ਹੁਣ ਵੀ ਜਿਹੜੀ ਆ ਉਹ ਇੰਨੀ ਤਰਾਸਦੀ ਵਾਲੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰਨ ਲਈ ਮਜਬੂਰ ਹੋਏ ਪਏ ਨੇ। ਪਰ ਜਿਹੜੇ ਹਾਲਾਤ ਨੇ ਤਰਨ, ਜੇ ਤੁਸੀਂ ਉਹਨਾਂ ਥਾਵਾਂ ਤੇ ਮੈਂ ਜਾ ਕੇ ਨਹੀਂ ਦੇਖਿਆ, ਬਟ ਜਿਹੜੀਆਂ ਰਿਮੋਟ ਹੈਗੀਆਂ ਨੇ, ਇੱਥੇ ਜਿਹੜੇ ਨੇੜੇ ਵਾਲੇ ਹੈਗੇ ਰਿਜ਼ਰਵਸ ਉਹ ਮੈਂ ਦੇਖੇ ਹੋਏ ਨੇ। ਜਿਹੜੀਆਂ ਰਿਮੋਟ ਕਮਿਊਨਿਟੀਜ਼ ਹੈਗੀਆਂ ਨੇ ਉੱਥੇ ਜਾਣਾ ਹੀ ਔਖਾ ਹੈ। ਉੱਥੋਂ ਕੋਈ ਆਉਣ ਨੂੰ ਤਿਆਰ ਨਹੀਂ ਹੈ। ਕਿਉਂ? ਸਰਕਾਰ ਦੀਆਂ ਪਹਿਲਾਂ ਦੀਆਂ ਪਾਲਿਸੀਜ਼ ਹੈਗੀਆਂ ਨੇ ਜਿਹੜੀ ਕਿ ਸਪੋਰਟ ਕਰਦੀਆਂ ਨੇ। ਉਹ ਜਿਹੜੀ ਸਪੋਰਟ ਕਰਦੀਆਂ ਨੇ ਮੋਸਟਲੀ ਉਹਨਾਂ ਦੇ ਲੀਡਰ ਹੀ ਲੈ ਜਾਂਦੇ ਜੀ। ਇਹ ਇਟਸ ਅ ਨੋਨ ਫੈਕਟ। ਜਿਹੜਾ ਉਹਨਾਂ ਦਾ ਲੀਡਰ ਹੈ ਮੋਸਟਲੀ ਉਹਨਾਂ ਦੇ ਲੀਡਰ ਬਹੁਤ ਵਧੀਆ ਰਹਿੰਦੇ ਆ, ਸੇਮ ਐਜ਼ ਬੈਕ ਹੋਮ। ਤੇ ਜਿਹੜੀ ਕਮਿਊਨਿਟੀ ਹੈਗੀ ਆ, ਕਮਿਊਨਿਟੀ ਦੀ ਹਾਲਤ ਮੰਦੀ ਆ, ਬਹੁਤ ਬਦਤਰ ਹੁੰਦੀ ਜਾ ਰਹੀ ਆ। ਸੈਕੰਡਲੀ ਉਹ ਲੋਕ ਜੋ ਵਿਹਲੇ ਰਹਿੰਦੇ ਆ, ਹੋਰ ਕੀ ਕਰਨਾ, ਨਸ਼ਿਆਂ 'ਚ ਲੱਗ ਜਾਂਦੇ ਆ, ਗੈਸ ਦੀ ਸੁੰਘਣ ਲੱਗ ਜਾਂਦੇ ਆ, ਜਾਂ ਕਿਸੇ ਵੀ ਕਿਸਮ ਦਾ ਸ਼ਰਾਬ ਹੈ, ਜੋ ਕੁਝ ਵਿਹਲਾ ਬੰਦਾ ਕਰੇਗਾ ਕੀ। ਜਿਹੜਾ ਉੱਥੋਂ ਬਾਹਰ ਆ ਜਾਂਦਾ ਉਹ ਤਰੱਕੀ ਕਰ ਜਾਂਦਾ, ਉਹ ਸੈਟਲ ਹੋ ਜਾਂਦਾ। ਉਹਨਾਂ ਨੂੰ ਸਹੂਲਤਾਂ ਇੱਥੇ ਆ ਕੇ ਵੀ ਹੈ। ਜਦੋਂ ਤੁਸੀਂ ਬਾਕੀ ਜਗ੍ਹਾ ਤੇ ਆਉਂਦੇ, ਤੁਸੀਂ ਜੇ ਨੇਟਿਵ ਹੈਗੇ ਹੋ ਤਾਂ ਤੁਹਾਨੂੰ ਟੈਕਸ ਦੀ ਐਗਜ਼ੈਂਪਸ਼ਨ ਵੀ ਹੈ। ਐਸੀ ਵੱਡੀ ਗੱਲ ਹੈਗੀ ਹੈ। ਈਵਨ ਨੇਟਿਵ ਦੇ ਨਾਲ ਜੇ ਕੋਈ ਵਿਆਹ ਕਰਾਉਂਦਾ ਸ਼ਾਇਦ ਉਹਨੂੰ ਵੀ ਉਹ ਮਿਲਦੀ ਹੈਗੀ ਹੈ। ਸਹੂਲਤਾਂ ਬਹੁਤ ਨੇ। ਇਹ ਹੁਣ ਅਪ ਟੂ ਦੈਮ ਵੀ ਤੁਸੀਂ ਉਹ ਸਹੂਲਤਾਂ ਹੁਣ ਰਿਮੋਟ ਏਰੀਆ ਜਾ ਕੇ ਨਹੀਂ ਡਿਵੈਲਪ ਕੀਤੇ ਜਾ ਸਕਦੇ। ਸਰਕਾਰਾਂ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ। ਜੋ ਸਾਰੇ ਇੱਥੇ ਹੀ ਆ ਜਾਣ, ਥੋੜੀ ਜ਼ਮੀਨ ਹੈਗੀ ਉੱਥੇ, ਸਾਰਾ ਕੁਝ ਹੈਗਾ, ਕਲਚਰ ਆਪਦਾ ਰੱਖੀ ਰੱਖੋ। ਬਾਕੀ ਦੀ ਕਮਿਊਨਿਟੀ ਆ ਕੇ ਵੀ ਇੱਥੇ ਰਹਿਣ ਲੱਗੀਆਂ ਹੋਈਆਂ ਨੇ, ਤਰੱਕੀ ਕਰ ਰਹੀਆਂ ਨੇ। ਬੱਚਿਆਂ ਨੂੰ ਆਪਦੇ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾ ਸਕਦੇ ਹੋ, ਘੱਟੋ ਘੱਟ ਐਜੂਕੇਸ਼ਨ ਜੇ ਪ੍ਰੋਵਾਈਡ ਕਰਾਉਣਗੇ, ਖੁਦ ਤੁਸੀਂ ਚਾਹੇ ਉੱਥੇ ਰਹਿਣਾ ਚਾਹੁੰਦੇ ਹੋ, ਬੱਚਿਆਂ ਦੀ ਜ਼ਿੰਦਗੀ ਤਾਂ ਕੁਝ ਬੈਟਰ ਹੋਏਗੀ। ਉਹ ਆਪਣੇ ਅੱਗੇ ਇਲਾਕੇ ਦਾ ਵਿਕਾਸ ਕਰਨ 'ਚ ਹੋਰ ਜ਼ਿਆਦਾ ਯੋਗਦਾਨ ਪਾਉਣਗੇ। ਬਿਲਕੁਲ। ਪਰ ਇਸ ਪਾਸੇ ਨੂੰ ਸਮਝਾਉਣਾ, ਉੱਥੋਂ ਦੇ ਲੀਡਰਸ ਨੇ ਆਪਣਿਆਂ ਨੂੰ ਸਮਝਾਉਣਾ, ਕਿਉਂਕਿ ਲੀਡਰਸ ਬਾਕੀਆਂ ਨੂੰ ਸਿੱਧੀ ਗੱਲ ਕਰਨ ਨਹੀਂ ਦਿੰਦੇ ਹੈ। ਲੀਡਰ ਨਾਲ ਗੱਲ ਕਰਨੀ ਪੈਂਦੀ ਹੈ। ਦੈਟਸ ਵਾਈ ਇਟਸ ਹੈਪਨਿੰਗ। ਬਿਲਕੁਲ ਜੀ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਇੱਕ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਮਾਰਕਮ ਤੋਂ ਬੋਲਦਾ ਜੀ। ਜੀ ਸਰ, ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਜਿਹੜੀ ਤੁਸੀਂ ਕਰਦੇ ਹੋ ਨਾ ਨੇਟਿਵ ਪੀਪਲ ਦੀ ਗੱਲ, ਉਹਦੇ ਬਾਰੇ ਗੱਲ ਕਰਨਾ ਚਾਹੁੰਦਾ। ਜੀ ਸਰ, ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ?
ਮੈਂ ਉੱਥੇ ਬਹੁਤ ਟਾਈਮ ਸਪੈਂਡ ਕੀਤਾ ਇਹਨਾਂ ਦੇ ਜਿੱਥੇ ਆਬਾਦੀ ਆ। ਨੱਥ ਸਾਹਿਬ ਕਹਿੰਦੇ ਆ ਬਈ ਅਸੀਂ ਆ ਕੇ ਕਾਮਯਾਬ ਹੋ ਗਏ, ਉਹ ਕਿਉਂ ਨਹੀਂ ਹੋਏ? ਹਾਂਜੀ, ਉਹਦਾ ਬਹੁਤ ਵੱਡਾ ਰੀਜ਼ਨ ਆ ਜੀ ਹਾਂ, ਕਿਉਂਕਿ ਉਹ ਜੀ ਸਰ ਤੁਸੀਂ ਟੀਵੀ ਨੂੰ ਹੌਲੀ ਕਰੋ ਜੀ, ਤੁਸੀਂ ਟੀਵੀ ਚੋਂ ਨਾ ਸੁਣੋ ਮੈਂ ਸਾਨੂੰ। ਹੌਲੀ ਉਹੀ ਕਰਨ ਲੱਗਿਆ। ਹਾਂਜੀ, ਕਿਉਂਕਿ ਤੁਹਾਨੂੰ ਡਬਲ ਆਉਂਦੀ ਹੈ। ਜੀ ਸਰ ਦੱਸੋ ਜੀ ਕੀ ਕਹਿਣਾ ਚਾਹੁੰਦੇ ਹਾਂਜੀ ਠੀਕ ਆ ਹੁਣ? ਹਾਂਜੀ, ਹੁਣ ਠੀਕ ਹੈ ਸਰ ਜੀ। ਦੱਸੋ ਜੀ ਆਪਣਾ ਐਕਸਪੀਰੀਅੰਸ। ਹਾਂਜੀ, ਉਹਦਾ ਕਈ ਰੀਜ਼ਨ ਨੇ। ਮੇਨ ਰੀਜ਼ਨ ਇਹ ਆ ਵੀ ਜਦੋਂ ਯੂਰਪੀਅਨ ਪੀਪਲ ਇੱਥੇ ਆਏ ਨੇ, ਉਹਨਾਂ ਨੇ ਤੇ ਇਹਨਾਂ ਦੇ ਵਿਚਾਲੇ ਲੜਾਈ ਬਹੁਤ ਹੋਈ ਆ। ਜੀ ਹਾਂ, ਲੜਾਈ ਹੋਣ ਤੋਂ ਬਾਅਦ ਉਹਨਾਂ ਨੇ ਸੰਧੀ ਕਰ ਲਈ ਵੀ ਆਹ ਏਰੀਆ ਤੁਹਾਡਾ, ਆਹ ਸਾਡਾ। ਜੀ ਹਾਂ, ਉੱਥੋਂ ਫਿਰ ਜਿਹੜੇ ਬੰਦੇ ਸਿਰਕੱਢ ਸੀ ਉਹਨਾਂ ਨਾਲ ਉਹ ਗੋਰਿਆਂ ਲੋਕਾਂ ਨੇ ਵਿਆਹ ਕਰਾ ਲਿਆ, ਲੇਡੀਜ਼। ਜੀ ਹਾਂ, ਉਹਨਾਂ ਦੇ ਪਿੱਛੇ ਰਲ ਗਏ। ਹਾਂਜੀ, ਅੱਛਾ, ਜਿਹੜੇ ਆਮ ਬੰਦੇ ਸੀ ਉਹਨਾਂ ਨੂੰ ਵੈਲਫੇਅਰ ਦੇਣਾ ਸ਼ੁਰੂ ਕਰਤਾ ਜੀ ਹਾਂ, ਤੇ ਉਹ ਨਕੰਮੇ ਕਰਤੇ, ਜਿਵੇਂ ਇੰਡੀਆ 'ਚ ਆਟਾ ਦਾਲ ਦਿੰਦੇ ਆ। ਜੀ ਹਾਂ, ਇਹ ਸਿਸਟਮ ਵਰਤਿਆ ਉਹਨਾਂ ਨੇ। ਜੀ ਹਾਂ, ਉਹਦੇ ਨਾਲ ਉੱਥੇ ਕੀ ਆ, ਜਦੋਂ ਉਹਨਾਂ ਨੂੰ ਚੈੱਕ ਮਿਲਦਾ ਉਹ ਰਾਈਟ ਵੇ ਠੇਕੇ ਤੇ ਜਾਂਦੇ ਆ, ਜੀ ਹਾਂ, ਉੱਥੇ ਉਹ ਡਰੰਕ ਹੋ ਜਾਂਦੇ ਆ, ਉੱਥੇ ਹੀ ਪੈ ਜਾਂਦੇ ਆ। ਜੀ ਹਾਂ। ਪਰ ਇਹ ਮੈਂ ਸੋਚਣਾ ਜੀ ਕਿ ਮੈਂ ਇਹ ਜ਼ਿੰਦਗੀ ਬਤੀਤ ਕਰਨੀ ਚਾਹੁੰਦਾ ਜਾਂ ਮੈਂ ਇਹਦੀ ਜ਼ਿੰਦਗੀ ਨੂੰ ਬੈਟਰ ਕਰਨਾ ਚਾਹੁੰਦਾ। ਜਦ ਮੇਰਾ ਆਪ ਹੀ ਮੈਨੂੰ ਮਿਲ ਰਿਹਾ ਠੀਕ ਆ, ਫਿਰ ਮੈਨੂੰ ਜਿਹੜੀ ਸਹੂਲਤ ਮਿਲ ਰਹੀ ਹੈ ਮੈਂ ਉਹ ਸਹੂਲਤ ਦਾ ਫਾਇਦਾ ਲੈ ਕੇ ਉਹਦੇ ਵਿੱਚ ਮੈਂ ਆਪਦੇ ਆਪ ਨੂੰ ਐਜੂਕੇਟ ਕਰਾਂ, ਤਰੱਕੀ ਕਰਾਂ। ਮੈਂ ਦੇਖਾਂ ਬਾਕੀ ਲੋਕੀ ਜਿਹੜੇ ਇੱਥੇ ਆ ਕੇ ਵਸਣ ਲੱਗੇ ਹੋਏ ਨੇ, ਆਪਾਂ ਆਏ ਆ ਕੇ ਲੋਕੀ ਵਸਣ ਲੱਗੇ, ਉਹ ਇੰਨਾ ਕੁਛ ਕਰ ਰਿਹਾ ਤੇ ਮੈਂ ਇੱਥੇ ਮੈਨੂੰ ਮੁਫਤੇ ਪੈਸੇ ਮਿਲ ਰਿਹਾ। ਮੈਨੂੰ ਸੋਚਣੀ ਚਾਹੀਦੀ ਹੈ ਮੈਂ ਕਿਉਂ ਕਰ ਰਿਹਾ। ਉਹਨਾਂ ਨੂੰ ਉਹ ਏਦਾਂ ਦੇ ਕਰਤਾ, ਨਕੰਮੇ ਕਰਤਾ ਵੀ ਪੈਸੇ ਲਵੋ ਤੇ ਆਪਦਾ ਡਰਿੰਕ ਕਰੋ ਤੇ ਐਸ਼ ਕਰੋ। ਜਦੋਂ ਟਰੂਡੋ ਸਾਹਿਬ ਆਏ ਨੇ, ਉਹਨਾਂ ਨੇ ਇਹਨਾਂ ਵਾਸਤੇ ਚੰਗੇ ਘਰ ਬਣਾਏ। ਉਹ ਸ਼ਰਾਬ ਪੀ ਕੇ ਲੜ ਕੇ ਇਹਨਾਂ ਨੇ ਵਿੰਡੋ ਤੋੜਦੇ, ਡੋਰ ਤੋੜ ਦੇਣੇ। ਉਹ 1-2 ਸਾਲ 'ਚ ਸਾਰੇ ਘਰ ਹੀ ਖਤਮ ਕਰਤੇ। ਇੱਥੋਂ ਤਾਈਂ ਉਹਨਾਂ ਦੀ ਹਾਲਤ ਹੋਈ ਆ। ਠੀਕ ਹੈ ਜੀ, ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਜੀ ਸਰ, ਆਪਣੇ ਬਿਹਾਰ ਵਾਂਗੂ ਅਸੀਂ ਕਹਿ ਸਕਦੇ ਹਾਂ ਜੇ ਕੰਪੈਰੀਜ਼ਨ ਕਰਕੇ ਵੇਖੀਏ ਕਿ ਉੱਥੇ ਵੀ ਇਹੀ ਹਾਲ ਹੈ। ਲੋਕੀ ਇਹ ਚਿਤਰਾਸਤੀ ਵਾਲੇ ਜੀਵਨ ਦੇ ਵਿੱਚ ਹੈਗੇ ਜਾਂ ਦੂਜੇ ਰਾਜਾਂ ਨੂੰ ਭੱਜਦੇ ਆ ਕੰਮ ਕਰਨ ਦੇ ਲਈ। ਆਪਣੇ ਉੱਥੇ ਤਰੱਕੀ ਦੇ ਲਈ ਸਹੀ ਸਰਕਾਰ ਨਹੀਂ ਚੁਣ ਪਾਉਂਦੇ। ਅਸੀਂ ਸਰਕਾਰਾਂ ਤੇ ਦੋਸ਼ ਲਾਉਂਦੇ ਹਾਂ। ਇੱਥੇ ਜੇ ਸਰਕਾਰ ਕੁਝ ਕਰਨ ਦੀ ਕੋਸ਼ਿਸ਼ ਕਰੀਏ ਤਾਂ ਲੋਕੀ ਆਪ ਨਹੀਂ ਇੰਟਰਸਟ ਲੈ ਰਹੇ। ਬਿਲਕੁਲ ਇਸੇ ਕਰਕੇ ਤਰਨ ਹੈ ਉਹ ਪੁਸ਼ਤ ਦਰ ਪੁਸ਼ਤ ਇਸ ਚੀਜ਼ ਦੀ ਕੀਮਤ ਅਦਾ ਕਰ ਰਹੇ ਨੇ। ਕਿਉਂ ਨਹੀਂ ਬਾਹਰ ਨਿਕਲਦੇ? ਉਹਨਾਂ ਦੀ ਲੀਡਰਸ਼ਿਪ ਇਹ ਕਿਉਂ ਨਹੀਂ ਸਮਝਾਉਂਦੀ ਆਪਾਂ ਇਹ ਕੀਤਾ ਜਾ ਸਕੇ? ਸਹੂਲਤ ਦਿੱਤੀ ਜਾ ਰਹੀ ਹੈ ਵੀ ਤੁਸੀਂ ਇਹਦੇ ਵਿੱਚੋਂ ਨਿਕਲੋ, ਪਰ ਸਹੂਲਤ ਨੂੰ ਸਹੀ ਤਰ੍ਹਾਂ ਜੇ ਵਰਤਣਗੇ ਤਾਂ ਇਹ ਤੋਂ ਵੱਧ ਤਰੱਕੀ ਕਰਨਗੇ। ਬਿਲਕੁਲ ਜੀ। ਅਗਲੀ ਖਬਰ ਹੈ ਜੀ, ਕਹਿੰਦੇ ਆ ਖੂਨਦਾਨ ਮਹਾਦਾਨ ਵੀ ਸਾਨੂੰ ਸਭ ਨੂੰ ਕਮ ਸੇ ਕਮ ਆਪਣੀ ਲਾਈਫ 'ਚ ਇੱਕ ਵਾਰੀ ਬਲੱਡ ਡੋਨੇਟ ਜ਼ਰੂਰ ਕਰਵਾਉਣਾ ਚਾਹੀਦਾ। ਪਰ ਇਹ ਵੀ ਜ਼ਰੂਰ ਹੈ ਜਿਹੜੀ ਖਬਰ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਬਲੱਡ ਡੋਨੇਟ ਕਰਨ ਵੇਲੇ ਸਾਵਧਾਨ ਵੀ ਥੋੜਾ ਜਿਹਾ ਜ਼ਰੂਰ ਹੋ ਜਾਓ। ਇੱਕ ਖਬਰ ਸਾਹਮਣੇ ਆਈ ਆ ਓਨਟਾਰੀਓ ਤੋਂ। ਓਨਟਾਰੀਓ ਦੀ ਇੱਕ ਲੜਕੀ ਹੈ ਜੀ, ਜਦੋਂ 17 ਸਾਲ ਦੀ ਹੋਈ, ਗੈਬਰੀਏਲਾ ਐਕਮਨ, ਜਦੋਂ ਇਹ 17 ਸਾਲ ਦੀ ਹੋਈ ਤਾਂ ਇਹ ਬਲੱਡ ਡੋਨੇਟ ਕਰਨ ਲਈ ਐਲੀਜੀਬਲ ਹੋ ਗਈ। ਸੋ ਇਹਨਾਂ ਦਾ ਵੀ ਸੀ ਕਿ ਮੈਂ ਵੀ ਜਾ ਕੇ ਬਲੱਡ ਡੋਨੇਟ ਕਰਾਂ, ਕੁਝ ਵਧੀਆ ਕੰਮ ਕਰਾਂ। ਪਰ ਜਦੋਂ ਬਲੱਡ ਡੋਨੇਟ ਕਰਨ ਗਏ, ਇਸ ਤਰੀਕੇ ਨਾਲ ਬਲੱਡ ਡੋਨੇਟ ਹੋਇਆ ਕਿ ਉਹਨਾਂ ਦੀ ਬਾਂਹ ਜਿਹੜੀ ਆ ਉਹ ਨਕਾਰਾ ਹੋ ਗਈ ਤੇ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਬਾਂਹ ਜਿਹੜੀ ਆ ਕੰਮ ਨਹੀਂ ਕਰ ਪਾ ਰਹੀ ਹੈਗੀ। ਸਰ ਕੀ ਕਾਰਨ ਰਿਹਾ ਇਸ ਦਾ? ਕਾਰਨ ਜਦੋਂ ਉਹਦਾ ਬਲੱਡ ਲਿਆ ਗਿਆ ਤਾਂ ਵੇਨ ਦੇ ਵਿੱਚੋਂ ਲੈਣਾ ਹੁੰਦਾ। ਜਦੋਂ ਉਹ ਪੰਚਰ ਕੀਤਾ ਗਿਆ ਤਾਂ ਉਹ ਵੇਨ ਦੀ ਥਾਂ ਤੇ ਆਰਟਰੀ ਦੇ ਵਿੱਚ ਚਲਾ ਗਿਆ। ਉਹ ਜਦੋਂ ਉਹਦੀ ਆਰਟਰੀ 'ਚ ਚਲਾ ਗਿਆ, ਜਿਹੜੀ ਨਰਸ ਨੇ ਲਿਆ ਸੀ ਉਹਨੇ ਔਚ ਗਿਆ, ਕਿਉਂਕਿ ਇਹ ਲੜਕੀ ਪਹਿਲੀ ਵਾਰੀ ਬਲੱਡ ਦੇ ਰਹੀ ਸੀ, ਇਹਨੂੰ ਪਤਾ ਨਹੀਂ ਸੀ ਇਸ ਗੱਲ ਦਾ। ਬਲੱਡ ਚਲਾ ਗਿਆ, 15 ਮਿੰਟ ਮਗਰੋਂ ਇਹਨੂੰ ਜਲਣ ਹੋਣ ਲੱਗੀ ਤੇ ਪ੍ਰੋਬਲਮ ਆਉਣ ਲੱਗੀ ਵੀ। ਮੁੜ ਕੇ ਉਹਨਾਂ ਕੋਲ ਹੀ ਆਇਆ, ਕਹਿੰਦੇ ਕੋਈ ਗੱਲ ਨਹੀਂ, ਤਾਂ ਪਹਿਲੀ ਵਾਰੀ ਤਾਂ ਸ਼ਾਇਦ ਇਹ ਗੱਲ ਹੋਵੇ। ਬਟ ਮੁੜ ਕੇ ਫੇਰ ਉਹ ਆਈ, ਤਕਲੀਫ ਜ਼ਿਆਦਾ ਸੀਗੀ। ਉਹ ਕਹਿੰਦੇ ਉਹ ਤੁਸੀਂ ਐਮਰਜੈਂਸੀ ਜਾਓ। ਐਮਰਜੈਂਸੀ ਗਏ, ਉਹਨਾਂ ਨੇ ਘਰੇ ਭੇਜਤਾ, ਲੱਗਾ ਕੁਝ ਨਹੀਂ ਹੈ। ਕੁਛ ਦਿਨਾਂ ਬਾਅਦ ਉੱਥੇ ਕਲੌਟ ਬਣ ਗਿਆ। ਕਲੌਟ ਬਣ ਕੇ ਉਹਨੂੰ ਪ੍ਰੋਬਲਮ ਆਉਣ ਲੱਗ ਪਈ ਆ। ਅਖੀਰ ਉਹਦੀ ਐਮਰਜੈਂਸੀ ਦੇ ਵਿੱਚ ਬਾਂਹ ਦੀ ਸਰਜਰੀ ਹੋਈ। ਸਰਜਰੀ ਹੋਣ ਤੋਂ ਮਗਰੋਂ ਵੀ ਬਾਂਹ ਠੀਕ ਨਹੀਂ ਹੋਈ। ਹੁਣ ਉਹਦੀ ਬਾਂਹ, ਸੱਜੀ ਬਾਂਹ, ਉਹ ਹੁਣ ਕੰਮ ਨਹੀਂ ਕਰਦੀ। ਉੱਥੇ ਉਹਨੂੰ ਕਾਸਟ ਪਾਉਣੀ ਪੈਂਦੀ ਹੈਗੀ ਆ। ਜਾਣਦੀ ਇਹ ਜਿਹੇ ਕੇਸ 10,000 ਚੋਂ ਇੱਕ, ਵੈਸੇ ਬਹੁਤ ਵੱਡਾ ਨੰਬਰ ਹੈ ਜੀ ਮੈਨੂੰ ਲੱਗਦਾ ਜੀ। 10,000 ਤੋਂ ਜੇ ਇੱਕ ਐਡਾ ਵੱਡਾ ਇੱਕ ਐਸਾ ਕੇਸ ਹੋ ਸਕਦਾ, ਇਟਸ ਅ ਵੈਰੀ ਬਿਗ ਨੰਬਰ। ਮੈਨੂੰ ਇਹ ਕਿਉਂਕਿ ਲੋਕੀ ਕੀ ਤਾਂ 2-2 ਵਾਰੀ, 10 ਵਾਰੀ, 75 ਵਾਰੀ, 80 ਵਾਰੀ ਕੀ ਲੋਕਾਂ ਨੇ 100 ਵਾਰੀ ਲੋਕਾਂ ਨੇ ਬਲੱਡ ਡੋਨੇਟ ਕੀਤਾ ਹੈ, ਇੰਨੀ ਵਾਰੀ ਕੀਤਾ ਹੈ। ਸੋ ਦਿਸ ਨੰਬਰ, ਇਹ ਤਾਂ ਕਿਤੇ ਵੀ ਗੱਲ ਹੋ ਸਕਦੀ ਹੈਗੀ ਆ। ਸੋ ਜਿਹੜੀਆਂ ਬਲੱਡ ਡੋਨੇਸ਼ਨ ਉਹਨਾਂ ਨੇ ਹੁਣ ਇਹਨੂੰ ਕੇਸ ਕੀਤਾ ਜੀ। ਉਹ ਪਰ ਕਹਿੰਦੀ ਲੋਕਾਂ ਨੂੰ ਕਹਿੰਦੀ ਬਲੱਡ ਤਾਂ ਦਿੰਦੇ ਹੀ ਰਹੋ, ਪਰ ਜਿਹੜੀ ਇਹਦੀ ਕਹਿੰਦੀ ਮੇਰੀ ਲਾਈਫ ਸਾਰੀ 17 ਸਾਲ ਦੀ ਹੈ ਵਿਚਾਰੀ, ਹੁਣ 22 ਸਾਲ ਦੀ ਹੋ ਗਈ ਹੈ, ਸਟਿਲ ਕੰਮ ਨਹੀਂ ਕਰ ਸਕਦੀ। ਇਹਦੀ ਮਦਰ ਨੂੰ ਇਹਦੀ ਹੈਲਪ ਕਰਨੀ ਪੈਂਦੀ ਹੈ, ਸਭ ਕੁਝ ਕਰਨਾ ਪੈਂਦਾ। ਗੱਲ ਕਰਾਂਗੇ ਜੀ ਇੱਕ ਦਰਸ਼ਕ ਜੁੜ ਕੇ। ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਮੈਂ ਨਿਊਜਰਸੀ ਤੋਂ ਇੰਦਰਜੀਤ ਸਿੰਘ ਬੋਲਦਾ ਜੀ। ਜੀ ਸਰ, ਦੱਸੋ ਜੀ ਕੀ ਕਹਿਣਾ। ਮੈਂ ਇਹ ਕਹਿਣਾ ਚਾਹੁੰਦਾ, ਸਭ ਗੱਲ ਕਰਦੇ ਸੀ ਕਿ ਨੇਟਿਵ ਅਮਰੀਕਨ ਜਿਹੜੇ ਆ ਇਹਨਾਂ ਨੂੰ ਮਤਲਬ ਇਹਨਾਂ ਨੂੰ ਸਿਰ ਚੱਕਣੇ ਨਹੀਂ ਦਿੰਦੇ, ਤਾਂ ਉਹ ਫਿਰ ਚੱਕਣ ਕਿੱਦਾਂ, ਕਿਉਂਕਿ ਉਹਨਾਂ ਨੂੰ ਨਸ਼ਾ ਵੀ ਫਰੀ, ਜਿਹੜੀ ਬਾਹਰੋਂ ਚੀਜ਼ ਮਿਲਦੀ ਆ $10 ਦੀ, ਉਹਨਾਂ ਨੂੰ ਨਸ਼ਾ ਮਿਲਦਾ ਆ ਆਪਣੇ $7 ਦਾ। ਉਹ ਸਿਰ ਨਹੀਂ ਉਹਨੂੰ ਚੱਕਣ ਦਿੰਦੇ, ਕਿਉਂਕਿ ਉਹਨਾਂ ਨੂੰ ਕਹਿੰਦੇ ਵੀ ਉੱਠਣਾ ਹੀ ਨਾ, ਉਹ ਇਸ ਕਰਕੇ ਨਸ਼ੇ ਲੱਗੀ ਹੋਆ ਜੀ। ਨਹੀਂ, ਉਹ ਇੱਕ ਗੱਲ ਮੈਂ ਹੋਰ ਹੈ ਜੀ, ਜੇ ਉਹ ਉੱਠ ਖੜਨਗੇ, ਲੈਟਸ ਸੇ ਦਿਸ ਵੇ, ਜੇ ਉਹ ਉੱਠ ਖੜਦੇ ਆ ਕੀ ਉਹ ਬਾਕੀ ਦੇਸ਼ ਦਾ ਨੁਕਸਾਨ ਕਰਨਗੇ? ਨੁਕਸਾਨ ਤਾਂ ਨਹੀਂ ਕਰਦੇ, ਕੰਟਰੀ ਲੈ ਲਈਏ, ਲੈ ਗਈ, ਲੈ ਲਈ ਉਹ ਆ ਕੰਟਰੀ ਲੈ ਲਿਆ ਹੈ, ਦੇਣਾ ਨਹੀਂ। ਐਗਰੀਮੈਂਟਸ ਹੋ ਗਏ ਨੇ, ਅਸੀਂ ਕੰਟਰੀ ਤੇ ਕੰਟਰੋਲ ਕਰ ਚੁੱਕੇ ਹਾਂ। ਹੁਣ ਜਿਹੜੇ ਇਹ ਲੋਕ ਨੇ ਇਹ ਉਹਨਾਂ ਨੂੰ ਸਹੂਲਤਾਂ ਦੇ ਰਹੇ ਨੇ, ਉਹ ਜਿਹੜੇ ਐਗਰੀਮੈਂਟ ਆ ਦੁਬਾਰੇ ਵੀ ਹੋ ਰਹੇ ਨੇ, ਕਈਆਂ ਦੇ ਨਾਲ ਐਸੇ ਹੋਏ ਨੇ ਕਿ ਫਸਟ ਐਗਰੀਮੈਂਟ ਨੂੰ ਕਹਿੰਦੇ ਨਹੀਂ ਸਾਨੂੰ ਘੱਟ ਮਿਲੇ ਸੀਗੇ, ਸਰਕਾਰ ਨੇ ਹੋਰ ਕੰਪਨਸੇਸ਼ਨ ਦੇ ਦਿੱਤਾ, ਇਹੋ ਜਿਹਾ ਕੁਝ ਕੀਤਾ ਜਾ ਰਿਹਾ ਹੈਗਾ। ਪਰ ਫਿਰ ਵੀ ਇਹ ਅਖੀਰ ਮੈਨੂੰ ਲੱਗਦਾ ਇਹ ਆਪਣੇ ਇੰਡੀਵਿਜੂਅਲ ਤੇ ਵੀ ਡਿਪੈਂਡ ਕਰਦਾ ਜੀ। ਜੇ ਮੈਨੂੰ ਨਸ਼ਾ ਹੀ ਮਿਲੀ ਜਾ ਰਿਹਾ, ਮੈਂ ਸੋਚਣਾ ਕਿ ਇਹ ਨਸ਼ਾ ਮੇਰੇ ਵਾਸਤੇ ਚੰਗਾ, ਮੇਰੀ ਜ਼ਿੰਦਗੀ ਵਾਸਤੇ ਚੰਗਾ, ਮੇਰੀ ਔਲਾਦ ਵਾਸਤੇ ਚੰਗਾ, ਕਿ ਮੈਂ ਅਗਲੀ ਔਲਾਦ ਪ੍ਰੋਡਿਊਸ ਵੀ ਕਰ ਸਕੂੰਗਾ ਕਿ ਨਹੀਂ ਕਰ ਸਕੂੰਗਾ, ਇਹ ਹੁਣ ਮੈਂ ਸੋਚਣਾ। ਜੇ ਮੈਂ ਨਹੀਂ ਸੋਚਦਾ ਤਾਂ ਫਿਰ ਮੇਰੇ ਨਾਲ ਇਹ ਕੁਝ ਹੋਣਾ ਹੀ ਆ। ਤੁਹਾਨੂੰ ਕਿਵੇਂ ਲੱਗਦਾ ਇਸ ਬਾਰੇ? ਜੀ ਬਿਲਕੁਲ। ਨਟ ਸਾਹਿਬ 1988 ਦੇ ਵਿੱਚ ਕੋਰਨਵਾਲ ਦੇ ਕੋਲ ਪਿੰਡ ਆਪਣੇ ਇੱਕ ਸ਼ਹਿਰ ਪੈਂਦਾ ਹੋਗਨਬਰਗ, ਉੱਥੇ ਕਸੀਨੋ ਖੋਲ੍ਹਣੀ ਅਸੀਂ ਨਹੀਂ, ਕਸੀਨੋ ਦੇ ਵਿੱਚ ਅੱਧੇ ਅਗੇਂਸਟ ਸੇ, ਅੱਧੇ ਦੂਸਰੇ ਪਾਸੇ ਸੀਗੇ। ਹਾਂਜੀ ਹਾਂਜੀ, ਉੱਥੇ ਵੀ ਮਰਡਰ ਹੋਏ। ਮਰਡਰ ਹੋਣ ਤੋਂ ਬਾਅਦ ਕਸੀਨੋ ਬੰਦ ਹੋ ਗਈਆਂ, ਲੋਕਾਂ ਨੂੰ ਜੇਲ੍ਹਾਂ ਕਰ ਦਿੱਤੀਆਂ, ਮੁੜ ਕੇ ਫਿਰ ਉਹ ਮਤਲਬ ਉਹ ਉੱਥੇ ਦੇ ਉੱਥੇ ਰਹਿ ਗਏ। ਠੀਕ ਹੈ ਜੀ, ਠੀਕ ਹੈ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ ਸਾਂਝੇ ਕਰਨ ਲਈ। ਪਰ ਇਹ ਕਿ ਜਿਹੜਾ ਨਸ਼ਾ ਹੈ ਉਹ ਦਿਮਾਗ ਨੂੰ ਪੂਰੀ ਤਰ੍ਹਾਂ ਖੋਖਲਾ ਕਰ ਦਿੰਦਾ, ਤੁਸੀਂ ਕੁਝ ਸੋਚਣ ਸਮਝਣ ਦੀ ਸਮਰੱਥਾ 'ਚ ਨਹੀਂ ਰਹਿੰਦੇ ਹੈਗੇ। ਬਾਕੀ ਗੱਲ ਹੈ ਵੋਟ ਬੈਂਕ ਦੀ, ਜਿਵੇਂ ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਕਿ ਥੋੜੀਆਂ ਜਿਹੀਆਂ ਸਹੂਲਤਾਂ ਦੇ ਕੇ ਉਹਨਾਂ ਦੀ ਵੋਟ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਥੋੜੀਆਂ ਜਿਹੀਆਂ ਸਹੂਲਤਾਂ ਉਹਨਾਂ ਨੂੰ ਬਹੁਤ ਮਹਿੰਗੀਆਂ ਪੈ ਹਰ ਵਾਰੀ ਜਦੋਂ ਕੋਈ ਵੀ ਇਲੈਕਸ਼ਨ ਹੁੰਦੀ ਹੈ, ਸਾਰੀਆਂ ਪਾਰਟੀਆਂ ਇੰਡੀਜਨਸ ਜਿਹੜੇ ਪੀਪਲ ਹੈਗੇ ਆ, ਉਹਨਾਂ ਦੀ ਹਾਲਤ ਨੂੰ ਸੁਧਾਰਨ ਦੀ ਗੱਲ ਕਰਦੀਆਂ ਨੇ। ਇਹ ਮਿਸਟਰ ਟਰੂਡੋ ਦੀ ਜੋ ਪਹਿਲੀ ਸਰਕਾਰ ਆਈ ਸੀ, ਜਿਹੜੇ ਛੋਟੇ ਟਰੂਡੋ ਸਾਹਿਬ ਨੇ, ਇਹਨਾਂ ਨੇ ਉਹਦੇ 'ਚ ਬੜਾ ਵੱਡਾ ਵਾਅਦਾ ਕੀਤਾ ਸੀ ਜਿਹਦੇ ਹਜੇ ਤੱਕ ਪੂਰੇ ਨਹੀਂ ਹੋਏ ਹੈਗੇ ਆ। ਐਵੇਂ ਹੀ ਦੂਸਰੀਆਂ ਪਾਰਟੀਆਂ ਵੀ ਵਾਅਦੇ ਕਰਦੀਆਂ ਨੇ, ਪਰ ਇਹਨਾਂ ਦੇ ਨਾਲ ਉਹ ਵਾਅਦੇ ਪੂਰੇ ਨਹੀਂ ਹੋਏ। ਲੀਡਰਸ਼ਿਪ ਤੇ ਡਿਪੈਂਡ ਕਰਦਾ ਨਾ। ਕਰਨ ਤੁਸੀਂ ਮੇਰੇ ਨਾਲ ਵਾਅਦਾ ਕੀਤਾ, ਤੁਸੀਂ ਮੇਰਾ ਉਹ ਵਾਅਦਾ ਪੂਰਾ ਨਹੀਂ ਕਰ ਰਹੇ, ਅਗਲੀ ਵਾਰ ਵੀ ਤੁਹਾਨੂੰ ਕਿਉਂ ਵੋਟ ਪਾਵਾਂਗਾ, ਮੈਂ ਕਿਸੇ ਹੋਰ ਨੂੰ ਪਾਵਾਂਗਾ। ਪਰ ਜਦੋਂ ਤੁਸੀਂ ਲੀਡਰਸ਼ਿਪ ਇਹੋ ਜਿਹਾ ਕੁਝ ਕਰੀ ਜਾ ਰਹੀ ਹੈ, ਉਹ ਆਪਣੀਆਂ ਕਮਿਊਨਿਟੀਜ਼ ਨੂੰ ਵੇਚ ਰਹੇ ਨੇ ਤੇ ਆਪ ਪਹੁੰਚ ਕਰ ਰਹੇ ਨੇ। ਐਗਜ਼ੈਕਟਲੀ ਸੇਮ ਜਿਹੜਾ ਪਿਛੜੀ ਉਦਾਹਰਨ ਦਿੱਤੀ ਹੈ, ਬਿਲਕੁਲ ਉਹੀ ਚੀਜ਼ ਹੈ। ਬਿਲਕੁਲ ਜੀ। ਅਗਲੀ ਖਬਰ ਵੱਲ ਰੁਕ ਕਰਦੇ ਹਾਂ। ਬਲੱਡ ਡੋਨੇਸ਼ਨ ਕਰਨ ਲਈ ਜੇ ਤੁਸੀਂ ਜਾ ਰਹੇ ਹੋ, ਬਲੱਡ ਡੋਨੇਟ ਕਰਨ ਲਈ ਜਾ ਰਹੇ ਹੋ, ਥੋੜਾ ਜਿਹਾ ਸਾਵਧਾਨ ਜ਼ਰੂਰ ਹੋ ਜਾਓ, ਜੋ ਤੁਹਾਡੀ ਹਾਲਤ ਬਿਲਕੁਲ ਠੀਕ ਹੋਣੀ ਚਾਹੀਦੀ ਹੈ। ਬਿਲਕੁਲ ਸਰ। ਹਾਂ ਤਰਨ, ਕਿਉਂਕਿ ਇਹ ਜਦੋਂ ਹੀ ਦੇਖਣਾ ਤੁਸੀਂ। ਸੋ ਇਹ ਲੜਕੀ ਨੇ ਡਿਲੇ ਕੀਤੀ, ਇਹਨੂੰ ਪਤਾ ਨਹੀਂ ਸੀਗਾ। ਹਸਪੀਟਲਸ ਦੀ ਵੀ ਲਾਪਰਵਾਹੀ ਸਰ ਇੱਥੇ ਸਾਹਮਣੇ ਆਉਂਦੀ ਹੈ। ਜੇ ਉਸੇ ਟਾਈਮ ਉਹਨੂੰ ਟ੍ਰੀਟ ਕਰ ਦਿੰਦੇ, ਸ਼ਾਇਦ ਉਹਦੀ ਬਾਂਹ ਜਿਹੜੀ ਆ ਉਹ ਬਚ ਜਾਂਦੀ। ਬਿਲਕੁਲ ਸਹੀ ਗੱਲ ਹੈ ਜੀ। ਹੁਣ ਬ੍ਰੇਸ ਪਿਆ ਹੋਇਆ, ਉਹ ਤੋਂ ਕੰਮ ਹੁੰਦਾ ਨਹੀਂ ਹੈ। ਉਹਦੀ ਮਦਰ ਹੈਲਪ ਕਰਦੀ ਹੈ ਤੇ ਹੁਣ ਸ਼ੀ ਇਜ਼ ਆਸਕਿੰਗ ਫॉर ਕੰਪਨਸੇਸ਼ਨ। ਆਈ ਗੈਸ ਸ਼ੀ ਇਜ਼ ਰਾਈਟਫੁਲੀ ਸ਼ੀ ਇਜ਼ ਆਸਕਿੰਗ ਫॉर ਕੰਪਨਸੇਸ਼ਨ, ਕਿਉਂਕਿ ਉਹਦੀ ਯੰਗ ਕੁੜੀ ਹੈ, ਉਹਦੀ ਜ਼ਿੰਦਗੀ ਸਾਰੀ ਉਹਦੇ ਸਾਹਮਣੇ ਪਈ ਹੈ, ਕੰਮ ਉਹ ਕਰ ਨਹੀਂ ਸਕਦੀ ਹੈ। ਸੋ ਕੰਮ ਕੀ ਕੀਤਾ ਉਹਨੇ? ਕੰਮ ਚੰਗਾ ਕੀਤਾ ਜੀ। 17ਵੇਂ ਜਨਮ ਦਿਨ ਤੇ ਬਲੱਡ ਡੋਨੇਟ ਕਰਨ ਗਏ ਸੀਗੇ। ਬਟ ਵੀ ਕੇਅਰਫੁਲ, ਜੇ ਕੋਈ ਐਸੀ ਪ੍ਰੋਬਲਮ ਆਉਂਦੀ ਹੈ ਜੀ, ਬਲੱਡ ਡੋਨੇਟ ਜ਼ਰੂਰ ਕਰੋ। ਕਿਤੇ ਪ੍ਰੋਬਲਮ ਹੁੰਦੀ ਹੈ ਤੇ ਰਾਈਟ ਵੇ ਇਹਦੇ ਬਾਰੇ ਜ਼ਰੂਰ ਤੁਸੀਂ ਆਪਦੀ ਮੈਡੀਕਲ ਸਹਾਇਤਾ ਲਓ ਜੀ। ਬਿਲਕੁਲ ਜੀ ਸਰ। ਅਗਲੀ ਖਬਰ ਰੁਕ ਕਰਦੇ ਹਾਂ, ਥੋੜੀ ਜਿਹੀ ਭਾਰਤ ਨਾਲ ਰੈਲੇਵੈਂਟ ਹੈਗੀ। ਅਸੀਂ ਜਦੋਂ ਵੀ ਇੱਥੇ ਆਉਂਦੇ ਹਾਂ, ਅਕਸਰ ਅਸੀਂ ਕਹਿੰਦੇ ਹਾਂ ਕਿ ਕਮਿਊਨਿਟੀਜ਼ ਜਿਹੜੀਆਂ ਨੇ, ਵੱਖ-ਵੱਖ ਕਮਿਊਨਿਟੀਜ਼ ਦੇ ਵਿੱਚ ਰੇਸਿਜ਼ਮ ਬਹੁਤ ਹੈਗਾ ਆ। ਕਦੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ, ਜਾਂ ਅਸੀਂ ਕਹਿੰਦੇ ਹਾਂ ਕਿ ਸਿੱਖਾਂ ਦੇ ਨਾਲ ਜਿਹੜਾ ਵਿਤਕਰਾ ਕੀਤਾ ਜਾਂਦਾ, ਨਸਲੀ ਅਟੈਕਸ ਹੁੰਦੇ ਆ ਐਵੇਂ ਦੇ। ਪਰ ਜੇ ਅਸੀਂ ਆਪਦੇ ਮੁਲਕ ਦੀ ਗੱਲ ਕਰੀਏ, ਪਿੱਛੇ ਸਾਡੇ ਮੁਲਕ ਵਿੱਚ ਵੀ ਅਜਿਹੀਆਂ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਈ ਵਾਰੀ ਅਸੀਂ ਅਣਗੌਲਿਆਂ ਕਰ ਦਿੰਦੇ ਹਾਂ। ਖਬਰ ਹੈ ਜੀ, ਇਸ ਵਕਤ ਇੱਕ ਇੰਡੀਅਨ ਫਿਲਮ ਮੇਕਰ ਆ ਜਿਹਨੇ ਕਿ ਇੰਡੀਆ ਦੇ ਵਿੱਚ ਜਿਹੜੇ ਅਫਰੀਕਨ ਮੂਲ ਦੇ ਲੋਕ ਨੇ ਉਹਨਾਂ ਉੱਤੇ ਕੁਝ ਰੇਸ਼ੀਅਲ ਅਟੈਕਸ ਹੋਏ ਸੀ, ਜਿਹਦੇ ਉੱਤੇ ਬੇਸਡ ਉਹਨੇ ਇੱਕ ਫਿਲਮ ਬਣਾਈ। ਉਹ ਫਿਲਮ ਇੰਨੀ ਕੁ ਜ਼ਿਆਦਾ ਪਸੰਦ ਕੀਤੀ ਗਈ, ਸ਼ਾਰਟ ਮੂਵੀ ਸੀ ਉਹ ਸ਼ਾਰਟ ਮੂਵੀ ਦਾ ਨਾਮ ਸੀ ਕਾਲਾ। ਉਹ ਮੂਵੀ ਇੰਨੀ ਕੁ ਜ਼ਿਆਦਾ ਅੱਗੇ ਤੱਕ ਜਾ ਕੇ ਹਿੱਟ ਹੋਈ ਹੈ ਕਿ ਉਸ ਮੂਵੀ ਨੂੰ ਆਸਕਰ ਦੇ ਲਈ ਜਿਹੜਾ ਆ ਨੋਮੀਨੇਟ ਕਰ ਦਿੱਤਾ ਗਿਆ ਸ਼ਾਰਟ ਮੂਵੀਜ਼ ਦੀ ਲਿਸਟ ਦੇ ਵਿੱਚ। ਸਰ, ਅਸੀਂ ਅਕਸਰ ਇੱਥੇ ਆ ਕੇ ਕਹਿੰਦੇ ਆ ਕਿ ਏਦਾਂ ਹੁੰਦਾ। ਅਸੀਂ ਆਪਣੇ ਮੁਲਕ ਦੀ ਗੱਲ ਕਰੀਏ, ਸਾਡੇ ਆਪਦੇ ਮੁਲਕ 'ਚ ਵੀ ਸਭ ਕੁਝ ਹੁੰਦਾ ਆ। ਸਹੀ ਗੱਲ ਹੈ ਤਰਨ। ਸਿਨੇ ਫਿਲਮ ਐਂਡ VR ਫੈਸਟੀਵਲ ਸੈਨ ਹੋਜ਼ੇ ਵਿੱਚ ਹੋਇਆ ਸੀਗਾ ਜੀ। ਉਹਦੇ ਵਿੱਚ ਜਿਹੜੀ ਇਹ ਫਿਲਮ ਹੈ ਕਾਲਾ, ਇਹ ਡਾਇਰੈਕਟਲੀ ਕੁਆਲੀਫਾਈ ਕੀਤੀ ਆਸਕਰਸ ਦੇ ਵਿੱਚ ਜਾਣਾ। ਬੜੀ ਵੱਡੀ ਗੱਲ ਹੈ, ਆਸਕਰ ਦੇ ਵਿੱਚ ਜਾਣਾ, ਨੋਮੀਨੇਟ ਹੋਣਾ ਬੜੀ ਵੱਡੀ ਗੱਲ ਹੈ ਜੀ। ਤਰਨ ਜੈਨ ਸਾਹਿਬ ਨੇ ਜੀ, ਇਹਨਾਂ ਨੇ ਉਹਦੇ ਉੱਤੇ ਫਿਰ ਫਿਲਮ ਬਣਾਈ ਕਿਵੇਂ ਹੈ, ਇਹਨੂੰ ਪਤਾ ਲੱਗਿਆ। ਹੀ ਲਿਵਸ ਇਨ US ਤੇ ਉਹਨੇ ਫਿਲਮ ਬਣਾਈ ਤੇ ਉਹ
ਜਿਹੜੇ ਉੱਥੇ ਅਫਰੀਕਾ ਚੋਂ ਲੜਕੇ ਆਉਂਦੇ ਆ ਪੜ੍ਹਨ ਵਾਸਤੇ, ਲੜਕੀਆਂ ਪੜ੍ਹਨ ਆਉਂਦੇ ਨੇ, ਉਹਨਾਂ ਨਾਲ ਗੱਲ, ਉਹਨਾਂ ਦੀ ਇੰਟਰਵਿਊਜ਼ ਰਹੀਆਂ ਨੇ। ਫਿਰ ਉਹਨੂੰ ਇੰਟਰਵਿਊ ਦੇ ਵਿੱਚ ਸਾਰਾ ਕੁਝ ਮਿਲਿਆ ਨਹੀਂ। ਦੈਨ ਹੀ ਮੇਡ ਫਰੈਂਡਸ਼ਿਪ ਵਿਦ ਫਿਊ ਆਫ ਦੈਮ, ਉਹਨਾਂ ਦੇ ਵਿੱਚ ਰਲਿਆ। ਉਹਨਾਂ ਦੇ ਨਾਲ ਜਦੋਂ ਤੁਸੀਂ ਦੋਸਤ ਬਣ ਜਾਂਦੇ ਹੋ ਤਾਂ ਤੁਸੀਂ ਉਹ ਗੱਲਾਂ ਕਰਦੇ ਹੋ ਜਿਹੜੀਆਂ ਤੁਸੀਂ ਆਮ ਇੰਟਰਵਿਊ ਵਿੱਚ ਨਹੀਂ ਕਰਦੇ। ਇਹਨੂੰ ਉਹਨਾਂ ਗੱਲਾਂ ਦਾ ਉਦੋਂ ਪਤਾ ਲੱਗਿਆ। ਸੋ ਉਹਨੂੰ ਰਲਾ ਕੇ ਇਹਨੇ 6-7 ਜਾਣੇ ਨਾਲ ਜਿਹੜੇ ਐਕਟਰਸ ਨੇ ਉਹ ਬਣਾ ਕੇ ਇਹ ਫਿਲਮ ਬਣਾਈ ਹੈ। ਔਰ ਇਹ ਪਹਿਲੀ ਫਿਲਮ ਨਹੀਂ ਇਹਦੀ, ਇਹ ਅੱਗੇ ਵੀ 2 ਫਿਲਮਾਂ ਐਸੀਆਂ ਬਣਾ ਚੁੱਕਿਆ ਜਿਹਨੇ ਕਿ ਬੜੇ ਅਵਾਰਡ ਜਿੱਤੇ ਨੇ ਜੀ। ਤਰੁਣ ਜੈਨ ਹੈ ਜੀ ਇਸ ਮੁੰਡੇ ਦਾ ਨਾਂ। ਵਿਸ਼ਮ ਲੱਕ ਬੜੀ ਵਧੀਆ ਗੱਲ ਕੀਤੀ ਹੈ ਜੀ। ਔਰ ਜਿਹੜੀ ਸਾਡੀ ਇੰਡੀਆ ਦੇ ਵਿੱਚ ਅਸੀਂ ਕਾਲੇ ਤੇ ਗੋਰੇ ਦੀ ਵਾਰ ਚੱਲਦੀ ਰਹਿੰਦੀ ਹੈ, ਖੂਬਸੂਰਤੀ ਦਾ ਮਤਲਬ ਸਿਰਫ ਅਤੇ ਸਿਰਫ ਗੋਰਾ ਰੰਗ ਹੈ। ਇਹ ਸਾਡੇ ਹੈ, ਜਿਹੜੀ ਸਾਡੀ ਕਮਿਊਨਿਟੀ ਹੈ, ਅਸੀਂ ਖੂਬਸੂਰਤੀ ਨੂੰ ਰੰਗ ਨਾਲ ਗਿਣਦੇ ਹਾਂ। ਬਿਲਕੁਲ। ਵੈਸੇ ਖੂਬਸੂਰਤੀ ਜਿਹੜੇ ਇੱਧਰਲੇ ਲੋਕ ਹੈਗੇ ਨੇ ਉਹ ਰੰਗ ਨਾਲ ਨਹੀਂ ਗਿਣਦੇ। ਤੁਸੀਂ ਆਮ ਦੇਖੋਗੇ ਗੋਰਾ ਤੇ ਕਾਲੀ, ਕਾਲਾ ਜਾਂ ਗੋਰੀ, ਇਹਨਾਂ ਦੇ ਆਮ ਕਪਲਸ ਨੇ, ਰਹਿੰਦੇ ਨੇ। ਔਰ ਇਹ ਬਿਊਟੀ ਨੂੰ ਰੰਗ ਨਾਲ, ਸਾਡੀ ਪੁਸ਼ਤ ਦਰ ਪੁਸ਼ਤ ਇਹ ਫਿਤਰਤ ਬਣੀ ਹੈ। ਅਸੀਂ ਨੈਣ ਨਕਸ਼ ਨਹੀਂ ਦੇਖਦੇ ਔਰ ਕੁਝ ਦੇ, ਅਸੀਂ ਜਿਹੜਾ ਗੋਰਾ ਉਹਨੂੰ ਕਹਿਣਾ ਦੇਖ ਕਿੰਨਾ ਸੋਹਣਾ, ਅਸੀਂ ਨਕਸ਼ਾਂ ਤੇ ਨਹੀਂ ਜਾਂਦੇ ਹਾਂ। ਸੋ ਸਾਡਾ ਜਿਹੜਾ ਪੈਮਾਨਾ ਸਾਡਾ ਵੱਖਰਾ, ਇਹਨਾਂ ਲੋਕਾਂ ਦਾ ਵੱਖਰਾ ਹੈਗਾ। ਪਰ ਉਸ ਪੈਮਾਨੇ ਤੇ ਜਿਹੜੀ ਅਸੀਂ ਉੱਥੇ ਡਿਸਕ੍ਰਿਮੀਨੇਸ਼ਨ ਕੀਤੀ ਹੈ, ਅਸੀਂ ਇਕੱਲੇ ਇਹਨਾਂ ਨਾਲ ਥੋੜ੍ਹੀ ਕਰਦੇ ਹਾਂ, ਅਸੀਂ ਆਪ ਹੋਰਾਂ ਨਾਲ ਕਰਦੇ ਹਾਂ। ਪਹਿਲਾਂ ਸਾਡੀ ਜ਼ਾਤ ਦੀ ਡਿਸਕ੍ਰਿਮੀਨੇਸ਼ਨ ਹੈ, ਅਸੀਂ ਫਿਰ ਇਲਾਕੇ ਦੀ ਡਿਸਕ੍ਰਿਮੀਨੇਸ਼ਨ ਹੈਗੀ ਆ, ਗੁਆਂਢੀ ਮੁਲਕ ਸਾਡੇ ਵਰਗੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੈਗੀ ਆ, ਆਪਣੇ ਰਾਜਾਂ ਦੇ ਨਾਲ ਹੀ ਡਿਸਕ੍ਰਿਮੀਨੇਸ਼ਨ ਨਾ। ਕੋਈ ਬਿਹਾਰ ਤੋਂ ਕੋਈ ਲੇਬਰ ਆਉਂਦੀ ਆ ਤੇ ਏਦਾਂ ਦੇਖਦੇ ਆ ਜਿਵੇਂ ਕੋਈ ਡਾਕੂ ਆ ਗਏ ਹੁੰਦੇ ਆ ਕਿ ਬਸ ਇਹਨਾਂ ਨੇ ਆ ਕੇ ਇੱਥੇ ਅਸੀਂ ਕਹਿੰਦੇ ਕਿ ਕਮਿਊਨਿਟੀ ਨੇ ਕ੍ਰਾਈਮ ਫੈਲਾਇਆ, ਉੱਥੇ ਆ ਕੇ ਕਹਿੰਦੇ ਅਸੀਂ ਬਿਹਾਰੀਆਂ ਨੇ ਕ੍ਰਾਈਮ ਫੈਲਾਇਆ, ਅਸੀਂ ਐਂ ਕੀਤਾ। ਪੰਜਾਬ ਚ ਆ ਕੇ ਜਾਣ ਤੇ ਅਸੀਂ ਵੀ ਤਾਂ ਉਹਨਾਂ ਦੇ ਮਗਰ ਏਦਾਂ ਹੀ ਪੈਂਦੇ ਆ। ਸਾਡਾ ਤਾਂ ਹਲੇ ਮਾਝਾ ਮਾਲਵਾ ਤੋਂ ਆਪਾਂ ਹੀ ਨਹੀਂ ਸੂਤ ਆਇਆ, ਤੁਸੀਂ ਤਾਂ ਬਿਹਾਰ ਜਾ ਵੜੇ। ਅਸੀਂ ਹੁਣ ਤੱਕ ਇਹ ਕਰਦੇ ਹਾਂ ਵੀ ਅਸੀਂ ਪਹਿਲਾਂ ਤੇ ਆਮ ਗੱਲਾਂ ਹੁੰਦੀਆਂ ਸੀ, ਇੱਕ ਇਲਾਕੇ ਵਾਲੇ ਦੂਜੇ ਇਲਾਕੇ 'ਚ ਵਿਆਹੁੰਦੇ ਨਹੀਂ ਸੀ, ਮੈਂ ਨਾਂ ਕਿਉਂ ਲੈਣੇ ਇੱਕ ਦੂਜੇ ਦੇ। ਅਸੀਂ ਨਹੀਂ, ਅਸੀਂ ਇਹ ਡਿਸਕ੍ਰਿਮੀਨੇਸ਼ਨ ਅਸੀਂ ਆਪ ਕਰਦੇ ਹਾਂ। ਅਸੀਂ ਇੱਥੇ ਆ ਕੇ ਕਹਿੰਦੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ, ਪਰ ਅਸੀਂ ਆਪਦੇ ਨੂੰ ਪਹਿਲਾਂ ਆਪਦੀ ਪੀੜ੍ਹੀ ਹਟਾਉਣ ਸੋਟਾ ਫੇਰੀਏ। ਦਿਸ ਇਜ਼ ਆਪਣੀ ਇੰਡੀਅਨ ਕਮਿਊਨਿਟੀ ਦੇ ਉੱਤੇ ਵੀ ਇੱਕ ਤਰ੍ਹਾਂ ਦੀ ਇਹ ਚਪੇੜ ਹੈ ਜਿਹੜੀ ਇਹ ਫਿਲਮ ਆਈ ਹੈ ਔਰ ਆਸਕਰਸ ਵਾਸਤੇ ਨੋਮੀਨੇਟ ਹੋਈ ਹੈ ਜੀ। ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਤੇ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਆ ਖਬਰ ਡਿਸਕਸ ਕਰਨੀ ਬਹੁਤ ਇੰਪੋਰਟੈਂਟ ਹੈ। ਅਫਗਾਨਿਸਤਾਨ ਦੇ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਸੈਨਾਵਾਂ ਉੱਥੇ ਗਈਆਂ ਸੀ ਤਾਂ ਕਿ ਸ਼ਾਂਤੀ ਬਹਾਲ ਹੋ ਸਕੇ, ਪਰ ਉੱਥੇ ਇਸ ਸ਼ਾਂਤੀ ਦੇ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਨੇ ਆਮ ਜਾਨਾਂ ਵੀ ਗਈਆਂ ਨੇ। ਇਸ ਗੱਲ ਨੂੰ ਆਸਟ੍ਰੇਲੀਆ ਨੇ ਕਬੂਲ ਕੀਤਾ ਆ, ਬਾਕੀ ਮੁਲਕ ਦੇਖਦੇ ਆ ਕਦੋਂ ਹੌਲੀ-ਹੌਲੀ ਕਬੂਲ ਕਰਦੇ ਆ। ਸਰ ਕੀ ਹੈ ਪੂਰੀ ਸਟੋਰੀ? ਆਸਟ੍ਰੇਲੀਅਨ ਮਿਲਟਰੀ ਨੇ 39 ਬੰਦਿਆਂ ਦੀ ਮੌਤ ਕਬੂਲ ਕੀਤੀ ਹੈ ਜੀ, ਜਿਹੜੇ ਬੇਦੋਸ਼ੇ ਮਾਰੇ ਗਏ ਨੇ, ਜਿਹੜੇ ਮੱਥ ਕੇ ਮਾਰੇ ਗਏ ਨੇ। ਕਿਉਂ ਮਾਰੇ ਗਏ ਨੇ, ਕਿਉਂ ਮਾਰੇ ਗਏ ਨੇ? ਕਈ ਐਸੇ ਜਦੋਂ ਨਵੀਂ ਐਲੀਟ ਫੋਰਸਿਸ ਆ ਆਸਟ੍ਰੇਲੀਆ ਦੀ ਜਿਹੜੀ ਉੱਥੇ ਗਈ ਹੋਈ ਆ, ਜਿਹੜੇ ਨਵੇਂ ਉੱਥੇ ਆਉਂਦੇ ਹੁੰਦੇ ਸੀ, ਭਰਤੀ ਹੁੰਦੇ ਸੀਗੇ। ਗੱਲ ਕਰਾਂਗੇ ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਜੀਤ ਜੀ। ਤੁਸੀਂ ਗੱਲ ਕਰ ਰਹੇ ਸੀ ਡਿਸਕ੍ਰਿਮੀਨੇਸ਼ਨ ਦੀ। ਇੰਡੀਆ ਦੀ ਗੱਲ ਛੱਡੋ, ਅਸੀਂ ਜਿਹੜੇ ਲੋਕ ਪਾਕਿਸਤਾਨ ਤੋਂ ਇੰਡੀਆ ਆਏ ਸਰਦਾਰ, ਉਸ ਤੋਂ ਬਾਅਦ ਇੰਡੀਆ ਤੋਂ ਹੋ ਕੇ ਹੁਣ ਕੈਨੇਡਾ ਤੱਕ ਆ ਗਏ ਨੇ, ਅਜੇ ਵੀ ਉਹਨਾਂ ਨੂੰ ਪਾਪੇ ਕਹਿੰਦੇ ਨੇ, ਉਹਨਾਂ ਨੂੰ ਸਰਦਾਰ ਮੰਨ ਕੇ ਰਾਜੀ ਨਹੀਂ। ਮੈਂ ਇੱਥੇ ਇਹ ਡਿਸਕ੍ਰਿਮੀਨੇਸ਼ਨ ਸਹੀ ਹੈ। ਤੁਸੀਂ ਗੱਲ ਕਰਦੇ ਹੋ ਇੰਡੀਆ ਦੀ, ਉੱਥੇ ਇਹ ਹੁੰਦਾ ਸਾਡੀ ਕਮਿਊਨਿਟੀ ਦੇ ਲੋਕ, ਅਸੀਂ ਵੀ ਸਿੱਖ ਹਾਂ, ਔਰ ਸਾਨੂੰ ਉਹ ਪਾਪਾ ਕਹਿੰਦੇ ਨੇ, ਸਾਨੂੰ ਸਿੱਖ ਮੰਨ ਕੇ ਰਾਜੀ ਨਹੀਂ। ਦੱਸੋ ਉਹੀ ਗੱਲ ਹੈ ਕਿ ਵਿਚਾਰ ਅਸੀਂ ਦੂਜਿਆਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਦੋਸ਼ਣਬਾਜ਼ੀ ਬਹੁਤ ਛੇਤੀ ਅਸੀਂ ਲਾ ਲੈਂਦੇ ਹਾਂ, ਪਰ ਆਪਦੇ ਵੱਲ ਅਸੀਂ ਝਾਕਦੇ ਨਹੀਂ ਹੈਗੇ। ਹਾਂਜੀ ਸਹੀ ਗੱਲ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਵਿਚਾਰ ਸਾਂਝੇ। ਥੈਂਕ ਯੂ ਜੀ। ਮੇਰੇ ਖਿਆਲ ਜੁਨੇਜਾ ਸਾਹਿਬ ਸੀਗੇ ਮੇਰੇ ਖਿਆਲ। ਤਾਂ ਜਿਹੜੀ ਆ ਗੱਲ ਹੈਗੀ ਆ, ਇੰਨੇ ਬੰਦੇ ਦੀ ਐਕਸੈਪਟੈਂਸ ਕੀਤੀ ਹੈ ਮਿਲਟਰੀ ਨੇ, ਆਪ ਮੰਨਿਆ। ਮਾਰੇ ਕਿਵੇਂ ਆ? ਨਵਾਂ ਫੌਜੀ ਗਰੁੱਪ ਆ ਗਿਆ, ਉਹਨੂੰ ਕਹ ਹੈਵ ਯੂਅਰ ਫਸਟ ਕਿਲ, ਕਿਸੇ ਨੂੰ ਮਾਰ। ਓਕੇ ਹਾਂ, ਵੀ ਤੂੰ ਫਿਰ ਕਹਿ ਸਕਦਾ ਹਾਂ ਮੈਂ ਬੰਦਾ ਮਾਰਿਆ, ਫਿਰ ਮਾਰਤਾ। ਉਹ ਪ੍ਰੂਵ ਕਿਵੇਂ ਕਰਨਾ ਵੀ ਉਹਦੇ ਤੇ ਕੋਈ ਡੁਪਲੀਕੇਟ ਫੋਨ ਵੀ ਲਿਆ ਕੇ ਰੱਖਣਾ, ਉਹਦੀ ਲਾਸ਼ ਦੇ ਕੋਲੇ ਲਿਆ ਕੇ ਰੱਖਣਾ, ਉਹਨੂੰ ਬਣਾਉਣਾ, ਉਹਦੀ ਫੋਟੋ ਹਿਸਾਬ ਚੁੱਕਣੀ ਤੇ ਇਨਸਰਜੈਂਟ ਸੀਗਾ ਜੀ ਤਾਂ ਅਸੀਂ ਮਾਰਤਾ। ਅਜਿਹੀਆਂ ਗੱਲਾਂ ਉਸ ਵੇਲੇ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਮਿਸਟਰ ਕਰਜ਼ਈ, ਅਫਗਾਨਿਸਤਾਨ ਦੇ ਵਿੱਚ 2 ਟਰਮਾਂ ਹੀ ਹੋ ਸਕਦੀਆਂ ਪ੍ਰੈਜ਼ੀਡੈਂਟ ਦੀਆਂ US ਵਾਂਗੂ। ਮਿਸਟਰ ਕਰਜ਼ਈ ਨੇ 2 ਪੂਰੀਆਂ ਕੀਤੀਆਂ ਨੇ, ਪਰ ਮਿਸਟਰ ਕਰਜ਼ਈ ਅਖੀਰਲੀ ਟਰਮ ਦੇ ਵਿੱਚ ਇਹ ਗੱਲਾਂ ਕਹਿਣ ਲੱਗ ਪਏ ਗਏ ਸੀਗੇ ਕਿ ਇਹ ਤੁਸੀਂ ਕਿਉਂ ਕੀਤਾ ਜਾ ਰਿਹਾ, ਬਦੋਸ਼ੇ ਮਾਰੇ ਜਾ ਰਹੇ ਨੇ। ਪਰ ਉਸ ਵੇਲੇ ਦੀ ਬਾਕੀ ਲੀਡਰਸ਼ਿਪ ਉੱਚੀ ਨਹੀਂ ਸੀ ਬੋਲਦੀ। ਰੀਜ਼ਨ ਇਹ ਹੈ ਵੋਟਾਂ ਚਾਹੀਦੀਆਂ ਨੇ ਇਸ ਕਰਕੇ। ਪਰ ਹੁਣ ਇਨਵੈਸਟੀਗੇਸ਼ਨ ਚੱਲੀਆਂ ਨੇ, ਆਸਟ੍ਰੇਲੀਅਨ ਗਵਰਨਮੈਂਟ ਨੇ, ਮਿਲਟਰੀ ਨੇ ਇਸ ਗੱਲ ਨੂੰ ਐਕਸੈਪਟ ਕੀਤਾ
ਔਰ ਉਹਦੇ ਨਾਲ ਇੱਕ ਅਫਗਾਨੀ ਹੈਗਾ ਜਿਹੜਾ ਬੰਦਾ ਉਹਨੇ ਇਸ ਗੱਲ ਦਾ ਚੱਕਣ ਚੁੱਕਿਆ ਔਰ ਉਹ ਕਹਿ ਰਿਹਾ ਬਾਕੀ ਫੌਜਾਂ ਨੇ ਵੀ ਇਹ ਕੁਝ ਕੀਤਾ ਹੈ, ਅਮਰੀਕਨਸ ਨੇ, ਬ੍ਰਿਟਿਸ਼ ਨੇ ਇਹ ਕੁਝ ਕੀਤਾ, ਕਿੰਨੇ ਬਦੋਸ਼ੇ ਮਾਰੇ ਗਏ ਨੇ, ਉਹਨਾਂ ਨੂੰ ਸਾਰਿਆਂ ਨੂੰ ਕਚਹਿਰੀ ਚ ਲਾਉਣਾ ਚਾਹੀਦਾ। ਇਟਸ ਅ ਗੁੱਡ ਸਟਾਰਟ। ਔਰ ਅੱਗੇ ਨੂੰ ਜੇ ਇਹ ਗੱਲਾਂ ਹੁੰਦੀਆਂ ਨੇ ਤਾਂ ਅੱਗੇ ਨੂੰ ਜਿਹੜੀਆਂ ਬਾਹਰ ਦੀਆਂ ਫੌਜਾਂ ਜਾ ਕੇ ਦੂਸਰੇ ਕੰਟਰੀਜ਼ ਤੇ ਬਦੋਸ਼ਿਆਂ ਨੂੰ ਮਾਰਦੀਆਂ ਨੇ, ਉੱਥੋਂ ਦੇ ਕਹਿੰਦੇ ਤਾਂ ਅਸੀਂ ਉੱਥੇ ਪ੍ਰੋਪਰ ਸਿਵਲੀਅਨਸ ਅਸੀਂ ਉਹਨਾਂ ਦੀ ਦੇਖ ਰੇਖ ਵਾਸਤੇ ਕਰ ਰਹੇ ਹਾਂ, ਸੇਵਾ ਵਾਸਤੇ ਗਏ ਹਾਂ, ਪਰ ਦਿਸ ਇਜ਼ ਅ ਵੈਰੀ ਰੋਂਗ ਟ੍ਰੈਂਡ ਔਰ ਇਹ ਬਹੁਤ ਦੇਰ ਤੋਂ ਹੁੰਦਾ ਆ ਰਿਹਾ। ਇਹ ਚੰਗੀ ਗੱਲ ਹੈ ਕਿ ਕਿਸੇ ਨੇ ਇਸ ਗੱਲ ਦੀ ਪਹਿਲ ਕੀਤੀ ਹੈ। ਬਿਲਕੁਲ ਜੀ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਖਬਰਾਂ ਦਾ ਸਿਲਸਿਲਾ ਇੱਥੇ ਥੋੜਾ ਜਿਹਾ ਮੁਕਾਉਂਦੇ ਆ ਤੇ ਖਬਰਾਂ ਹਜੇ ਕਈ ਸੀ ਜਿਹੜੀਆਂ ਕਿ ਡਿਸਕਸ ਕਰਨੀਆਂ ਸੀ, ਕੁਝ ਕਰੋਨਾ ਨਾਲ ਰੈਲੀਵੈਂਟ ਵੀ ਸੀ ਤੇ ਕੁਝ ਹੋਰ ਵੀ ਸੀ, ਪਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਦਰਸ਼ਕਾਂ ਲਈ ਸਵਾਲ ਅੱਜ ਦਾ 1941 ਸਰ ਸਟਾਰਟ ਤੋਂ ਵੀ ਪਿੱਛੇ ਚਲੇ ਗਏ। ਇਹਦਾ ਇਹ ਲੇਡੀ ਹੈ ਜੀ, ਇਹਦਾ ਲਾਸਟ ਨੇਮ ਨਹੀਂ ਦੱਸਣਾ, ਫਿਰ ਤਾਂ ਗੱਲ ਸੱਚ ਮੈਂ ਦੱਸਣ ਲੱਗਿਆ ਸੀਗਾ। ਇਹ ਜੀ ਆਪਦੇ ਮਾਪਿਆਂ ਦੀ ਇਕੱਲੀ ਬੇਟੀ ਸੀਗੀ। ਓਕੇ। ਉਹਨਾਂ ਦਿਨਾਂ ਦੇ ਵਿੱਚ ਸਖਤੀ ਤਾਂ ਘਰੇ ਬਹੁਤ ਹੁੰਦੀ ਸੀ, ਪਰ ਫਿਰ ਵੀ ਲਾਡਲੀ ਬਹੁਤ ਸੀ। ਇਹਨੂੰ ਘਰੇ ਹੀ ਪੇਰੈਂਟਸ ਨੇ ਪੜ੍ਹਾਇਆ ਜੀ ਤੇ ਇਹਨੂੰ 2 ਫਿਲਮਾਂ ਦੇਖਣ ਦੀ ਇਜਾਜ਼ਤ ਹੁੰਦੀ ਸੀ ਉਹਨਾਂ ਦਿਨਾਂ 'ਚ ਹਫ਼ਤੇ ਦੀਆਂ। ਕਮਾਲ ਦੀ ਗੱਲ ਹੈ ਨਾ। ਵੈਸੇ ਇਹ ਕਰਾਚੀ ਤੋਂ ਜੀ ਆਏ ਸੀਗੇ ਪਾਰਟੀਸ਼ਨ ਦੇ ਦੌਰਾਨ, ਇਹਨਾਂ ਨੂੰ ਉੱਥੋਂ ਭੱਜਣਾ ਪਿਆ ਤੇ ਰਾਇਟ ਸੀਗੇ ਉਹਦੇ ਵਿੱਚੋਂ ਆ ਕੇ ਫਿਰ ਇਹ ਇੰਡੀਆ 'ਚ ਸੈਟਲ ਹੋਏ ਜੀ। ਇਹ 15 ਸਾਲ ਦੀ ਸੀਗੀ ਜੀ ਜਦੋਂ ਇਹਨੂੰ ਕਿਸੇ ਪ੍ਰੋਡਿਊਸਰ ਨੇ ਇਹਨੂੰ ਦੇਖਿਆ, ਇਹਦਾ ਟੈਲੈਂਟ ਦੇਖਿਆ ਜੀ। ਇਹ ਪਹਿਲੀ ਸਿੰਧੀ ਫਿਲਮ ਦੀ ਵਿੱਚ ਇਹ ਆਈ ਸੀਗੀ ਐਜ਼ ਅ ਐਕਟਰ। ਹੱਥ ਨਾ ਮਾਰਿਓ, ਇਹ ਹੀਰੋਇਨ ਨਹੀਂ ਸੀ। ਹੱਥ ਮਾਰਿਆ ਮੇਰਾ ਕੰਪਿਊਟਰ ਦੇ ਉੱਤੇ ਜੀ, ਹੀਰੋਇਨ ਨਹੀਂ ਸੀਗੀ ਜੀ ਉਸ ਗੱਲ ਦੀ। ਤੇ ਫਿਰ ਇਹਦੀ ਉਸ ਤੋਂ ਕਿਸੇ ਮੈਗਜ਼ੀਨ ਦੇ ਵਿੱਚ ਫੋਟੋ ਛਪੀ। ਜਦੋਂ ਫੋਟੋ ਛਪੀ ਤਾਂ ਜੀ ਉਦੋਂ ਲੀਡਿੰਗ ਪ੍ਰੋਡਿਊਸਰ ਸੀਗਾ ਸੁਬੋਧ ਮੁਖਰਜੀ, ਉਹਨੂੰ ਫਿਰ ਚੰਗੀ ਲੱਗੀ ਜੀ ਤੇ ਉਹਨੇ ਇਹਦੇ ਤੇ ਫਿਲਮ ਬਣਾਈ। ਜਿਹੜੀ ਫਿਲਮ ਬਣਾਈ ਜੀ ਇਹਦੇ ਨਾਲ ਵੀ ਨਵਾਂ ਹੀ ਹੀਰੋ ਸੀਗਾ ਤੇ ਉਹ ਫਿਲਮ ਚੱਲੀ ਬੜੀ ਜੀ। ਫਿਰ ਬਸ ਉਹ ਫਿਲਮ ਦਾ ਨਾਂ ਇੰਗਲਿਸ਼ ਨਾਮ ਸੀਗਾ, ਬੜੀ ਚੱਲੀ ਜੀ। ਉਸ ਤੋਂ ਮਗਰੋਂ ਫਿਰ ਆਰ ਕੇ ਨਈਅਰ ਨੇ ਇਹਦੇ ਫਿਲਮਾਂ ਬਣਾਈਆਂ ਜੀ। ਇਹਦਾ ਉਹਦੇ ਨਾਲ ਸੰਬੰਧ ਵੀ ਹੋਏ, ਪਰ ਇਹਦੇ ਘਰਦਿਆਂ ਨੇ ਧਮਕੀ ਦਿੱਤੀ ਉਹਨੂੰ ਕਿ ਕੁੜੀ ਤਾਂ 16 ਸਾਲ ਦੀ, ਅਸੀਂ ਤੈਨੂੰ ਅੰਦਰ ਕਰਾ ਦਾਂਗੇ। ਉਹ ਫਿਰ ਪਿੱਛੇ ਹੋ ਗਿਆ ਜੀ। ਬਟ ਆਫਟਰ ਫਿਊ ਈਅਰਸ ਦੇ ਸਟਾਰਟਡ ਅਗੇਨ ਹੋਇਆ ਜੀ। ਤੇ ਉਹਨੇ ਫਿਲਮਾਂ ਜੀ 60ਵੇਂ ਦੇ ਵਿੱਚ ਬੜੀਆਂ ਹਿੱਟ ਫਿਲਮਾਂ ਦਿੱਤੀਆਂ ਨੇ। ਇਹਦਾ ਮੱਥਾ ਬਹੁਤ ਚੌੜਾ ਸੀ ਤਰਨ, ਤੇ ਬਸ ਇੰਨਾ ਹੀ ਦੱਸੂਗਾ ਜੀ। ਚੂੜੀਦਾਰ ਪਜਾਮਾ ਤੇ ਕਮੀਜ਼ ਇਹਦੇ ਵਾਸਤੇ ਇਹਦਾ ਕਾਈਂਡ ਆਫ ਟ੍ਰੇਡਮਾਰਕ ਸੀਗਾ। ਫਿਲਮਾਂ ਜੀ ਬਹੁਤੀਆਂ ਫਿਲਮਾਂ ਇਹਦੀਆਂ ਹਿੱਟ ਹੋਈਆਂ ਨੇ। ਲਓ ਜੀ, ਅਮਰਜੀਤ ਕੌਰ ਜੀ ਦਾ ਵੀ ਆ ਚੁੱਕਿਆ ਆ ਆਨਸਰ। ਪਹਿਲਾਂ ਇਸ ਤੋਂ ਪਹਿਲਾਂ ਇੱਕ ਕਾਲਰ ਦੀ ਕਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਮੈਂਟ ਕਰਨਾ ਚਾਹੁੰਦਾ ਸੀਗਾ ਜਿਹੜੇ ਤੁਸੀਂ ਨੇਟਿਵ ਦੀ ਗੱਲ ਕਰਦੇ ਹੋ। ਬਿਲਕੁਲ ਸਰ, ਦੱਸੋ ਕੀ ਕਹਿਣਾ ਚਾਹੁੰਦੇ ਹੋ। ਹਾਂਜੀ, ਇਹ ਕੰਪਲੈਕਸ ਇਸ਼ੂ ਹੈ। ਅਸੀਂ ਏਦਾਂ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਪੈਸੇ ਮਿਲਦੇ ਆ, ਉਹ ਕਾਤੇ ਨਹੀਂ ਆਪਣੇ ਆਪ ਨੂੰ ਹੌਂਸਲਾ ਦਿੰਦੇ ਵੀ ਕੁਛ ਕਰਨ ਨੂੰ। ਇਹ ਜਦੋਂ ਤੁਸੀਂ ਸੁਣਿਆ ਹੋਣਾ ਵੀ ਜਦੋਂ ਗੋਰੇ ਸੀਗੇ ਉਹਨਾਂ ਨੇ ਰੈਜ਼ੀਡੈਂਸ਼ੀਅਲ ਸਕੂਲ ਭੇਜਦੇ ਇਹਨਾਂ ਦੇ ਨਿਆਣੇ। That's right, yeah. ਸੋ ਤੁਸੀਂ ਸਪੋਜ਼ ਕਰੋ ਤੁਹਾਡੇ ਕੋਲ ਵੀ ਨਿਆਣੇ ਹੋਗੇ, ਛੋਟੇ ਨਿਆਣੇ 2-3 ਸਾਲ 4-5 ਸਾਲ ਦੇ, ਉਹਨਾਂ ਨੂੰ ਰੈਜ਼ੀਡੈਂਸ਼ੀਅਲ ਸਕੂਲ ਭੇਜਦਾ। ਉਹਨਾਂ ਨੂੰ ਕਿਹਾ ਵੀ ਜਿਹੜੀ ਤੁਹਾਡੀ ਬੋਲੀ ਹੈ ਉਹ ਤੁਸੀਂ ਬੋਲਦੇ ਨਹੀਂ, ਜਿਹੜੇ ਤੁਹਾਡੇ ਕਸਟਮਸ ਹੈ, ਜਿਹੜਾ ਤੁਹਾਡਾ ਲੈਂਗੁਏਜ ਹੈ, ਜਿਹੜੀ ਤੁਹਾਡੀ ਰਿਲੀਜਨ ਹੈ, ਕੋਈ ਵੀ ਹੈਗਾ ਉਹ ਤੁਸੀਂ ਬੰਦ ਕਰ ਦਿਓ, ਤੁਸੀਂ ਅੰਗਰੇਜ਼ੀ ਬੋਲਦੇ ਆ। ਤੇ ਤੁਸੀਂ ਕੀ ਸੋਚਦੇ ਆ ਵੀ ਇਹ ਜਿਹੜਾ ਇਮੋਸ਼ਨਲ ਟਰਾਮਾ ਹੈ ਤੇ ਜਿਹੜਾ ਮੈਂਟਲ ਟਰਾਮਾ ਹੈ ਇਹ ਬਸ ਏਦਾਂ ਹੀ ਫਿਕਸ ਹੋ ਜਾਊਗਾ? ਜਿਵੇਂ especially ਜਿਹੜੇ ਅਸੀਂ ਸਿੱਖ ਹਾਂ, ਸਾਨੂੰ ਤਾਂ ਮੋਰ ਸਹਿਮਤ ਹੋਣਾ ਚਾਹੀਦਾ ਇਹਨਾਂ ਨਾਲ ਵੀ। ਸਾਡੇ ਨਾਲ ਵੀ ਇਹ ਜਿਹੇ ਜੈਨੋਸਾਈਡ ਹੋਇਆ 1984 ਦੇ ਵਿੱਚ। ਸਾਡੇ ਕੋਲ ਵੀ ਇਹ ਟਰਾਮਾ ਹੈਗੇ ਨੇ ਹਜੇ ਵੀ। ਤਾਂ ਹੀ ਸਾਡੇ ਕਮਿਊਨਿਟੀ ਦੇ ਵਿੱਚ ਐਲਕੋਹੋਲਿਜ਼ਮ ਬਹੁਤ ਬਿੱਗੀ ਪ੍ਰੋਬਲਮ ਹੈ। ਸੋ ਇਹ ਇੰਨੀ ਸਿੰਪਲ ਇਸ਼ੂ ਨਹੀਂ ਹੈਗਾ, ਇਹ ਬਹੁਤ ਕੰਪਲੈਕਸ ਇਸ਼ੂ ਹੈ।
ਤੇ ਬਹੁਤ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਇਹਦੇ ਬਾਰੇ ਸਪੈਸ਼ਲੀ ਈਵਨ ਜੇ ਮੈਂ ਆਪਣੀ ਸਾਡੀ ਕਮੇਟੀ ਦੀ ਵੀ ਮੈਂ ਗੱਲ ਕਰਾਂ ਮੈਂ ਹੁਣੇ ਇੱਥੇ ਗਿਆ ਸੀਗਾ ਮੈਂ ਇੱਕ ਅੰਕਲ ਨੂੰ ਪੁੱਛਿਆ ਅੰਕਲ ਤੁਸੀਂ ਕਿਵੇਂ ਦੀਵਾਲੀ ਮਨਾਉਣੀ ਆ ਕਹਿੰਦਾ ਅਸੀਂ ਤਾਂ ਬਸ 2 ਪੈਗ ਲਾ ਦੇਣੇ ਆ ਸਾਡੀ ਤਾਂ ਆਹੀ ਦੀਵਾਲੀ ਆ ਮੈਂ ਕਿਹਾ ਲਾਈਕ ਇਹ ਕੋਈ ਚੰਗੀ ਗੱਲ ਹੈ ਰਾਈਟ ਲਾਈਕ ਪਰ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਜਿਹੜਾ ਐਲਕੋਹਲ ਦਾ ਪ੍ਰੋਬਲਮ ਹੈ ਇਹ ਸਾਡੀ ਕਮਿਊਨਿਟੀ ਦੇ ਵਿੱਚ ਟਰਾਮਾ ਕਰਕੇ ਸਾਡੇ ਪਾਰਟੀਸ਼ਨ ਦਾ ਟਰਾਮਾ 1984 ਦਾ ਟਰਾਮਾ ਹੁਣ ਕਿਸਾਨਾਂ ਦਾ ਟਰਾਮਾ ਰਾਈਟ ਸੋ ਇਹ ਬਹੁਤ ਕੰਪਲੈਕਸ ਇਸ਼ੂ ਹੈ ਮੈਂ ਬਸ ਤੁਹਾਨੂੰ ਕਹਿਣਾ ਚਾਹੁੰਦਾ ਵੀ ਬਹੁਤ ਸ਼ੁਕਰੀਆ ਜੀ ਬਿਲਕੁਲ ਬਹੁਤ ਸ਼ੁਕਰੀਆ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਤੇ ਪਾਰਟਿਸਿਪੇਟ ਸੋ ਨਾਈਸ ਆਫ ਯੂ ਪਰ ਨਾਮ ਹੋਰ ਜੁੜ ਗਏ ਨੇ ਜੀ ਹੈਲੋ ਸਰ ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਕੱਟ ਕਰਕੇ ਸਾਡੇ ਨਾਲ ਗੱਲ ਕਰੋ ਹੈਲੋ ਜੀ ਅਸੀਂ ਮਾਫੀ ਚਾਹਾਂਗੇ ਸ਼ਾਇਦ ਸਾਡੇ ਦਰਸ਼ਕ ਨੇ ਟੀਵੀ ਦੀ ਸਕਰੀਨ ਦੇ ਉੱਤੇ ਸਾਡੀ ਆਵਾਜ਼ ਸੁਣਨ ਦੀ ਕੋਸ਼ਿਸ਼ ਕਰ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਗੱਲ ਕਰ ਰਹੇ ਹੋ ਸਾਧਨਾ ਦੀ ਜੀ ਬਹੁਤ ਸ਼ੁਕਰੀਆ ਜੀ ਕਿੱਥੋਂ ਬੋਲ ਰਹੇ ਸਰ ਨਈਅਰ ਉਹਨਾਂ ਦੇ ਹਸਬੰਡ ਨੇ ਮੈਂ ਹੈਮਿਲਟਨ ਤੋਂ ਬੋਲ ਰਿਹਾ ਜੀ ਸ਼ੁਕਰੀਆ ਸਰ ਕਾਲ ਕਰਨ ਦੇ ਲਈ ਇੱਕ ਦਰਸ਼ਕ ਹੋਰ ਜੁੜ ਗਏ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਰਨ ਜੀ ਤੇ ਅਮਰਗੰਤ ਸਾਹਿਬ ਜੈ ਗਿੱਲ ਬੋਲਦਾ ਮੈਂ ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੌਣ ਆ ਇਹ ਹਾਂਜੀ ਇਹ ਸਾਧਨਾ ਜੀ ਹੈ ਜੀ ਸਾਧਨਾ ਹੇਅਰ ਕੱਟ ਬਹੁਤ ਫੇਮਸ ਹੋਇਆ ਸੀ ਉਸ ਟਾਈਮ ਥੈਂਕ ਯੂ ਜੀ ਬਿਲਕੁਲ ਸ਼ੁਕਰੀਆ ਜੀ ਕਾਲ ਕਰਨ ਦੇ ਲਈ ਇੱਕ ਦਰਸ਼ਕ ਹੋਰ ਜੁੜ ਗਏ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਤੁਸੀਂ ਸਾਧਨਾ ਦੀ ਗੱਲ ਕਰਦੇ ਜੀ ਐਕਟਰਸ ਦੀ ਸਾਧਨਾ ਦੀ ਜੀ ਤੁਸੀਂ ਕਿੱਥੋਂ ਬੋਲ ਰਹੇ ਹੋ ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਮੈਮ ਬ੍ਰੈਂਪਟਨ ਤੋਂ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਥੈਂਕ ਯੂ ਸੋ ਮਚ ਜੀ ਤੇ ਸਰ ਸਾਨੂੰ ਕੁਝ ਦਰਸ਼ਕ ਜਿਹੜੇ ਆ ਫੇਸਬੁੱਕ ਤੇ ਵੀ ਮੈਸੇਜ ਕਰ ਰਹੇ ਨੇ ਸ਼ੁਰੂਆਤ ਕਰਦੇ ਆ ਅਮਰਜੀਤ ਕੌਰ ਜੀ ਨੇ ਪਹਿਲਾ ਮੈਸੇਜ ਕੀਤਾ ਕਹਿੰਦੇ ਸਾਧਨਾ ਦੈਨ ਜੈਕਿਲ ਜੀ ਕਰ ਰਹੇ ਨੇ ਸਾਧਨਾ ਰੁਪਿੰਦਰ ਬਾਜਵਾ ਜੀ ਕਹਿ ਰਹੇ ਨੇ ਸਾਧਨਾ ਅਨਿਲ ਨਖਵਾਲ ਕਹਿ ਰਹੇ ਨੇ ਸਾਧਨਾ ਵਿੰਕੀ ਜੀ ਸਾਧਨਾ ਲਖਨ ਕੇ ਪੱਡਾ ਜੀ ਵੀ ਸਾਧਨਾ ਕਰ ਰਹੇ ਨੇ ਸੋਨੀਆ ਸੂਰਧਰ ਕਹਿ ਰਹੇ ਨੇ ਆਸ਼ਾ ਪਾਰਿਕ ਸੁਸ਼ਮਾ ਵਾਲੀਆ ਜੀ ਕਹਿ ਰਹੇ ਨੇ ਸਾਧਨਾ ਤੇ ਰੁਪਿੰਦਰ ਬਾਜਵਾ ਜੀ ਨੇ ਤੇ ਮੂਵੀ ਦਾ ਨਾਮ ਵੀ ਲੈਤਾ ਮੇਰਾ ਸਾਇਆ ਕਹਿੰਦੇ ਮੂਵੀ ਐਂਡ ਸਰਬ ਸਿੰਘ ਕਹਿ ਰਹੇ ਨੇ ਸਾਧਨਾ ਸੁਸ਼ਮਾ ਵਾਲੀਆ ਜੀ ਕਹਿ ਰਹੇ ਨੇ ਸਾਇਰਾ ਬਾਨੋ ਸੋਨੀਆ ਸੂਰਧਰ ਜੀ ਹੁਣ ਕਹਿ ਰਹੇ ਨੇ ਸਾਧਨਾ ਤੁਸੀਂ ਜਵਾਬ ਚੇਂਜ ਕਰ ਰਹੇ ਹੋ ਜੀ ਇੱਕ ਦਰਸ਼ਕ ਹੋਰ ਜੁੜ ਗਏ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਫਿਲਮ ਸੀ ਇਹ ਸਾਧਨਾ ਦੀ ਲਵ ਐਂਡ ਟੋਕੀਓ ਓਹ ਵਾਹ ਕੀ ਬਾਤ ਹੈ ਪਹਿਲੀ ਫਿਲਮ ਸੀ ਜੀ ਇੰਗਲਿਸ਼ ਵਾਲੀ ਦੈਟਸ ਲਵ ਇਨ ਟੋਕੀਓ ਸ਼ੁਕਰੀਆ ਜੀ ਤੁਸੀਂ ਟੀਵੀ ਸਕਰੀਨ ਲਵ ਇਨ ਟੋਕੀਓ ਸੀ ਥੈਂਕ ਯੂ ਟੋਰਾਂਟੋ ਬੋਲਦੇ ਪਏ ਜੀ ਸ਼ੁਕਰੀਆ ਜੀ ਕਾਲ ਕਰਨ ਲਈ ਥੈਂਕ ਯੂ ਸੋ ਮਚ ਇੱਕ ਦਰਸ਼ਕ ਹੋਰ ਜੁੜ ਗਏ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਮੈਂ ਮੌਂਟਰੀਅਲ ਤੋਂ ਬੋਲ ਰਹੀ ਹਾਂ ਜੀ ਦੱਸੋ ਜੀ ਹਾਂਜੀ ਤੁਹਾਡੇ ਕੁਐਸਚਨ ਦਾ ਆਨਸਰ ਸਾਧਨਾ ਹੈ ਸਾਧਨਾ ਤੁਸੀਂ ਇਹਨਾਂ ਦੀ ਮੂਵੀ ਦੱਸ ਸਕਦੇ ਹੋ ਕੋਈ ਵੀ ਮੂਵੀ ਦੱਸ ਦਿਓ ਜਿਹੜੀ ਤੁਹਾਡੀ ਫੇਵਰਿਟ ਹੋਵੇ ਵੇਖੀ ਹੋਵੇ ਮੂਵੀ ਇਹਨਾਂ ਦੀ ਕਾਫੀ ਆਈਆਂ ਸੀ ਜਿਵੇਂ ਕਿ ਮੇਰਾ ਸਾਇਆ ਮੇਰੇ ਮਹਿਬੂਬ ਵਕਤ ਕਾਫੀ ਆਈਆਂ ਸੀ ਓਕੇ ਕੀ ਬਾਤ ਹੈ ਜੀ ਸ਼ੁਕਰੀਆ ਜੀ ਕਾਲ ਕਰਨ ਲਈ ਥੈਂਕ ਯੂ ਸੋ ਮਚ ਥੈਂਕ ਯੂ ਜੀ ਸਰ ਇੱਕ ਹੋਰ ਦਰਸ਼ਕ ਜੁੜ ਗਏ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਜੀ ਕਿੱਥੋਂ ਬੋਲ ਰਹੇ ਹੋ ਜੀ ਬ੍ਰੈਂਪਟਨ ਤੋਂ ਇੱਕ ਵਾਰੀ ਦੱਸ ਜ਼ਰੂਰ ਦਿਆ ਕਰੋ ਕਿੱਥੋਂ ਬੋਲ ਰਹੇ ਹੋ ਤੁਸੀਂ ਕਾਲ ਕਰਕੇ ਸਾਧਨਾ ਤੁਸੀਂ ਕਹਿ ਰਹੇ ਹੋ ਕੋਈ ਫਿਲਮ ਦੱਸੋਗੇ ਇਹਦੀ ਹਾਂਜੀ ਕੋਈ ਫਿਲਮ ਪਤਾ ਨਹੀਂ ਯਾਰ ਮੈਨੂੰ ਜੀ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ ਥੈਂਕ ਯੂ ਸੋ ਮਚ ਜੀ ਮੇਰਾ ਸਾਇਆ ਇੱਕ ਮੁਸਾਫਿਰ ਇੱਕ ਹਸੀਨਾ ਰਾਜਕੁਮਾਰ ਬਦਤਮੀਜ਼ ਆਰਜ਼ੂ बड़ी सोहनी फिल्म सी जी एक मुसाफिर एक हसीना सोनिया जी कह रहे हैं सोनिया सुरधर जी कह रहे हैं लव इन टोक्यो मूवी विच आशा पारेख सी साधना नहीं सन well I'm sorry it's a good thing I'm talking about Love in Shimla that was ਇਹਦੇ ਵਿੱਚ ਆਇਆ ਸੀਗਾ ਜੀ ਪਹਿਲੇ 1959 ਚ ਰਿਲੀਜ਼ ਹੋਈ ਸੀ ਲਵ ਇਨ ਟੋਕੀਓ ਯੂ ਰਾਈਟ ਜੀ ਲਵ ਇਨ ਸ਼ਿਮਲਾ ਸੀਗੀ ਜੀ ਜਿਹੜੀ ਪਹਿਲੀ ਫਿਲਮ ਸੀ ਇਹਨਾਂ ਦੀ ਜੋਏ ਮੁਖਰਜੀ ਦੇ ਨਾਲ ਸੀਗੇ ਜੋਏ ਮੁਖਰਜੀ ਦੇ ਫਾਦਰ ਨੇ ਉਹ ਡਾਇਰੈਕਟ ਕੀਤੀ ਸੀਗੀ ਜੀ ਤੇ ਉਹ ਵੀ ਨਵਾਂ ਸੀਗਾ ਤੇ ਇਹ ਵੀ ਸੀ ਤੇ ਫਿਲਮ ਬੜੀ ਹਿੱਟ ਹੋਈ ਸੀ ਉਸ ਤੋਂ ਬਾਅਦ ਬਹੁਤ ਵਧੀਆ ਬ੍ਰੇਕ ਮਿਲੀ ਸੀ ਸ਼ੀ ਵਾਸ ਓਨਲੀ 16 ਇਅਰਸ 올ਡ ਬਿਲਕੁਲ ਅਜੇ ਨਹੀਂ ਕਾਫੀ ਬਿਲਕੁਲ ਜੀ ਲਾਸਟ ਕਾਲਰ ਹੈ ਕਾਲ ਲੈ ਲੈਣਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਸਾਧਨਾ ਦਾ ਗਾਣਾ ਸੁਣਾ ਸਕਦੇ ਹੋ ਜਿਹੜੇ ਕਿਸੇ ਦੀ ਹਸੀ ਰਾਤ ਹੋ ਨਾ ਹੋ ਤੁਸੀਂ ਉਹ ਗਾ ਦਿਓ ਜੀ ਤੁਸੀਂ ਗਾ ਦਿਓ ਜੀ
ਕਿਉਂਕਿ ਫੇਸਬੁੱਕ ਤੇ ਅਸੀਂ ਸਟਰੋਂਗ ਨਹੀਂ ਪਲੇ ਕਰ ਸਕਦੇ ਹੈਗੇ ਤੇ ਤੁਸੀਂ ਸਾਨੂੰ ਆਪ ਹੀ ਗਾ ਕੇ ਸੁਣਾ ਸਕਦੇ ਹੋ। ਸੁਣਾ ਸਕਦੇ ਹੋ ਜੀ, ਹਾਂ ਅਸੀਂ ਪਲੇ ਨਹੀਂ ਜੀ ਕਰ ਸਕਦੇ। ਓਕੇ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ। 2 ਲਾਈਨਾਂ ਹੀ ਬੋਲ ਦਿਓ ਕੋਈ। लग जा गले के फिर हंसी रात हो न हो। थैंक यू ਜੀ, ਸੋ ਨਾਈਸ ਜੀ, ਬੜੀ ਸੋਹਣੀ ਆਵਾਜ਼ ਆ ਜੀ। ਤੁਸੀਂ ਦੈਟਸ ਰਾਈਟ, ਬਿਊਟੀਫੁਲ, ਚੰਗਾ ਲੱਗਦਾ ਜੀ ਤੁਸੀਂ ਪਾਰਟਿਸਿਪੇਟ ਕਰਦੇ ਹੋ। ਵੈਰੀ ਨਾਈਸ। ਜਿਹੜੀ ਸਮਾਂ ਹੋ ਚੁੱਕਿਆ, ਜਿਹੜਾ ਇੰਡੀਅਨਸ ਵਾਲਾ ਇਸ਼ੂ ਹੈਗਾ ਜੀ, ਵੀ ਕੈਨ ਆਪਾਂ ਡਿਸਕਸ, ਬਹੁਤ ਖੁੱਲ੍ਹਾ ਸਮਾਂ ਚਾਹੀਦਾ, ਐਸੀ ਗੱਲ ਨਹੀਂ। ਉਹਦੇ 'ਤੇ ਜਦੋਂ ਫਿਰ ਕਿਤੇ ਗੱਲ ਕੀਤੀ ਤਾਂ ਆਈ ਵਿਲ ਗਿਵ ਮਾਈ ਵਿਊਜ਼ ਅਗੇਨ ਔਨ ਦੈਟ, ਬਿਕਾਜ਼ ਹੁਣ ਤੁਸੀਂ ਫੋਨ 'ਤੇ ਨਹੀਂ ਹੋ, ਗੱਲ ਕਰਨ ਦਾ ਸਵਾਦ ਨਹੀਂ ਆਉਣਾ। ਕਿਸੇ ਦਿਨ ਸਮਾਂ ਲੈ ਕੇ ਵੀ ਵਿਲ ਟਾਕ ਅਬਾਊਟ ਦਿਸ ਥਿੰਗ। ਥੈਂਕ ਯੂ ਵੈਰੀ ਮਚ। ਕੱਲ੍ਹ ਨੂੰ ਫਿਰ ਮਿਲਾਂਗੇ ਜੀ। ਸਤਿ ਸ਼੍ਰੀ ਅਕਾਲ। ਇਹਦੇ ਨਾਲ ਹੀ ਅਲਕੋਹਲ ਵਾਲੇ ਮੁੱਦੇ ਤੇ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ, ਜਿਹੜੀ ਉਹਨਾਂ ਨੇ ਕਿਹਾ ਕਿ ਕਮਿਊਨਿਟੀ ਵਿੱਚ ਆਪਣੇ ਅਲਕੋਹਲ ਇਸ਼ੂ ਦੀ, ਉਹਦੀ ਵੀ ਗੱਲ ਕਰਾਂਗੇ, ਪਰ ਕਿਸੇ ਹੋਰ ਦਿਨ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। 8 ਵਜੇ ਦੇਖਿਓ ਤੁਸੀਂ ਦੇਸ਼ ਦੁਨੀਆ ਬੁਲੇਟਿਨ, 9 ਵਜੇ ਸੁਣ ਲੈ ਸਰਕਾਰੇ ਤੇ ਮਾਰਨਿੰਗ ਨੂੰ ਦੇਖਿਓ ਹੈਲੋ ਪੰਜਾਬ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।